ਡਾਕਟਰ ਹਰਦੀਪ ਸਿੰਘ ਦਾ ਨਾਵਲ ਹੈ ਹੰਝੂਆਂ ਵਿੱਚ ਨੀਰ। ਸਾਰੀ ਕਾਇਨਾਤ ਦੀਆਂ ਜਨਨੀਆਂ ਨੂੰ ਸਮਰਪਿਤ ਇੱਕ ਕੋਸ਼ਿਸ਼ ਹੈ ਉਹਨਾਂ ਦੇ ਹੌਸਲੇ ਤੇ ਜੀਵਨ ਇੱਛਾ ਸ਼ਕਤੀ ਨੂੰ ਆਪਣੇ ਅੰਦਰ ਸਮੋਈ ਰੱਖਣ ਵਿੱਚ ਸਦਾ ਸਮਰੱਥ ਰਹਿਣ ਲਈ। ਅੰਦਰਲੇ ਕਮਰੇ 'ਚ ਭੀਮਰਾਜ ਸਵੇਰੇ 4 ਵਜੇ ਦਾ ਹੀ ਜਾਗ ਰਿਹਾ ਸੀ। ਖੰਘ ਤਾਂ ਉਹਨੂੰ ਬਹੁਤ ਤੰਗ ਕਰ ਰਹੀ ਸੀ, ਪਰ ਦੀਪਕ ਰਾਤੀ ਬਹੁਤ ਲੇਟ ਘਰ ਆਇਆ ਸੀ। ਦੀਪਕ ਪਰੇਸ਼ਾਨ ਵੀ ਬਹੁਤ ਸੀ। ਭੀਮਰਾਜ ਨੇ ਉਹਨੂੰ ਆਵਾਜ਼ ਦੇਣੀ ਠੀਕ ਨਾ ਸਮਝੀ। ਸੁੱਤੀ ਪਈ ਮਿੰਨੀ ਦੇ ਸੁਪਨਿਆਂ ਵਿੱਚ ਕੀ ਪਰੀਆਂ ਮਸਤੀ ਕਰ ਰਹੀਆਂ ਸਨ? ਨਹੀਂ, ਉਹਦੇ ਸੁਪਨਿਆਂ ਵਿੱਚ ਉਹਦੀ ਮਾਂ ਸਿਰ ਤੇ ਹੱਥ ਫੇਰ ਰਹੀ ਸੀ। 8-9 ਸਾਲਾਂ ਦੀ ਮਿੰਨੀ ਸੁਪਨੇ 'ਚ ਆਪਣੀ ਮਾਂ ਦੇ ਅੱਗੇ ਪਿੱਛੇ ਘੁੰਮਦੀ ਖੇਡ ਰਹੀ ਸੀ। ਸੁੱਤੀ ਪਈ ਦੇ ਮੁਖੜੇ ਤੇ ਹਲਕੀ ਜਿਹੀ ਮੁਸਕਰਾਹਟ ਛਾਈ ਹੋਈ ਸੀ। ਉਸਦਾ ਇੱਕ ਹੱਥ ਸੁੱਤਿਆਂ ਪਿਆਂ ਹੀ ਅਣਜਾਣੇ ਵਿੱਚ ਮਾਂ ਦੇ ਚਿਹਰੇ ਦੀ ਭਾਲ ਕਰ ਰਿਹਾ ਸੀ। ਉਹ ਹੌਲੀ ਹੌਲੀ ਕਹਿ ਰਹੀ ਸੀ, ਮੰਮੀ ਆ ਜਾਓ, ਛੇਤੀ ਘਰ ਆ ਜਾਓ, ਮੇਰਾ ਇਕੱਲਿਆਂ ਜੀ ਨਹੀਂ ਲੱਗਦਾ। ਭੀਮਰਾਜ ਭਾਵੇਂ ਹੌਲੀ ਜਿਹੀ ਖੰਘਿਆ ਸੀ, ਦੀਪਕ ਦੀ ਜਾਗ ਖੁੱਲ੍ਹ ਗਈ। ਨੀਂਦ ਦੇ ਗੁਬਾਰ ਦਾ ਹਾਲੇ ਵੀ ਸਿਰ ਤੇ ਕਬਜ਼ਾ ਸੀ। ਨੀਂਦ ਦੇ ਨਸ਼ੇ 'ਚ ਉਸ ਤੋਂ ਉੱਠ ਨਹੀਂ ਹੋ ਰਿਹਾ ਸੀ, ਪਰ ਪਿਓ ਦੇ ਫਿਰ ਤੋਂ ਖੰਘਣ ਨਾਲ ਦੀਪਕ ਨੂੰ ਉੱਠਣਾ ਪਿਆ। ਉੱਠ ਕੇ ਉਹਨੇ ਭੀਮਰਾਜ ਨੂੰ ਪਾਣੀ ਦਾ ਗਲਾਸ ਦਿੱਤਾ ਤੇ ਆਪ ਚਾਹ ਬਣਾਉਣ ਲੱਗ ਪਿਆ। ਮਿੰਨੀ ਹਾਲੇ ਵੀ ਸੁਪਨਿਆਂ 'ਚ ਗੁਆਚੀ ਹੋਈ ਸੀ। ਥੋੜ੍ਹੀ ਦੇਰ ਬਾਅਦ ਮਿੰਨੀ ਵੀ ਉੱਠ ਗਈ। ਮਿੰਨੀ ਅੱਜ ਬਹੁਤ ਖੁਸ਼ ਸੀ। ਅੱਗੇ ਹਰ ਰੋਜ਼ ਉੱਠਣ ਲੱਗੀ ਕਈ ਨਖਰੇ ਕਰਦੀ ਹੁੰਦੀ ਸੀ, ਪਰ ਅੱਜ ਝੱਟ ਉੱਠ ਕੇ ਦੀਪਕ ਨੂੰ ਲੱਭਦੀ ਲੱਭਦੀ ਰਸੋਈ ਵੱਲ ਆ ਗਈ। ਦੀਪਕ ਨੇ ਸਵੇਰ ਦਾ ਨਾਸ਼ਤਾ ਤੇ ਦੁਪਹਿਰ ਦੀ ਰੋਟੀ ਵੀ ਤਿਆਰ ਕਰਕੇ ਟਿਫਨ 'ਚ ਪੈਕ ਕਰ ਲਈ ਸੀ। ਮਿੰਨੀ ਨੇ ਕੋਲ ਆ ਕੇ ਕਿਹਾ, ਪਾਪਾ ਮੈਂ ਨਹਾ ਲਵਾਂ? ਦੀਪਕ ਨੇ ਜਵਾਬ ਦਿੱਤਾ, ਬੇਟਾ 10 ਮਿੰਟ ਠਹਿਰ ਜਾ, ਮੈਂ ਹੁਣੇ ਹੀ ਤੈਨੂੰ ਤਿਆਰ ਕਰਦਾ। ਮਿੰਨੀ ਕਹਿਣ ਲੱਗੀ, ਪਾਪਾ ਤੁਸੀਂ ਕੰਮ ਕਰ ਲਓ, ਮੈਂ ਆਪ ਹੀ ਨਹਾ ਕੇ ਤਿਆਰ ਹੋ ਜਾਊਂਗੀ। ਕੱਲ ਵੀ ਤਾਂ ਮੈਂ ਆਪ ਹੀ ਤਿਆਰ ਹੋਈ ਸੀ। ਮਿੰਨੀ ਦੀ ਖੁਸ਼ੀ ਦਾ ਅੱਜ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਸੀ। ਮਿੰਨੀ ਨੇ ਨਾਸ਼ਤੇ ਵਾਲੀ ਪਲੇਟ ਚੁੱਕੀ ਤੇ ਦਾਦਾ ਜੀ ਦੇ ਕਮਰੇ 'ਚ ਚਲੀ ਗਈ। ਕੱਪੜੇ ਮਿੰਨੀ ਨੇ ਰਾਤ ਦੇ ਹੀ ਕੱਢ ਕੇ ਰੱਖੇ ਹੋਏ ਸਨ ਤੇ ਤਿਆਰ ਵੀ ਹੋ ਗਈ। ਭੀਮਰਾਜ ਵੀ ਉੱਠ ਬੈਠਿਆ ਸੀ, ਕੁਰਲੀ ਕਰਕੇ ਨਾਸ਼ਤਾ ਹੀ ਉਡੀਕ ਰਿਹਾ ਸੀ। ਮਿੰਨੀ ਨੂੰ ਨਵੇਂ ਕੱਪੜੇ ਪਾਏ ਵੇਖ ਕੇ ਕਹਿਣ ਲੱਗਾ, ਮੇਰੀ ਪਰੀ ਕਿੱਥੇ ਚੱਲੀ ਹੈ ਉੱਡ ਕੇ? ਮਿੰਨੀ ਦੇ ਹੱਥੋਂ ਪਲੇਟ ਫੜ ਕੇ ਕਹਿਣ ਲੱਗਾ, ਮੇਰੀ ਪਰੀ ਜਦੋਂ 10 ਸਾਲ ਦੀ ਹੋ ਜਾਊਗੀ ਤਾਂ ਮੈਂ ਉਹਨੂੰ ਸਾਈਕਲ ਲੈ ਕੇ ਦੇਵਾਂਗਾ। ਮਿੰਨੀ ਨੇ ਝੱਟ ਜਵਾਬ ਦਿੱਤਾ, 10 ਸਾਲਾਂ ਦੀ ਤਾਂ ਮੈਂ ਅਗਲੇ ਸਾਲ ਹੋ ਹੀ ਜਾਣਾ ਹੈ। ਮੈਂ ਅਗਸਤ ਵਿੱਚ 10 ਸਾਲ ਦੀ ਹੋ ਜਾਣਾ, ਉਦੋਂ ਲੈ ਦਿਓ ਸਾਈਕਲ। ਮੈਂ ਰੈੱਡ ਕਲਰ ਦਾ ਸਾਈਕਲ ਲਵਾਂਗੀ। ਦਾਦੇ ਨੇ ਕਿਹਾ, ਹਾਂ ਹਾਂ, ਜਿਹੜੇ ਮਰਜ਼ੀ ਰੰਗ ਦਾ ਲੈ ਲਈ। ਭੀਮਰਾਜ ਨੇ ਲੰਮਾ ਜਿਹਾ ਹੌਕਾ ਲੈਂਦੇ ਹੋਏ ਕਿਹਾ, ਮਾਂ ਬਿਨਾਂ ਵੀ ਪੁੱਤ ਘਰ ਦਾ ਕੋਈ ਹਾਲ ਨਹੀਂ। ਮਨ ਵਿੱਚ ਸੋਚ ਰਿਹਾ ਸੀ ਕਿ ਮੇਰੇ ਤੋਂ ਵੀ ਜ਼ਿਆਦਾ ਹਿੱਲਿਆ ਜੁਲਿਆ ਨਹੀਂ ਜਾਂਦਾ। ਮੈਂ ਵੀ ਦੀਪਕ ਦੇ ਤੇ ਬੋਝ ਬਣ ਕੇ ਬੈਠਾ। ਰੱਬ ਮੇਰੀ ਉਮਰ ਵੀ ਇਹਦੀ ਮਾਂ ਨੂੰ ਦੇ ਦਿੰਦਾ ਤਾਂ ਕੀ ਘਟਦਾ ਸੀ ਉਹਦਾ। ਰੱਬ ਤੁਹਾਡੀ ਜ਼ਿੰਦਗੀ ਸਲਾਮਤ ਰੱਖੇ। ਭੀਮਰਾਜ ਨੇ ਦੀਪਕ ਨੂੰ ਪੁੱਛਿਆ, ਕੋਈ ਹੱਲ ਨਹੀਂ ਨਿਕਲਦਾ ਮਸਲੇ ਦਾ? ਦੀਪਕ ਢਿੱਲਾ ਜਿਹਾ ਮੂੰਹ ਕਰਕੇ ਕਹਿਣ ਲੱਗਾ, ਬਾਪੂ ਤੂੰ ਆਰਾਮ ਕਰ, ਜੋ ਰੱਬ ਨੂੰ ਮਨਜ਼ੂਰ ਹੋਣਾ ਤਾਂ ਉਹੀ ਹੈ। ਮੈਂ ਤਾਂ ਇੱਕ ਵਾਰ ਪੂਰੀ ਆਪਣੀ ਵਾਹ ਲਾ ਕੇ ਵੇਖ ਲਈ ਹੈ। ਮੇਰੇ ਵੱਸ ਕੁਝ ਨਹੀਂ ਹੁਣ। ਮੈਂ ਹਸਪਤਾਲ ਤੋਂ ਸ਼ਾਮ ਨੂੰ ਆਊਂਗਾ। ਦੁਪਹਿਰ ਦੀ ਰੋਟੀ ਬਣਾ ਕੇ ਡੱਬੇ 'ਚ ਰੱਖ ਦਿੱਤੀ ਹੈ, ਜਦੋਂ ਭੁੱਖ ਲੱਗੇ ਖਾ ਲਈ। ਐਵੇਂ ਗਮ ਨਾ ਕਰੀ, ਹੋਰ ਕਿਤੇ ਭੁੱਖਾ ਹੀ ਬੈਠਾ ਰਹੇ। ਮੈਂ ਮਿੰਨੀ ਨੂੰ ਨਾਲ ਲੈ ਕੇ ਜਾ ਰਿਹਾ, ਇਹ ਵੀ ਸ਼ਾਮ ਨੂੰ ਹੀ ਆਊ। ਮਿੰਨੀ ਨੂੰ ਰੋਜ਼ ਸਵੇਰੇ ਤਿਆਰ ਕਰਕੇ ਸਕੂਲ ਭੇਜਣਾ ਬਹੁਤ ਮੁਸ਼ਕਿਲ ਕੰਮ ਸੀ ਦੀਪਕ ਲਈ। ਛੋਟੀ ਲੜਕੀ ਨੂੰ ਤਿਆਰ ਕਰਕੇ ਸਵੇਰੇ ਤੇ ਦੁਪਹਿਰ ਦਾ ਖਾਣਾ ਬਣਾ ਕੇ ਤਿਆਰ ਕਰਨਾ। ਘਰ 'ਚ ਬਜ਼ੁਰਗ ਮੰਜੇ ਤੇ ਪਏ ਨੂੰ 2 ਸਾਲ ਹੋ ਗਏ ਸਨ। ਜਦੋਂ ਗੀਤਾ ਘਰ ਸੀ ਤਾਂ ਸਾਰਾ ਕੰਮ ਉਹਨੇ ਸੰਭਾਲ ਰੱਖਿਆ ਸੀ। ਭੀਮਰਾਜ ਤਾਂ ਘਰ ਦਾ ਜਿੰਦਰਾ ਬਣ ਕੇ ਰਹਿ ਗਿਆ ਸੀ। ਘਰ 'ਚ ਔਰਤ ਹੋਏ ਤਾਂ ਸਭ ਸਾਂਭ ਸੰਭਾਲ ਉਹ ਹੀ ਕਰੇ। ਬਿਨਾਂ ਜਨਾਨੀ ਦੇ ਘਰ ਘਰ ਨਹੀਂ ਸੀ ਲੱਗਦਾ। ਦੀਪਕ ਜਦੋਂ ਵੀ ਆਪਣੀ ਘਰਵਾਲੀ ਬਾਰੇ ਸੋਚਦਾ ਤਾਂ ਆਪਣੇ ਕਰਮਾਂ ਨੂੰ ਕੋਸਦਾ ਕਿ ਕਿਹੋ ਜਿਹੀ ਜ਼ਿੰਦਗੀ ਹੈ ਉਹਦੀ। ਦੁੱਖਾਂ ਤਕਲੀਫਾਂ ਦੀ ਕੋਈ ਘਾਟ ਨਹੀਂ। ਰੱਬ ਨੇ ਵੀ ਰੱਜ ਕੇ ਦੁੱਖ ਲਿਖੇ ਉਹਦੀ ਕਿਸਮਤ 'ਚ। ਮਿੰਨੀ ਦੀ ਅੱਜ ਸਕੂਲ ਤੋਂ ਛੁੱਟੀ ਸੀ। ਉਹ ਘਰ 'ਚ ਦੌੜਦੀ ਫਿਰ ਰਹੀ ਸੀ। 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਉਹਨੂੰ ਆਪਣੀ ਮਾਂ ਨੂੰ ਮਿਲੀ ਨੂੰ। ਅੱਜ ਤਾਂ ਭੱਜ ਭੱਜ ਕੇ ਉਹ ਵਾਰੀ ਦਰਵਾਜ਼ੇ ਵੱਲ ਜਾਂਦੀ ਸੀ। ਪਾਪਾ ਨੂੰ ਛੇਤੀ ਕਰੋ ਕਹਿ ਰਹੀ ਸੀ। ਮਾਂ ਨੂੰ ਮਿਲਣ ਦਾ ਚਾਅ ਬਹੁਤ ਸੀ। ਰਾਤ ਜਦੋਂ ਦਾ ਦੀਪਕ ਨੇ ਉਹਨੂੰ ਕਿਹਾ ਸੀ ਕਿ ਸਵੇਰੇ ਤੂੰ ਮੰਮੀ ਨੂੰ ਮਿਲਣ ਜਾਣਾ ਹੈ,
ਉਹਨੂੰ ਤਾਂ ਜਿਵੇਂ ਖੰਭ ਹੀ ਲੱਗ ਗਏ ਹੋਣ। ਉਹ ਰਾਤ ਦੀ ਹੀ ਉੱਡਦੀ ਫਿਰ ਰਹੀ ਸੀ। ਸੁਪਨਿਆਂ ਵਿੱਚ ਮਾਂ ਨਾਲ ਬਾਗਾਂ 'ਚ ਘੁੰਮਦੀ ਫਿਰਦੀ ਸੀ, ਕਦੀ ਚਾਟ ਭੱਲੇ ਖਾਂਦੀ, ਕਦੀ ਆਈਸਕ੍ਰੀਮ ਦੇ ਪਹਾੜ 'ਚ ਖੇਡਦੀ ਰਹੀ ਸੀ। ਸਾਰੀ ਰਾਤ ਜਿਵੇਂ ਉਹ ਪਰੀਆਂ ਦੇ ਦੇਸ਼ ਘੁੰਮਦੀ ਰਹੀ ਸੀ। ਜਦੋਂ ਮਿੰਨੀ ਦੀਪਕ ਦੇ ਪਿੱਛੇ ਮੋਟਰਸਾਈਕਲ ਉੱਤੇ ਬੈਠੀ ਤਾਂ ਪਾਪਾ ਨੂੰ ਘੁੱਟ ਕੇ ਜੱਫੀ ਪਾਈ ਹੋਈ ਬੋਲੀ, ਮੈਂ ਇਸੇ ਤਰ੍ਹਾਂ ਜਦੋਂ ਮੰਮੀ ਨੂੰ ਮਿਲੂੰਗੀ ਤਾਂ ਘੁੱਟ ਕੇ ਜੱਫੀ ਪਾ ਲੂੰਗੀ, ਫਿਰ ਛੱਡੂੰਗੀ ਨਹੀਂ, ਫਿਰ ਮੰਮੀ ਨੂੰ ਘਰ ਲੈ ਕੇ ਹੀ ਆਉਂਗੀ। ਪਾਪਾ, ਮੈਂ ਮੰਮੀ ਨੂੰ ਕਦੇ ਵੀ ਤੰਗ ਨਹੀਂ ਕਰੂੰਗੀ, ਉਹਦੀਆਂ ਸਾਰੀਆਂ ਗੱਲਾਂ ਮੰਨਾਂਗੀ, ਰੋਜ਼ ਪੜ੍ਹਿਆ ਕਰਾਂਗੀ। ਮਿੰਨੀ ਦੀਆਂ ਗੱਲਾਂ ਸੁਣ ਕੇ ਦੀਪਕ ਦਾ ਦਿਲ ਡੁੱਬਦਾ ਜਾ ਰਿਹਾ ਸੀ। ਉਹ ਸੋਚ ਰਿਹਾ ਸੀ, ਪਤਾ ਨਹੀਂ ਕੀ ਹੋਏਗਾ। ਮਿੰਨੀ ਨੇ ਕਿਹਾ, ਪਾਪਾ ਮੈਂ ਮੰਮੀ ਤੋਂ ਬਿਨਾਂ ਨਹੀਂ ਰਹਿ ਸਕਦੀ। ਜੇ ਮੰਮੀ ਘਰ 'ਚ ਨਹੀਂ ਹੁੰਦੀ ਤਾਂ ਮੈਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਭੁੱਖ ਵੀ ਨਹੀਂ ਲੱਗਦੀ। ਅੱਜ ਮੈਂ ਮੰਮੀ ਦੇ ਕੋਲ ਹੀ ਰਹੂੰਗੀ। ਪਾਪਾ, ਮੰਮੀ ਤੋਂ ਬਿਨਾਂ ਮੈਨੂੰ ਨੀਂਦ ਵੀ ਨਹੀਂ ਆਉਂਦੀ। ਮਿੰਨੀ ਨੇ ਦੀਪਕ ਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ, ਪਿੱਛੇ ਬੈਠੀ ਕੁਝ ਨਾ ਕੁਝ ਬੋਲੀ ਜਾ ਰਹੀ ਸੀ। ਦੀਪਕ ਵਿੱਚ ਕੋਈ ਨਾ ਕੋਈ ਗੱਲ ਸੁਣ ਵੀ ਲੈਂਦਾ ਸੀ, ਪਰ ਉਹਦਾ ਧਿਆਨ ਗੀਤਾ 'ਚ ਲੱਗਾ ਹੋਇਆ ਸੀ। ਸਾਰਾ ਰਸਤਾ ਉਹਨੇ ਸੋਚਾਂ ਵਿੱਚ ਹੀ ਲੰਘਾ ਦਿੱਤਾ। ਇੱਕ ਦੋ ਵਾਰੀ ਤਾਂ ਉਹ ਕਿਸੇ ਹੋਰ ਵਿੱਚ ਵੱਜਣੋਂ ਵੀ ਮਸਾਂ ਹੀ ਬਚਿਆ। ਜਦੋਂ ਘਰੋਂ ਨਿਕਲਿਆ ਸੀ ਤਾਂ ਗਲੀ ਦੇ ਮੋੜ ਤੇ ਖੜੀ ਭਾਬੀ ਦੀ ਮੁਸਕਰਾਹਟ ਵੀ ਵਿਖਾਈ ਨਹੀਂ ਦਿੱਤੀ ਸੀ। ਜਿੱਥੇ ਖਲੋ ਕੇ ਰੋਜ਼ ਸਿਗਰਟ ਪੀਂਦਾ ਸੀ, ਉਹ ਮੁੜੇ ਦਾ ਪਤਾ ਵੀ ਨਾ ਲੱਗਿਆ। ਅੱਜ ਸੁਰਤੀ ਕਿਤੇ ਹੋਰ ਲੱਗੀ ਹੋਈ ਸੀ। ਜਦੋਂ ਮੋਟਰਸਾਈਕਲ ਸਟੈਂਡ ਤੇ ਲਾ ਕੇ ਮਿੰਨੀ ਨੂੰ ਉਂਗਲ ਫੜਾ ਕੇ ਹਸਪਤਾਲ ਅੰਦਰ ਜਾ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਗੀਤਾ ਇਹਦਾ ਮੂੰਹ ਵੀ ਵੇਖੇਗੀ ਕਿ ਨਹੀਂ, ਕਿਉਂਕਿ ਰਾਤੀ ਜਦੋਂ ਡਾਕਟਰ ਰਾਊਂਡ ਲਗਾ ਕੇ ਗਏ ਸਨ ਤਾਂ ਕਹਿ ਗਏ ਸਨ ਕਿ ਗੀਤਾ ਸਵੇਰ ਤੱਕ ਸ਼ਾਇਦ ਹੀ ਰਹੇ। ਤੁਸੀਂ ਇਹਦੀ ਬੱਚੀ ਨੂੰ ਇਸ ਨਾਲ ਆਖਰੀ ਵਾਰੀ ਮਿਲਾ ਦਿਓ। ਦੀਪਕ ਸੋਚ ਰਿਹਾ ਸੀ, ਹੇ ਰੱਬਾ, ਅੱਜ ਦਾ ਦਿਨ ਇੱਕ ਹੋਰ ਦੇ ਦੇ ਗੀਤਾ ਨੂੰ, ਤਾਂ ਜੋ ਆਪਣੀ ਮਿੰਨੀ ਨੂੰ ਇੱਕ ਵਾਰ ਵੇਖ ਲਵੇ। ਪਿਛਲੇ 2 ਮਹੀਨਿਆਂ ਤੋਂ ਗੀਤਾ ਹਸਪਤਾਲ ਵਿੱਚ ਹੀ ਭਰਤੀ ਸੀ। ਗੀਤਾ ਤਾਂ ਹਫ਼ਤਾ ਪਹਿਲਾਂ ਹੀ ਕਹਿ ਗਈ ਸੀ ਕਿ ਉਹਨੇ ਨਹੀਂ ਬਚਣਾ, ਮਿੰਨੀ ਨਾਲ ਮਿਲਾ ਦਿਓ। ਦੀਪਕ ਹੀ ਉਹਨੂੰ ਹੌਸਲਾ ਦਿੰਦਾ ਰਿਹਾ ਸੀ ਕਿ ਕੁਝ ਨਹੀਂ ਹੁੰਦਾ, ਤੂੰ ਠੀਕ ਹੋ ਜਾਣਾ, ਕੁਝ ਨਹੀਂ ਹੁੰਦਾ ਤੈਨੂੰ, ਆਪਾਂ ਠੀਕ ਹੋ ਕੇ ਘਰ ਚੱਲਾਂਗੇ, ਸਭ ਠੀਕ ਕਰੇਗਾ ਰੱਬ, ਤੂੰ ਚਿੰਤਾ ਨਾ ਕਰ। ਦੀਪਕ ਜਦੋਂ ਹਸਪਤਾਲ ਦੇ ਅੰਦਰਲੇ ਗੇਟ ਤੇ ਪਹੁੰਚਿਆ ਤਾਂ ਗੀਤਾ ਤੇ ਮਾਤਾ ਪਿਤਾ ਖੜੇ ਸਨ। ਉਹ ਵੀ ਇਸ ਵਕਤ ਹੀ ਆਏ ਸਨ। ਦੀਪਕ ਨੂੰ ਆਉਂਦਾ ਵੇਖ ਕੇ ਉਹ ਦੋਵੇਂ ਜਣੇ ਰੋਣ ਲੱਗ ਪਏ। ਉਹਨਾਂ ਨੂੰ ਵੇਖ ਕੇ ਤਾਂ ਦੀਪਕ ਦਾ ਜਿਵੇਂ ਸਾਹ ਹੀ ਨਿਕਲ ਗਿਆ। ਉਹਦਾ ਦਿਲ ਪਹਿਲਾਂ ਹੀ ਡੁੱਬੀ ਜਾ ਰਿਹਾ ਸੀ। ਇਹਨਾਂ ਦਾ ਰੋਣਾ ਵੇਖ ਕੇ ਉਹਨੂੰ ਹੋਰ ਡੋਬੂ ਪੈਣ ਲੱਗ ਪਏ। ਹੱਥਾਂ 'ਚੋਂ ਰੋਟੀ ਵਾਲਾ ਡੱਬਾ ਛੁੱਟ ਕੇ ਪੌੜੀਆਂ 'ਚ ਖਿਲਰ ਗਿਆ। ਦੀਪਕ ਨੇ ਮਿੰਨੀ ਨੂੰ ਕੁੱਛੜ ਚੁੱਕ ਲਿਆ। ਅੱਖਾਂ ਉਹਦੀਆਂ ਪਾਣੀ ਨਾਲ ਭਰ ਗਈਆਂ। ਦੀਪਕ ਮਿੰਨੀ ਨੂੰ ਪਿਆਰ ਕਰਨ ਲੱਗਾ ਤੇ ਕਹਿੰਦਾ, ਬੇਟਾ ਮੰਮੀ ਬਹੁਤ ਬਿਮਾਰ ਸੀ, ਇਸ ਲਈ ਸੁੱਤੀ ਪਈ ਹੈ, ਤੂੰ ਨਾਨੂ ਨਾਲ ਜਾ ਕੇ ਫਰੂਟੀ ਲਿਆ, ਮੈਂ ਇੱਥੇ ਤੇਰਾ ਇੰਤਜ਼ਾਰ ਕਰਦਾ। ਮਿੰਨੀ ਜ਼ਿੱਦ ਕਰਨ ਲੱਗੀ, ਨਹੀਂ ਨਹੀਂ, ਮੈਂ ਪਹਿਲਾਂ ਮੰਮੀ ਕੋਲ ਜਾਣਾ, ਪਹਿਲਾਂ ਮੰਮੀ ਨੂੰ ਮਿਲ ਕੇ ਜੱਫੀ ਵੀ ਪਾਣੀ ਹੈ ਤੇ ਪਾਰੀਆਂ ਵੀ ਕਰਨੀਆਂ ਬਹੁਤ ਸਾਰੀਆਂ। ਮੈਂ ਫਰੂਟੀ ਨਹੀਂ ਲੈਣੀ। ਆਹ ਵੇਖੋ, ਮੈਂ ਅੱਜ ਮੰਮੀ ਦੀ ਫੇਵਰੇਟ ਡਰੈਸ ਵੀ ਪਾਈ ਹੋਈ ਹੈ, ਰੈੱਡ ਫਲਾਵਰਸ ਵਾਲੀ। ਇਹ ਮੰਮੀ ਨੂੰ ਬਹੁਤ ਪਸੰਦ ਹੈ। ਮੰਮੀ ਨੇ ਮੈਨੂੰ ਵੇਖ ਕੇ ਖੁਸ਼ ਹੋ ਜਾਣਾ। ਉਹਨੇ ਮੇਰੀ ਆਵਾਜ਼ ਸੁਣ ਕੇ ਸੁੱਤੀ ਪਈ ਨੇ ਉੱਠ ਕੇ ਬਹਿ ਜਾਣਾ। ਮੇਰੀ ਆਵਾਜ਼ ਸੁਣ ਕੇ ਮੰਮੀ ਨਾ ਜਾਗੇ, ਇੰਜ ਤਾਂ ਹੋ ਹੀ ਨਹੀਂ ਸਕਦਾ। ਮੈਂ ਮੰਮੀ ਕੋਲ ਜਾਣਾ। ਦੀਪਕ ਦਾ ਹੌਸਲਾ ਨਹੀਂ ਪੈ ਰਿਹਾ ਸੀ ਕਿ ਮਿੰਨੀ ਨੂੰ ਕੀ ਦੱਸੇ। ਗੀਤਾ ਦੀ ਮਾਂ ਰੋਈ ਜਾ ਰਹੀ ਸੀ, ਨਾਲੇ ਕਹਿ ਰਹੀ ਸੀ, ਇਹ ਕੀ ਹੋ ਗਿਆ ਬੇਟਾ। ਨਾਨੀ ਨੇ ਮਿੰਨੀ ਨੂੰ ਦੀਪਕ ਦੀ ਗੋਦੀ 'ਚੋਂ ਫੜ ਲਿਆ। ਸਾਰੇ ਜਣੇ ਅੰਦਰ ਵੱਲ ਤੁਰ ਪਏ। ਤੁਰੇ ਜਾਂਦੀ ਨਾਨੀ ਨੇ ਕਿਹਾ, ਚੱਲ ਪੁੱਤ, ਹੁਣ ਤੁਸੀਂ ਵੀ ਮਿਲ ਲਓ ਗੀਤਾ ਨੂੰ, ਜਿਹੜੀ ਸਵੇਰ ਦੀ ਉਡੀਕਦੀ ਹੈ ਤੁਹਾਨੂੰ। ਮੇਰੇ ਤੋਂ ਤਾਂ ਕੁੜੀ ਨੂੰ ਵੇਖਣ ਦਾ ਹੌਸਲਾ ਨਹੀਂ ਪੈਂਦਾ। ਜਦੋਂ ਦਾ ਰਾਤੀ ਤੁਹਾਡੇ ਤੋਂ ਸੁਣਿਆ, ਮੇਰੀ ਤਾਂ ਜਾਨ ਨਿਕਲੀ ਜਾਂਦੀ ਹੈ। ਸਵੇਰੇ ਕਹਿੰਦੀ ਸੀ ਮੈਂ ਹੋਰ 2 ਕੁ ਦਿਨ ਰੱਬ ਤੋਂ ਮੋਹਲਤ ਮੰਗੀ ਹੈ ਤਾਂ ਜੋ ਘਰ ਜਾ ਕੇ ਪਰਿਵਾਰ 'ਚ ਰਹਿ ਸਕਾਂ। ਦੀਪਕ ਉਹਨਾਂ ਨੂੰ ਰੋਂਦੇ ਵੇਖ ਕੇ ਕੁਝ ਹੋਰ ਹੀ ਸਮਝੀ ਜਾ ਰਿਹਾ ਸੀ ਕਿ ਕਿਤੇ ਗੀਤਾ ਉਹਨਾਂ ਨੂੰ ਛੱਡ ਕੇ ਚਲੀ ਤਾਂ ਨਹੀਂ ਗਈ। ਉਡੀਕਦੀ ਸੁਣ ਕੇ ਦੀਪਕ ਦੇ ਸਾਹ 'ਚ ਸਾਹ ਆਇਆ। ਉਹ ਸਮਝ ਗਿਆ ਕਿ ਗੀਤਾ ਨੂੰ ਕੁਝ ਨਹੀਂ ਹੋਇਆ। ਇਹਨਾਂ ਨੂੰ ਰੋਂਦਾ ਵੇਖ ਕੇ ਕੁਝ ਹੋਰ ਹੀ ਸਮਝੀ ਜਾ ਰਿਹਾ ਸੀ। ਉਹ ਹੁਣ ਹੌਲੀ ਹੌਲੀ ਵਾਰਡ ਵੱਲ ਤੁਰ ਪਿਆ। 17 ਨੰਬਰ ਵਾਰਡ 'ਚ ਇੱਕ ਕੋਨੇ ਵਾਲੇ ਬੈੱਡ ਤੇ ਗੀਤਾ ਪਈ ਸੀ। ਅੱਖਾਂ ਐਨ ਕਾਲੀਆਂ ਹੋਈਆਂ ਪਈਆਂ ਸਨ। ਉਹ ਵੀ ਉਡੀਕ ਭਰੀਆਂ ਅੱਖਾਂ ਨਾਲ ਦਰਵਾਜ਼ੇ ਵੱਲ ਹੀ ਵੇਖ ਰਹੀ ਸੀ। ਨਾਨੇ ਨੇ ਕੋਲ ਜਾ ਕੇ ਮਿੰਨੀ ਨੂੰ ਬੈੱਡ ਉੱਤੇ ਬਿਠਾ ਦਿੱਤਾ ਤੇ ਕਿਹਾ, ਮੰਮੀ ਨੂੰ ਤੰਗ ਨਾ ਕਰੀ। ਮਿੰਨੀ ਨੇ ਜਵਾਬ ਦਿੱਤਾ, ਨਹੀਂ ਨਹੀਂ, ਮੈਂ ਮੰਮਾ ਦਾ ਚੰਗਾ ਪੁੱਤੂ ਹਾਂ, ਮੈਂ ਮੰਮਾ ਨੂੰ ਤੰਗ ਨਹੀਂ ਕਰੂੰਗੀ। ਮਿੰਨੀ ਨੇ ਗੀਤਾ ਦੇ ਗਲੇ 'ਚ ਬਾਹਾਂ ਪਾ ਲਈਆਂ।
ਦੀਪਕ ਦਾ ਮਨ ਭਰ ਆਇਆ। ਮਾਤਾ ਜੀ ਨੂੰ ਰੋਂਦਿਆਂ ਵੇਖ ਉਹ ਸਮਝਿਆ ਸੀ ਕਿ ਅਸੀਂ ਲੇਟ ਹੋ ਗਏ। ਗੀਤਾ ਦੀ ਮਿੰਨੀ ਨੂੰ ਮਿਲਣ ਦੀ ਆਖਰੀ ਇੱਛਾ ਵਿਚਾਲੇ ਰਹਿ ਗਈ। ਇੱਕ ਵਾਰੀ ਤਾਂ ਦੀਪਕ ਦਾ ਤਰਾਹ ਜਿਹਾ ਨਿਕਲ ਗਿਆ ਸੀ, ਪਰ ਹੁਣ ਗੀਤਾ ਨੂੰ ਮਿੰਨੀ ਨਾਲ ਬੈਠੀ ਵੇਖ ਕੇ ਮਨ ਨੂੰ ਕੁਝ ਧਰਵਾਸ ਜਿਹੀ ਹੋਈ ਸੀ। ਪਰ ਮਨ 'ਚ ਹਾਲੇ ਵੀ ਧੁੜਕੂ ਜਿਹਾ ਲੱਗਾ ਸੀ ਕਿ ਅੱਜ ਦਾ ਦਿਨ ਹੀ ਹੈ, ਬਸ ਫਿਰ ਪਤਾ ਨਹੀਂ ਕਦੋਂ ਗੀਤਾ ਦੀ ਵਿਦਾਇਗੀ ਆ ਜਾਣੀ ਹੈ। ਮਨ ਨੂੰ ਸਮਝਾਉਂਦਾ ਉਹ ਬਾਹਰ ਨੂੰ ਤੁਰ ਪਿਆ। ਉਹਨੇ ਰੱਬ ਦਾ ਇੱਕ ਦਿਨ ਗੀਤਾ ਦੀ ਜ਼ਿੰਦਗੀ ਵਧਾਉਣ ਲਈ ਸ਼ੁਕਰ ਅਦਾ ਕੀਤਾ। ਉਹ ਬਾਹਰ ਜਾ ਕੇ ਇੱਕ ਕੋਨੇ 'ਚ ਬੈਠ ਗਿਆ ਤੇ ਰੋਣ ਲੱਗ ਪਿਆ। ਉਸਦੇ ਕੋਲੋਂ ਸਟਾਫ ਜਸਬੀਰ ਨਿਕਲੀ ਤੇ ਕਹਿਣ ਲੱਗੀ, ਤੁਸੀਂ ਗੀਤਾਂਜਲੀ ਪੇਸ਼ੈਂਟ ਨਾਲ ਹੋ ਨਾ? ਡਾਕਟਰ ਸਾਹਿਬ ਨੇ ਕਿਹਾ ਸੀ ਜਦੋਂ ਵੀ ਤੁਸੀਂ ਆਓ ਤਾਂ ਉਹਨਾਂ ਨੂੰ ਮਿਲ ਲਓ। ਡਾਕਟਰ ਸਾਹਿਬ ਆਪਣੇ ਰੂਮ ਵਿੱਚ ਹੀ ਹਨ, ਤੁਸੀਂ ਮਿਲ ਲਓ। ਦੀਪਕ ਹੌਸਲਾ ਜਿਹਾ ਕਰਕੇ ਡਾਕਟਰ ਸਾਹਿਬ ਦੇ ਕਮਰੇ ਤੱਕ ਮਸਾਂ ਹੀ ਪਹੁੰਚਿਆ। ਦਰਵਾਜ਼ਾ ਖੜਕਾ ਕੇ ਅੰਦਰ ਗਿਆ ਤਾਂ ਡਾਕਟਰ ਬਲਦੇਵ ਨੇ ਹੱਥ ਨਾਲ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ। ਡਾਕਟਰ ਬਲਦੇਵ ਹੱਥ ਧੋ ਰਹੇ ਸਨ। ਇੱਕ ਮਰੀਜ਼ ਕਮਰੇ 'ਚ ਹੋਰ ਬੈਠਾ ਸੀ। ਦੀਪਕ ਚੁੱਪਚਾਪ ਸਾਈਡ ਤੇ ਬੈਂਚ ਕੋਲ ਬੈਠ ਗਿਆ। ਉਧਰ ਮਿੰਨੀ ਬਹੁਤ ਖੁਸ਼ ਸੀ। ਉਹ ਪੂਰੇ 2 ਮਹੀਨਿਆਂ ਬਾਅਦ ਮਾਂ ਨੂੰ ਮਿਲ ਰਹੀ ਸੀ। ਗੀਤਾ ਦੀਆਂ ਅੱਖਾਂ 'ਚੋਂ ਪਾਣੀ ਵਗ ਰਿਹਾ ਸੀ। ਗੀਤਾ ਆਪਣੀਆਂ ਅੱਖਾਂ ਵਿੱਚ ਮਿੰਨੀ ਦੀ ਤਸਵੀਰ ਤੇ ਕੰਨਾਂ 'ਚ ਉਹਦੇ ਬੋਲਾਂ ਦੀ ਛਣਛਣਾਹਟ ਭਰ ਰਹੀ ਸੀ। ਉਹਦੇ ਨਿੱਕੇ ਨਿੱਕੇ ਹੱਥਾਂ ਦੀ ਛੋਹ ਨੂੰ ਆਪਣੀਆਂ ਗੱਲਾਂ ਉੱਤੇ ਮਹਿਸੂਸ ਕਰ ਰਹੀ ਸੀ। ਉਹ ਸੋਚ ਰਹੀ ਸੀ ਕਿ ਫਿਰ ਪਤਾ ਨਹੀਂ ਰੱਬ ਕਦੋਂ ਇਹਨਾਂ ਪਲਾਂ ਦੀ ਮਿਹਰ ਕਰੇਗਾ ਵੀ ਕਿ ਨਹੀਂ। ਮਿੰਨੀ ਕਹਿ ਰਹੀ ਸੀ ਕਿ ਮਾਂ, ਹੁਣ ਮੈਂ ਪਾਪਾ ਨੂੰ ਤੰਗ ਨਹੀਂ ਕਰਦੀ, ਘਰ 'ਚ ਸ਼ਰਾਰਤਾਂ ਵੀ ਨਹੀਂ ਕਰਦੀ। ਪਾਪਾ ਦੇ ਇੱਕੋ ਵਾਰੀ ਕਹਿਣ ਤੇ ਉਹ ਨਹਾ ਕੇ ਆਪੇ ਆਪੇ ਤਿਆਰ ਹੋ ਜਾਂਦੀ ਹੈ। ਹੋਰ ਰੋਟੀ ਖਾਣ ਲੱਗੇ ਉਹ ਕੋਈ ਜ਼ਿੱਦ ਵੀ ਨਹੀਂ ਕਰਦੇ। ਦਾਦਾ ਜੀ ਦੇ ਕੋਲ ਬੈਠ ਕੇ ਸਕੂਲ ਦਾ ਕੰਮ ਵੀ ਪਾਪਾ ਦੇ ਘਰ ਆਉਣ ਤੋਂ ਪਹਿਲਾਂ ਹੀ ਖਤਮ ਕਰ ਲੈਂਦੀ ਹੈ। ਸਕੂਲ 'ਚ ਮੈਡਮਾਂ ਵੀ ਮਿੰਨੀ ਨੂੰ ਕਹਿੰਦੀਆਂ ਸਨ ਕਿ ਉਹ ਹੁਣ ਬ੍ਰੇਕ ਟਾਈਮ 'ਚ ਬਾਕੀ ਬੱਚਿਆਂ ਨਾਲ ਨਹੀਂ ਖੇਡਦੀ, ਚੁੱਪ ਕਰਕੇ ਕਲਾਸਰੂਮ 'ਚ ਹੀ ਬੈਠੀ ਰਹਿੰਦੀ ਹੈ। ਪਹਿਲਾਂ ਵਾਂਗ ਖੁਸ਼ ਵੀ ਨਹੀਂ ਰਹਿੰਦੀ, ਲੰਚ ਟਾਈਮ 'ਚ ਰੋਟੀ ਵੀ ਪੂਰੀ ਨਹੀਂ ਖਾਂਦੀ। ਇਹ ਸਾਰਾ ਕੁਝ ਦੀਪਕ ਨੂੰ ਇੱਕ ਮੈਡਮ ਨੇ ਦੱਸਿਆ ਸੀ ਜੋ ਉਹਨਾਂ ਦੇ ਮਹੱਲੇ 'ਚ ਰਹਿੰਦੀ ਸੀ। ਮਿੰਨੀ ਮੰਮੀ ਦੀ ਗੋਦ 'ਚ ਬੈਠੀ ਪਾਪਾ ਦੀਆਂ ਸ਼ਿਕਾਇਤਾਂ ਵੀ ਲਗਾ ਰਹੀ ਸੀ ਕਿ ਪਾਪਾ ਹੁਣ ਮੈਨੂੰ ਛੇਤੀ ਸੁਲਾ ਦਿੰਦੇ ਹਨ, ਪਰ ਉਹਨੂੰ ਕਿੰਨੀ ਦੇਰ ਨੀਂਦ ਨਹੀਂ ਆਉਂਦੀ। ਪਾਪਾ ਕਈ ਵਾਰ ਡਾਂਟਦੇ ਵੀ ਹਨ, ਪਤਾ ਨਹੀਂ ਕਿਹੜੀ ਗੱਲ ਤੋਂ, ਹਰ ਵੇਲੇ ਖਿਜੇ ਰਹਿੰਦੇ ਹਨ। ਮਿੰਨੀ ਕਹਿੰਦੀ ਕਿ ਹੁਣ ਪਾਪਾ ਮੇਰੇ ਨਾਲ ਖੇਡਦੇ ਵੀ ਨਹੀਂ, ਤੁਸੀਂ ਪਾਪਾ ਨੂੰ ਡਾਂਟਿਓ ਕਿ ਉਹ ਮੇਰੇ ਨਾਲ ਚੰਗੀ ਤਰ੍ਹਾਂ ਖੇਡਿਆ ਕਰਨ। ਗੀਤਾ ਨੇ ਕੋਲ ਬੈਠੀ ਮਾਂ ਨੂੰ ਇਸ਼ਾਰਾ ਕੀਤਾ ਕਿ ਮਿੰਨੀ ਦਾ ਬੋਲ ਕੇ ਗਲਾ ਸੁੱਕ ਰਿਹਾ ਹੈ। ਸਾਈਡ ਬਾਕਸ ਉੱਪਰ ਫਰੂਟੀ ਪਈ ਹੈ, ਖੋਲ ਕੇ ਮਿੰਨੀ ਨੂੰ ਦੇ ਦਿਓ। ਪਰ ਮਿੰਨੀ ਨੂੰ ਪਿਆਸ ਕਿੱਥੇ ਲੱਗ ਰਹੀ ਸੀ। ਮਿੰਨੀ ਨੇ ਢੇਰ ਸਾਰੀਆਂ ਗੱਲਾਂ ਵੀ ਤਾਂ ਕਰਨੀਆਂ ਸਨ। ਫਿਰ ਅਚਾਨਕ ਹੀ ਮਿੰਨੀ ਮੰਮੀ ਨਾਲ ਨਾਰਾਜ਼ ਹੋ ਗਈ। ਕਹਿਣ ਲੱਗੀ, ਮੰਮੀ ਤੁਸੀਂ ਘਰ ਕਿਉਂ ਨਹੀਂ ਆਏ? ਮੈਨੂੰ ਰਾਤ ਨੂੰ ਸੁੱਤੀ ਵੇ ਨੂੰ ਡਰ ਲੱਗਦਾ। ਦੀਪਕ ਨੇ ਪਹਿਲਾਂ ਵੀ ਕਈ ਵਾਰ ਗੀਤਾ ਨੂੰ ਦੱਸਿਆ ਸੀ ਕਿ ਮਿੰਨੀ ਰਾਤ ਨੂੰ ਸੁੱਤੇ ਪਏ ਕਈ ਵਾਰੀ ਡਰ ਕੇ ਉੱਠ ਪੈਂਦੀ ਹੈ। ਮੰਮੀ ਕੋਲ ਜਾਣਾ ਕਰਦੀ ਰਹਿੰਦੀ ਹੈ। ਗੀਤਾ ਨੂੰ ਮਿੰਨੀ ਦੀਆਂ ਗੱਲਾਂ ਤੇ ਹਾਸਾ ਵੀ ਆ ਰਿਹਾ ਸੀ ਤੇ ਰੋਣਾ ਵੀ। ਦੀਪਕ ਵੀ ਥੋੜੀ ਦੇਰ ਬਾਅਦ ਆ ਗਿਆ। ਚਿਹਰਾ ਉਹਦਾ ਉਤਰਿਆ ਹੋਇਆ ਸੀ। ਆ ਕੇ ਚੁੱਪਚਾਪ ਬੈਂਚ ਤੇ ਬੈਠ ਗਿਆ। ਇਹਨੇ ਨੂੰ ਗੀਤਾ ਦਾ ਭਰਾ ਚਾਹ ਲੈ ਕੇ ਆ ਗਿਆ। ਜਗ੍ਹਾ ਘੱਟ ਸੀ, ਇਸ ਲਈ ਰਵੀ ਨਾਲ ਦੇ ਬੈੱਡ ਕੋਲੋਂ ਖਾਲੀ ਪਿਆ ਸਟੂਲ ਖਿਸਕਾ ਕੇ ਬੈਠ ਗਿਆ। ਨਾਲ ਦੇ ਬੈੱਡ ਵਾਲੀ ਮਰੀਜ਼ ਹਿਮਾਚਲ ਦੀ ਰਹਿਣ ਵਾਲੀ ਸੀ। ਉਸ ਔਰਤ ਨੂੰ ਅੰਤੜੀਆਂ ਦੀ ਬਿਮਾਰੀ ਸੀ। ਉਹ ਵੀ 15 ਕੁ ਦਿਨਾਂ ਦੀ ਭਰਤੀ ਸੀ। ਅਗਲੇ ਦਿਨ ਉਹਦਾ ਆਪਰੇਸ਼ਨ ਹੋਣਾ ਸੀ। ਉਹਨਾਂ ਨਾਲ ਵੀ ਕਾਫੀ ਜਾਣ ਪਹਿਚਾਣ ਹੋ ਗਈ ਸੀ। ਉਹ ਬੜੇ ਨੇਕ ਸੁਭਾਅ ਦੇ ਪਰਿਵਾਰਕ ਮੈਂਬਰ ਸਨ। ਉਹ ਪਹਾੜੀਆਂ ਦੀਆਂ ਕਹਾਣੀਆਂ ਸੁਣਾ ਕੇ ਦਿਲ ਲਾਈ ਰੱਖਦੇ ਸਨ। ਦੀਪਕ ਉੱਠ ਕੇ ਬਾਹਰ ਚਲਾ ਗਿਆ। ਗੀਤਾ ਦਾ ਪਿਤਾ ਵੀ ਦੀਪਕ ਦੇ ਮਗਰ ਹੀ ਬਾਹਰ ਆ ਗਿਆ। ਉਹ ਪੁੱਛਣ ਲੱਗਾ ਕਿ ਕੀ ਕਿਹਾ ਡਾਕਟਰ ਸਾਹਿਬ ਨੇ। ਦੀਪਕ ਨੇ ਹੌਲੀ ਜਿਹੀ ਆਵਾਜ਼ 'ਚ ਕਿਹਾ, ਉਹ ਕਹਿੰਦੇ ਹਨ ਕਿ ਬਚਨ ਬਾਰੇ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ। ਅੱਜ ਦੀ ਰਾਤ ਹੀ ਮਸਾਂ ਕੱਢੀ ਹੈ, ਕੱਲ ਤੱਕ ਇਹਦੇ ਹਾਲਾਤ ਨਹੀਂ ਹਨ। ਜੇ ਤੁਸੀਂ ਚਾਹੋ ਤਾਂ ਘਰ ਲੈ ਜਾਓ। ਅਖੀਰਲਾ ਸਮਾਂ ਘਰ ਵਾਲਿਆਂ 'ਚ ਰਹੂ ਤਾਂ ਠੀਕ ਰਹੇਗਾ। ਬਿਮਾਰੀ ਦਾ ਜ਼ਹਿਰ ਸਾਰੀ ਸਰੀਰ 'ਚ ਫੈਲ ਚੁੱਕਾ ਹੈ। ਗੀਤਾ ਹੁਣ 1-2 ਦਿਨਾਂ ਦੀ ਹੀ ਮਹਿਮਾਨ ਹੈ। ਮੈਂ ਆਪਣੀ ਕੰਪਨੀ ਤੋਂ ਕੁਝ ਪੈਸਾ ਐਡਵਾਂਸ ਮੰਗਿਆ ਸੀ, ਜੋ ਅੱਜ ਮਿਲ ਜਾਏ ਤਾਂ ਦੁਪਹਿਰ ਤੱਕ ਬਿੱਲ ਦੇ ਕੇ ਘਰ ਹੀ ਲੈ ਜਾਵਾਂਗੇ। ਗੀਤਾ ਦਾ ਪਿਤਾ ਕਹਿਣ ਲੱਗਾ, ਇੱਕ ਪਲਾਟ ਮੈਂ ਰਵੀ ਦੇ ਨਾਮ ਲੈ ਰੱਖਿਆ। ਉਹਨੂੰ ਗਹਿਣੇ ਰੱਖ ਕੇ ਜੇ ਕੁਝ ਪੈਸੇ ਮਿਲਦੇ ਹੋਣ ਤਾਂ ਮੈਂ ਅੱਜ ਹੀ ਇੰਤਜ਼ਾਮ ਕਰਦਾ। ਵੈਸੇ ਮੈਂ 1-2 ਬੰਦਿਆਂ ਨੂੰ ਪੈਸਿਆਂ ਦਾ ਕਹਿ ਰੱਖਿਆ ਹੈ। ਗੀਤਾ ਦੇ ਪਿਤਾ ਨੇ ਦੀਪਕ ਦੇ ਮੋਢੇ ਤੇ ਹੱਥ ਰੱਖਿਆ ਤੇ ਹੌਸਲਾ ਦੇਣ ਲੱਗਾ, ਪੁੱਤ ਸਾਡੀ ਕਿਸਮਤ ਹੀ ਮਾੜੀ ਹੈ।
ਪਰ ਰੱਬ ਦੇ ਰੰਗਾਂ ਅੱਗੇ ਕੋਈ ਕੀ ਕਰ ਸਕਦਾ ਹੈ। ਤੇਰੀ ਮਾਂ ਗੀਤਾ ਕੋਲ ਰਹਿ ਲਓ ਤੇ ਰਵੀ ਮਿੰਨੀ ਨੂੰ ਲੈ ਕੇ ਘਰ ਚਲਾ ਜਾਂਦਾ ਹੈ। ਮੈਂ ਪਿੰਡ ਜਾ ਕੇ ਕੁਝ ਪੈਸਿਆਂ ਦਾ ਇੰਤਜ਼ਾਮ ਕਰਦਾ। ਗੀਤਾ ਦਾ ਪਿਤਾ ਬਾਹਰੋਂ ਹੀ ਚਲਾ ਗਿਆ। ਉਹ ਕਹਿੰਦਾ ਮੇਰੇ ਕੋਲੋਂ ਗੀਤਾ ਦਾ ਚਿਹਰਾ ਵੇਖ ਨਹੀਂ ਹੁੰਦਾ। ਮੈਂ ਤਾਂ ਉਹਨੂੰ ਹਮੇਸ਼ਾ ਹੀ ਹੱਸਦੀ ਖੇਡਦੀ ਵੇਖਿਆ। ਦੀਪਕ ਵਾਰਡ ਦੇ ਬਾਹਰ ਬੈਠਾ ਸੋਚ ਰਿਹਾ ਸੀ, ਇਹ ਕੀ ਹੋ ਗਿਆ। ਉਹਦੇ ਘਰ ਨੂੰ ਕਿਹਦੀ ਨਜ਼ਰ ਲੱਗ ਗਈ। ਅਸੀਂ ਤਾਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ। ਰੱਬ ਕੀ ਕਰਨਾ ਚਾਹ ਰਿਹਾ ਸੀ, ਉਹਦੀ ਸਮਝ ਨਹੀਂ ਪੈਂਦੀ। ਰਵੀ ਵੀ ਉੱਠ ਕੇ ਬਾਹਰ ਦੀਪਕ ਕੋਲ ਆ ਗਿਆ। ਦੀਪਕ ਨੇ ਰਵੀ ਨੂੰ ਕਿਹਾ, ਤੂੰ ਮਿੰਨੀ ਨੂੰ ਹੋਰ ਘੰਟੇ ਕੁ ਬਾਅਦ ਘਰ ਲੈ ਜਾਵੀਂ। ਤੁਸੀਂ ਦੁਪਹਿਰ ਦੀ ਰੋਟੀ ਬਾਹਰੋਂ ਮੰਗਵਾ ਲਓ ਤੇ ਘਰ ਜਾ ਕੇ ਆਰਾਮ ਕਰੋ। ਮੈਂ ਸ਼ਾਮ ਤੱਕ ਗੀਤਾ ਨੂੰ ਲੈ ਕੇ ਘਰ ਆ ਜਾਊਂਗਾ। ਮਾਤਾ ਇੱਥੇ ਰਹਿ ਜਾਊ। ਦੀਪਕ ਨੇ ਰਵੀ ਨੂੰ ਹੌਸਲਾ ਦਿੱਤਾ ਤੇ ਕਿਹਾ, ਘਰ ਜਾ ਕੇ ਸਾਡਾ ਬੈੱਡਰੂਮ ਜ਼ਰਾ ਸਾਫ਼ ਕਰਵਾ ਲਈ। ਕੰਮ ਵਾਲੀ ਆ ਜਾਊਗੀ। ਬੈੱਡ ਕੋਲ ਕੁਝ ਸਮਾਨ ਪਿਆ, ਵੇਖ ਲਵੀਂ। ਉਸ 'ਚ ਕੁਝ ਫੁੱਲ ਵੀ ਲਿਆਂਦੇ ਪਏ ਨੇ। ਜ਼ਰਾ ਕਮਰਾ ਸਜਾ ਲਈ, ਗੀਤਾ ਖੁਸ਼ ਹੋ ਜਾਊ। ਦੀਪਕ ਮਨ 'ਚ ਸੋਚ ਰਿਹਾ ਸੀ ਕਿ ਪਹਿਲੀ ਵਾਰੀ ਉਹਨੇ ਗੀਤਾ ਤੋਂ ਬਿਨਾਂ ਘਰ ਦੀ ਸਜਾਵਟ ਦਾ ਸਮਾਨ ਖਰੀਦਿਆ ਸੀ, ਉਹ ਵੀ ਇਹੋ ਜਿਹੇ ਮੌਕੇ 'ਤੇ। ਅੱਜ ਤੱਕ ਤਾਂ ਗੀਤਾ ਹੀ ਘਰ ਦਾ ਸਮਾਨ ਖਰੀਦਦੀ ਸੀ। ਰਵੀ ਵੀ ਸੋਚ ਰਿਹਾ ਸੀ ਕਿ ਕੀ ਕੰਮ ਕਹਿ ਦਿੱਤਾ। ਮਨ ਨਹੀਂ ਮੰਨ ਰਿਹਾ ਸੀ ਕਮਰੇ ਸਜਾਉਣ ਨੂੰ, ਪਰ ਇਸੇ ਲਈ ਹਾਂ ਕਰ ਦਿੱਤੀ ਕਿ ਹੋਰ ਨਾ ਸਹੀ, ਕੁਝ ਸਮੇਂ ਲਈ ਹੀ ਸਹੀ, ਘਰ 'ਚ ਖੁਸ਼ੀ ਜਿਹੀ ਤਾਂ ਵੇਖਣ ਨੂੰ ਮਿਲੂ। ਗੀਤਾ ਤੇ ਰਵੀ ਦਾ ਬਚਪਨ ਤੋਂ ਹੀ ਬਹੁਤ ਪਿਆਰ ਸੀ। ਰਵੀ ਦਾ ਰੋਣ ਨਿਕਲ ਗਿਆ। ਉਹ ਦੀਪਕ ਦੇ ਮੋਢੇ ਲਾ ਕੇ ਡੁਸਕ ਡੁਸਕ ਕੇ ਰੋਣ ਲੱਗਾ। ਦੀਪਕ ਨੇ ਕਿਹਾ, ਰਵੀ ਕਿਉਂ ਰੋਈ ਜਾ ਰਿਹਾ, ਮਨ ਪੱਕਾ ਕਰ, ਜੋ ਹੋਣਾ ਉਹ ਤਾਂ ਹੋ ਕੇ ਰਹਿਣਾ। ਦੀਪਕ ਗੀਤਾ ਨੂੰ ਮਿਲਣ ਅੰਦਰ ਚਲਾ ਗਿਆ। ਉਹ ਵੇਖ ਰਿਹਾ ਸੀ ਕਿ ਮਿੰਨੀ ਬੋਲੀ ਜਾ ਰਹੀ ਸੀ ਤੇ ਗੀਤਾ ਬੜੀ ਚਾਅ ਨਾਲ ਸੁਣ ਰਹੀ। ਉਹਦੀਆਂ ਅੱਖਾਂ ਵਿੱਚੋਂ ਪਾਣੀ ਵੀ ਵਗ ਰਿਹਾ ਤੇ ਉਹ ਹੱਸੀ ਵੀ ਜਾ ਰਹੀ ਹੈ। ਦੀਪਕ ਕੋਲ ਜਾ ਕੇ ਬਹਿ ਗਿਆ ਤੇ ਮਿੰਨੀ ਨੂੰ ਕਹਿਣ ਲੱਗਾ, ਹੁਣ ਤੂੰ ਮੰਮੀ ਨੂੰ ਆਰਾਮ ਕਰਨ ਦੇ। ਤੂੰ ਬਾਹਰ ਮਾਮੂ ਬੈਠਾ, ਉਸ ਨਾਲ ਕੁਝ ਖਾਣ ਨੂੰ ਲੈ ਆ। ਮੈਂ ਜ਼ਰਾ ਜ਼ਰੂਰੀ ਗੱਲ ਕਰਨੀ ਹੈ ਮੰਮੀ ਨਾਲ। ਮਿੰਨੀ ਜ਼ਿੱਦ ਕਰਨ ਲੱਗੀ, ਮੈਂ ਨਹੀਂ ਜਾਣਾ। ਦੀਪਕ ਨੇ ਫੇਰ ਕਿਹਾ, ਬੇਟਾ ਜੀ, ਡਾਕਟਰ ਨੇ ਕਿਹਾ ਕਿ ਅੱਜ ਤੁਸੀਂ ਮੰਮੀ ਨੂੰ ਘਰ ਲੈ ਕੇ ਜਾ ਸਕਦੇ ਹੋ। ਮੰਮੀ ਬਿਲਕੁਲ ਠੀਕ ਹੈ। ਕੋਲ ਬੈਠੀ ਗੀਤਾ ਦੀ ਮਾਂ ਦਾ ਰੋਣਾ ਨਿਕਲ ਗਿਆ। ਰਵੀ ਨੇ ਕਿਹਾ, ਮਾਤਾ ਜੀ ਤੁਸੀਂ ਸਿਆਣੇ ਹੋ, ਬੱਚਿਆਂ ਨਾਲ ਬੱਚੇ ਬਣੀ ਜਾਂਦੇ ਹੋ। ਅੱਜ ਆਪਾਂ ਘਰ ਹੀ ਚਲੇ ਜਾਣਾ। ਮਿੰਨੀ ਫਿਰ ਵੀ ਇਹ ਮੰਮੀ ਕੋਲ ਬੈਠੀ ਜ਼ਿੱਦ ਕਰਦੀ ਰਹੀ। ਰਵੀ ਉਹਨੂੰ ਉਠਾ ਕੇ ਜ਼ਬਰਦਸਤੀ ਬਾਹਰ ਲੈ ਗਿਆ। ਦੀਪਕ ਨੇ ਗੀਤਾ ਨੂੰ ਕਿਹਾ, ਡਾਕਟਰ ਜੀ ਨੇ ਕਿਹਾ ਹੈ ਕਿ ਤੂੰ ਠੀਕ ਹੈ ਤੇ ਘਰ ਜਾ ਸਕਦੀ ਹੈ। ਹਫ਼ਤੇ ਬਾਅਦ ਆ ਕੇ ਚੈੱਕਅਪ ਕਰਾ ਜਾਇਆ ਕਰੋ। ਤੇਰੀ ਰੇਡੀਏਸ਼ਨ ਜਿੰਨੀ ਵੀ ਹੋਣੀ ਸੀ ਹੋ ਗਈ। ਹੁਣ ਥੋੜੇ ਦਿਨ ਘਰ ਜਾ ਕੇ ਆਰਾਮ ਕਰੋ, ਫਿਰ ਆ ਕੇ ਦਿਖਾ ਜਾਣਾ। ਗੀਤਾ ਅੰਦਰੋਂ ਸਮਝ ਗਈ ਸੀ ਕਿ ਕੱਲ ਤੱਕ ਤਾਂ ਦਰਦ ਕਾਫੀ ਸੀ। ਪੇਟ ਦੇ ਨੀਚੇ ਡਾਕਟਰ ਨੇ ਛੁੱਟੀ ਕਿਸ ਤਰ੍ਹਾਂ ਦੇ ਦਿੱਤੀ, ਪਰ ਉਹ ਚੁੱਪ ਸੀ। ਗੀਤਾ ਵੀ ਆਪ ਆਖਰੀ ਸਾਹ ਘਰ 'ਚ ਹੀ ਲੈਣਾ ਚਾਹੁੰਦੀ ਸੀ। ਦੀਪਕ ਨੇ ਕਿਹਾ, ਮੈਂ ਬਿੱਲ ਲਈ ਪੈਸਿਆਂ ਦਾ ਇੰਤਜ਼ਾਮ ਕਰਕੇ ਆਉਣਾ। ਕੋਲ ਬੈਠੀ ਮਾਤਾ ਨੂੰ ਕਹਿਣ ਲੱਗਾ, ਤੁਸੀਂ ਇੱਥੇ ਸਾਂਭ ਲਿਓ। ਮਿੰਨੀ ਨੂੰ ਰਵੀ ਆਪਣੇ ਹੀ ਘਰ ਲੈ ਜਾਊਗਾ। ਮੈਂ ਦੁਪਹਿਰ ਤੱਕ ਆ ਜਾਣਾ, ਫਿਰ ਸ਼ਾਮਾਂ ਤੱਕ ਛੁੱਟੀ ਲੈ ਕੇ ਘਰ ਹੀ ਚੱਲਾਂਗੇ। ਦੀਪਕ ਹਸਪਤਾਲ ਤੋਂ ਆਪਣੀ ਕੰਪਨੀ ਚਲਾ ਗਿਆ। ਦੁਪਹਿਰ ਦੇ 2 ਵੱਜ ਚੁੱਕੇ ਸਨ। ਡਾਕਟਰ ਜਦੋਂ ਰਾਊਂਡ ਤੇ ਆਏ ਤਾਂ ਪਹਿਲੇ 3 ਨੰਬਰ ਵਾਲੇ ਬੈੱਡ ਦੇ ਮਰੀਜ਼ ਨੂੰ ਵੇਖਿਆ ਤੇ ਫਿਰ ਗੀਤਾ ਨੂੰ ਆ ਕੇ ਪੁੱਛਣ ਲੱਗੇ ਕਿ ਕਿਸ ਤਰ੍ਹਾਂ ਹੈ ਸਿਹਤ। ਡਾਕਟਰ ਰਾਜੇਸ਼ ਨੇ ਕਿਹਾ, ਦਰਦ ਦਾ ਕੀ ਹਾਲ ਹੈ। ਗੀਤਾ ਨੇ ਲੇਟੇ ਜਵਾਬ ਦਿੱਤਾ, ਠੀਕ ਹੈ, ਪਰਸੋਂ ਦਰਦ ਜ਼ਿਆਦਾ ਸੀ ਪਰ ਕੱਲ ਦੀ ਕੋਈ ਦਰਦ ਨਹੀਂ ਹੋਈ। ਤਾਂ ਡਾਕਟਰ ਰਾਜੇਸ਼ ਨੇ ਕਿਹਾ, ਅੱਜ ਤੁਹਾਡੀ ਛੁੱਟੀ ਹੋ ਜਾਣੀ ਹੈ। ਕੀ ਤੁਹਾਡੀਆਂ ਸਵੇਰ ਦੀਆਂ ਦਵਾਈਆਂ ਤੇ ਇੰਜੈਕਸ਼ਨ ਪੂਰੇ ਹੋ ਗਏ ਹਨ? ਹੋਰ ਤੁਸੀਂ ਦੁਪਹਿਰ ਦੀਆਂ ਦਵਾਈਆਂ ਲੈ ਕੇ ਜਾਣਾ। ਇੰਜੈਕਸ਼ਨ ਲਵਾ ਕੇ ਹੀ ਘਰ ਜਾਇਓ, ਨਹੀਂ ਤਾਂ ਦਰਦ ਰਹੇਗਾ। ਗੀਤਾ ਨੇ ਕਿਹਾ, ਪਰ ਮੈਨੂੰ ਤਾਂ ਸਵੇਰ ਦੀ ਕੋਈ ਦਵਾਈ ਹੀ ਨਹੀਂ ਦਿੱਤੀ। ਮੈਂ ਸੋਚਿਆ ਅੱਜ ਛੁੱਟੀ ਹੋਣੀ ਹੈ, ਸ਼ਾਇਦ ਇਸ ਕਰਕੇ ਕੋਈ ਦਵਾਈ ਨਹੀਂ ਦਿੱਤੀ। ਡਾਕਟਰ ਰਾਜੇਸ਼ ਨੇ ਮੈਡੀਸਨ ਵਾਲਾ ਚਾਰਟ ਵੇਖਿਆ ਤੇ ਹੈਰਾਨ ਰਹਿ ਗਿਆ। ਉਹਨੇ ਫਿਰ ਤੋਂ ਗੀਤਾ ਨੂੰ ਪੁੱਛਿਆ, ਕੀ ਤੁਹਾਨੂੰ ਸਵੇਰ ਦੀ ਕੋਈ ਮੈਡੀਸਨ ਨਹੀਂ ਦਿੱਤੀ? ਉਹਨੇ ਜੂਨੀਅਰ ਡਾਕਟਰ ਵੱਲ ਅੱਖਾਂ ਕੱਢਦੇ ਹੋਏ ਹੋਰ ਹੈਰਾਨੀ ਨਾਲ ਵੇਖਿਆ ਤੇ ਮੋਢੇ ਉੱਪਰ ਚੁੱਕ ਕੇ ਸਵਾਲੀਆ ਜਿਹਾ ਇਸ਼ਾਰਾ ਕੀਤਾ। ਅੱਗੋਂ ਜੂਨੀਅਰ ਡਾਕਟਰ ਨੇ ਸਿਰ ਨਾ ਵਿੱਚ ਹਿਲਾਉਂਦੇ ਹੋਏ ਨੇ ਚੁੱਪ-ਚਪੀਤੇ ਜਵਾਬ ਦਿੱਤਾ। ਕੋਲ ਖੜੀ ਸਟਾਫ ਨੇ ਕਿਹਾ, ਮੈਂ ਤਾਂ ਸਵੇਰੇ ਹੀ ਆਈ ਹਾਂ ਵਾਰਡ ਵਿੱਚ। ਇਹ ਦਵਾਈ ਤਾਂ ਮੇਰੇ ਤੋਂ ਪਹਿਲਾਂ ਸਿਸਟਰ ਜੈਸਮੀਨ ਨੇ ਦੇਣੀ ਸੀ। ਤੇ ਰਾਜੇਸ਼ ਨੇ ਕਿਹਾ, ਜੈਸਮੀਨ ਨੂੰ ਬੁਲਾਓ। ਡਾਕਟਰ ਸਾਹਿਬ ਹੋਰ ਅੱਗੇ ਮਰੀਜ਼ ਵੇਖਣ ਲੱਗ ਪਏ। ਅਗਲੇ ਬੈੱਡ ਤੇ ਇੱਕ ਮੁਸਲਿਮ ਔਰਤ ਸੀ, ਜਿਸਦੀ ਬੱਚੇਦਾਨੀ 'ਚ ਰਸੌਲੀ ਸੀ। ਕਿਸੇ ਹਕੀਮ ਦੀਆਂ ਦੇਸੀ ਦਵਾਈਆਂ ਖਾਣ ਕਰਕੇ ਪਰੇਸ਼ਾਨੀ ਬਣੀ ਸੀ। ਡਾਕਟਰ ਰਾਜੇਸ਼ ਨੇ ਉਹਨੂੰ ਪੁੱਛਿਆ, ਕੀ ਹਾਲ ਹੈ ਜਮੀਲਾ, ਕੋਈ ਦਰਦ ਤਾਂ ਨਹੀਂ ਹੋ ਰਹੀ? ਜਮੀਲਾ ਲੇਟੀ ਹੋਈ ਸੀ। 2 ਦਿਨ ਪਹਿਲਾਂ ਹੀ ਆਪਰੇਸ਼ਨ ਹੋਇਆ ਸੀ।
ਜਮੀਲਾ ਨੇ ਆਪਣੀ ਲਾਲ ਸੁਰਖ ਪਾਉਣ ਵਾਲੇ ਬੁੱਲਾਂ ਚੋਂ ਕੁਝ ਕੱਢਦੇ ਹੋਏ ਕਿਹਾ, ਜੀ ਡਾਕਟਰ ਜੀ, ਹੁਣ ਤਾਂ ਅੱਲਾਹ ਤਾਲਾ ਦੀ ਰਹਿਮਤ ਨਾਲ ਠੀਕ ਹਾਂ। ਅੱਜ ਤਾਂ ਖਾਣਾ ਵੀ ਸ਼ੁਰੂ ਕਰ ਦਿੱਤਾ ਹੈ। ਜੂਨੀਅਰ ਡਾਕਟਰ ਨੇ ਕਿਹਾ, ਤੁਹਾਡੇ ਪਹਿਲਾਂ ਹੀ 6 ਬੱਚੀਆਂ ਹਨ। ਰਸੌਲੀ ਕਰਕੇ ਇੱਕ ਅੰਡਾਸ਼ਯ ਕੱਢ ਦਿੱਤੀ ਹੈ, ਇੱਕ ਹਾਲੇ ਬਾਕੀ ਹੈ। ਹੋਰ ਬੱਚੇ ਘੱਟ ਪੈਦਾ ਕਰੋ, ਕੁਝ ਸਾਲ ਰੁਕ ਜਾਓ। ਕੋਲ ਬੈਠੀ ਜਮੀਲਾ ਦੀ ਭਾਬੀ ਫਾਤਿਮਾ ਨੇ ਕਿਹਾ, ਇਹ ਸਭ ਤਾਂ ਅੱਲਾ ਦੇ ਹੱਥ ਵੱਸ ਹੈ, ਸਾਡੇ ਤਾਂ ਵੱਸ ਹੈ ਨਹੀਂ। ਜਦੋਂ ਅੱਲਾ ਮੀਆਂ ਦੀ ਮਰਜ਼ੀ ਹੋਵੇ ਬੱਚੇ ਤਾਂ ਉਦੋਂ ਹੀ ਪੈਦਾ ਹੋਣੇ ਹਨ। ਅਸੀਂ ਕੀ ਕਰ ਸਕਦੇ ਹਾਂ? ਪੁੱਤਰਾਂ ਦੀ ਦਾਤ ਬਖਸ਼ਣ ਦੇ ਲਈ ਉਸ ਅੱਗੇ ਦੁਆ ਹੀ ਕਰ ਸਕਦੇ ਹਾਂ। ਡਾਕਟਰ ਰਾਜੇਸ਼ ਨੇ ਕਿਹਾ, ਠੀਕ ਹੈ, ਤੁਸੀਂ ਦਵਾਈ ਪੂਰੇ ਧਿਆਨ ਨਾਲ ਲੈਂਦੇ ਰਹੋ, ਬਾਕੀ ਰੱਬ ਰਾਖਾ। ਫਾਤਿਮਾ ਨੇ ਵੀ ਜਵਾਬ ਵਿੱਚ ਕਿਹਾ, ਰੱਬ ਰਾਖਾ ਜੀ, ਰੱਬ ਰਾਖਾ। ਬਾਹਰੋਂ ਸਿਸਟਰ ਜੈਸਮੀਨ ਵੀ ਆ ਗਈ। ਡਾਕਟਰ ਰਾਜੇਸ਼ ਨੇ ਉਹ ਤੋਂ ਗੁੱਸੇ 'ਚ ਪੁੱਛਿਆ, ਗੀਤਾ ਪੇਸ਼ੈਂਟ ਦੀ ਦਵਾਈ ਕਦੋਂ ਦਿੱਤੀ ਸੀ? ਜੈਸਮੀਨ ਨੇ ਕਿਹਾ, ਸਰ ਮੇਰੀ ਰਾਤੀ ਤਬੀਅਤ ਠੀਕ ਨਹੀਂ ਸੀ, ਮੈਂ ਸਿਸਟਰ ਲక్ష్ਮੀ ਨੂੰ ਕਿਹਾ ਸੀ ਕਿ ਸਵੇਰ ਦੀ ਮੈਡੀਸਨ ਵੇਖ ਜਾਣ। ਡਾਕਟਰ ਰਾਜੇਸ਼ ਨੇ ਹੋਰ ਗੁੱਸੇ 'ਚ ਕਿਹਾ, ਕੋਈ ਕੰਮ ਤਾਂ ਜ਼ਿੰਮੇਵਾਰੀ ਨਾਲ ਕਰ ਲਿਆ ਕਰੋ। ਡਾਕਟਰਾਂ ਦੀ ਟੀਮ ਵਾਰਡ 'ਚੋਂ ਬਾਹਰ ਆ ਰਹੀ ਸੀ। ਡਾਕਟਰ ਰਾਜੇਸ਼ ਸੋਚ ਰਿਹਾ ਸੀ, ਜੇ ਦਵਾਈ ਸਵੇਰ ਦੀ ਨਹੀਂ ਲਈ ਗੀਤਾ ਨੇ ਤਾਂ ਦੁਪਹਿਰ ਤੱਕ ਬਿਨਾਂ ਦਰਦ ਦੇ ਕਿਵੇਂ ਰਹਿ ਗਈ? ਇਸ ਲਈ ਬਿਨਾਂ ਦਵਾਈ ਤੋਂ ਤਾਂ ਰਹਿਣਾ ਬਹੁਤ ਔਖਾ ਸੀ। ਡਾਕਟਰ ਰਾਜੇਸ਼ ਦੇ ਦਿਮਾਗ 'ਚ ਕੋਈ ਗੱਲ ਘੁੰਮ ਰਹੀ ਸੀ। ਉਹਨੇ ਜੂਨੀਅਰ ਡਾਕਟਰ ਨੂੰ ਕਿਹਾ, ਗੀਤਾ ਦੇ ਕੁਝ ਟੈਸਟ ਕਰਾਓ ਤੇ ਛੇਤੀ ਤੋਂ ਛੇਤੀ ਮੈਨੂੰ ਰਿਪੋਰਟ ਦਿਖਾਓ। ਦੁਪਹਿਰ ਤੋਂ ਬਾਅਦ ਦੀਪਕ ਵੀ ਆ ਗਿਆ। ਉਹ ਦੁਪਹਿਰ ਦੀ ਰੋਟੀ ਲੈ ਕੇ ਆਇਆ ਸੀ। ਦੀਪਕ ਨੇ ਵੇਖਿਆ ਕਿ ਮਿੰਨੀ ਵੀ ਉੱਥੇ ਹੀ ਬੈਠੀ ਸੀ। ਉਹਨੇ ਕਿਹਾ, ਮਿੰਨੀ ਤੂੰ ਘਰ ਕਿਉਂ ਨਹੀਂ ਗਈ? ਗੀਤਾ ਨੇ ਕਿਹਾ, ਮੈਂ ਹੀ ਰੋਕ ਲਿਆ ਸੀ। ਮੇਰਾ ਹੀ ਜੀ ਕਰ ਰਿਹਾ ਸੀ ਕਿ ਆਖਰੀ ਵਾਰੀ ਜੀ ਭਰ ਕੇ ਗੱਲਾਂ ਸੁਣ ਲਵਾਂ ਇਹਦੀਆਂ, ਫਿਰ ਪਤਾ ਨਹੀਂ ਕਿਸ ਜਨਮ 'ਚ ਮੌਕਾ ਮਿਲੇ ਜਾਂ ਉਹ ਵੀ ਨਾ ਮਿਲੇ। ਮੈਂ ਰਵੀ ਨੂੰ ਘਰ ਭੇਜ ਦਿੱਤਾ ਤੇ ਇਹਨੂੰ ਰੱਖ ਲਿਆ ਆਪਣੇ ਕੋਲ, ਇਹਨੂੰ ਵੀ ਮਾਂ ਦਾ ਆਖਰੀ ਪਿਆਰ ਮਿਲ ਜਾਏ। ਗੀਤਾ ਨੇ ਮੁੜ ਪੁੱਛਿਆ, ਬਿੱਲ ਦਾ ਕੰਮ ਹੋ ਗਿਆ? ਦੀਪਕ ਨੇ ਮਾਯੂਸ ਜਿਹਾ ਮੂੰਹ ਬਣਾ ਕੇ ਕਿਹਾ, ਮਾਲਕ ਸਵੇਰੇ ਅਮਰੀਕਾ ਚਲਾ ਗਿਆ, ਉਸ ਤੋਂ ਬਿਨਾਂ ਹੋਰ ਕੋਈ ਇੰਨੇ ਜ਼ਿਆਦਾ ਪੈਸੇ ਨਹੀਂ ਦੇ ਸਕਦਾ। ਕਲਰਕ ਅੱਜ ਸ਼ਾਮ ਨੂੰ ਗੱਲ ਕਰੂ, ਕੱਲ ਸਵੇਰੇ ਪੈਸੇ ਮਿਲਣਗੇ। ਜੇ ਪਿਤਾ ਜੀ ਪੈਸੇ ਲੈ ਆਏ ਤਾਂ ਠੀਕ, ਨਹੀਂ ਤਾਂ ਇੱਕ ਅੱਧਾ ਦਿਨ ਹੋਰ ਰਹਿਣਾ ਪਊ ਇੱਥੇ। ਦੀਪਕ ਸੋਚ ਰਿਹਾ ਸੀ, ਜੇ ਅੱਜ ਪੈਸੇ ਮਿਲ ਜਾਂਦੇ ਤਾਂ ਘਰ ਜਾ ਕੇ ਸ਼ਾਂਤੀ ਨਾਲ ਗੀਤਾ ਆਪਣੇ ਆਖਰੀ ਸਾਹ ਲੈ ਲੈਂਦੀ। ਪਰ ਰੱਬ ਦੀ ਮਰਜ਼ੀ ਅੱਗੇ ਕਿਸ ਦੀ ਮਰਜ਼ੀ ਚੱਲਦੀ ਹੈ। ਉਹਨਾਂ ਨੂੰ ਅੱਜ ਦੀ ਰਾਤ ਹਸਪਤਾਲ 'ਚ ਹੀ ਰਹਿਣਾ ਪੈਣਾ ਸੀ। ਦੀਪਕ ਨੇ ਰਵੀ ਨੂੰ ਫੋਨ ਕੀਤਾ ਕਿ ਰਾਤ ਦੀ ਰੋਟੀ ਲੈ ਆਵੀਂ, ਮਾਤਾ ਜੀ ਤੇ ਮਿੰਨੀ ਨੂੰ ਘਰ ਲੈ ਜਾਈਂ। ਦੁਪਹਿਰ ਦਾ ਸੈਂਪਲ ਲੈਣ ਨੂੰ ਡਾਕਟਰ ਕਹਿ ਗਏ ਸਨ, ਪਰ ਲੈਬ ਵਾਲਾ ਵੀ ਸ਼ਾਮ ਨੂੰ ਹੀ ਆਇਆ। ਸ਼ਾਮ ਹੁੰਦੇ ਤੱਕ ਗੀਤਾ ਨੇ ਮਿੰਨੀ ਨਾਲ ਜੀ ਭਰ ਕੇ ਗੱਲਾਂ ਕਰ ਲਈਆਂ ਸਨ। ਰਵੀ ਆ ਕੇ ਸੁੱਤੀ ਪਈ ਮਿੰਨੀ ਨੂੰ ਚੁੱਕ ਕੇ ਆਰਾਮ ਨਾਲ ਬਾਹਰ ਲੈ ਗਿਆ। ਮਿੰਨੀ ਤੇ ਮਾਤਾ ਘਰ ਚਲੇ ਗਏ। ਦੀਪਕ ਨੇ ਰਾਤੀ ਵਾਰਡ ਦੇ ਬਾਹਰ ਹੀ ਸੌਣਾ ਸੀ। ਰਾਤ ਕਾਫੀ ਦੇਰ ਤੱਕ ਦੀਪਕ ਤੇ ਗੀਤਾ ਪੁਰਾਣੀਆਂ ਗੱਲਾਂ ਕਰਦੇ ਰਹੇ। ਕਦੇ ਖੁਸ਼ ਵੀ ਹੁੰਦੇ, ਕਦੀ ਦੋਵੇਂ ਰੋਣ ਲੱਗ ਪੈਂਦੇ। ਦੀਪਕ ਨੂੰ ਲੱਗਦਾ ਸੀ ਕਿ ਅੱਜ ਦੀ ਰਾਤ ਗੀਤਾ ਦੀ ਆਖਰੀ ਰਾਤ ਹੈ। ਗੀਤਾ ਰਾਤੀ ਸੌਣ ਲੱਗੀ ਕਹਿੰਦੀ, ਦੀਪੇ, ਅੱਜ ਮਿੰਨੀ ਨੂੰ ਮਿਲ ਕੇ ਮੈਂ ਬਹੁਤ ਹਲਕੀ ਹਲਕੀ ਮਹਿਸੂਸ ਕਰ ਰਹੀ ਹਾਂ। ਮੇਰੀ ਇੱਕ ਗੱਲ ਮੰਨੋਗੇ? ਜੇ ਸਵੇਰੇ ਮੈਂ ਨਾ ਉੱਠੀ ਫਿਰ ਤਾਂ ਕੋਈ ਚੱਕਰ ਨਹੀਂ। ਜੇ ਮੈਂ ਨਾ ਮਰੀ, ਤੁਸੀਂ ਇੱਕ ਵਾਰੀ ਮਿੰਨੀ ਨੂੰ ਜ਼ਰੂਰ ਮਿਲਾ ਦਿਓ। ਇਹ ਕਹਿੰਦੇ ਹੀ ਗੀਤਾ ਰੋਣ ਲੱਗ ਪਈ। ਦੀਪਕ ਨੇ ਕਿਹਾ, ਜੇ ਤੇਰੇ ਮਨ 'ਚ ਆ ਗਿਆ ਕਿ ਸਵੇਰੇ ਮਿੰਨੀ ਨੂੰ ਵੇਖਣਾ ਹੈ ਤਾਂ ਮੈਨੂੰ ਪੱਕਾ ਪਤਾ ਹੈ ਤੂੰ ਕੱਲ ਵੀ ਮਿੰਨੀ ਨੂੰ ਸਵੇਰੇ ਉੱਠ ਕੇ ਵੇਖੇਂਗੀ ਤੇ ਪਰਸੋਂ ਵੀ। ਮੈਨੂੰ ਪੱਕਾ ਯਕੀਨ ਹੈ ਤੂੰ ਹਰ ਰੋਜ਼ ਮਿੰਨੀ ਨੂੰ ਉੱਠ ਕੇ ਮਿਲਿਆ ਕਰੇਂਗੀ। ਉਸ ਰੱਬ ਤੇ ਭਰੋਸਾ ਰੱਖ, ਤੂੰ ਘਰ ਜ਼ਰੂਰ ਜਾਏਂਗੀ ਤੇ ਠੀਕ ਵੀ ਹੋ ਜਾਏਂਗੀ। ਦੀਪਕ ਨੇ ਗੀਤਾ ਦੇ ਮੱਥੇ ਤੇ ਪਿਆਰ ਕੀਤਾ ਤੇ ਵਾਰਡ ਤੋਂ ਬਾਹਰ ਆ ਕੇ ਥੜੇ ਤੇ ਬੈਠ ਗਿਆ। ਦੀਪਕ ਨੂੰ ਪਤਾ ਸੀ ਕਿ ਉਹ ਗੀਤਾ ਨੂੰ ਝੂਠਾ ਹੀ ਦਿਲਾਸਾ ਦੇ ਰਿਹਾ ਸੀ, ਪਰ ਮਨ 'ਚ ਰੱਬ ਅੱਗੇ ਦੁਆਵਾਂ ਵੀ ਕਰ ਰਿਹਾ ਸੀ ਕਿ ਗੀਤਾ ਨੂੰ ਕਿਸੇ ਤਰ੍ਹਾਂ ਬਚਾ ਲੈ। ਸਾਰੀ ਰਾਤ ਉਹ ਰੱਬ ਦੀਆਂ ਮਿੰਨਤਾਂ ਤਰਲੇ ਕਰਦਾ ਰਿਹਾ। ਸਵੇਰੇ 5 ਵਜੇ ਦਾ ਹੀ ਦੀਪਕ ਵਾਰਡ ਦੇ ਗੇਟ ਤੇ ਖੜਾ ਸੀ, ਪਰ ਦਰਵਾਜ਼ਾ 7 ਵਜੇ ਖੁੱਲ੍ਹਣਾ ਸੀ। ਦੀਪਕ ਦੀ ਜਾਨ ਤੇ ਬਣੀ ਹੋਈ ਸੀ। ਉਹ ਰਿਸੈਪਸ਼ਨ ਤੇ ਗਿਆ ਤੇ ਜੈਸਮੀਨ ਬੈਠੀ ਸੀ। ਉਹਨੂੰ ਕਿਹਾ, ਮੈਡਮ, ਗੀਤਾ ਕਿਸ ਤਰ੍ਹਾਂ ਹੈ? ਠੀਕ ਹੈ, ਕੋਈ ਗੱਲ ਤਾਂ ਨਹੀਂ ਹੋਈ? ਜੈਸਮੀਨ ਨੇ ਜਵਾਬ ਦਿੱਤਾ, ਭਾਈ ਸਾਹਿਬ, ਉਹ ਸੁੱਤੀ ਪਈ ਹੈ ਤੇ ਠੀਕ ਹੈ। ਤੁਸੀਂ ਇੰਤਜ਼ਾਰ ਕਰੋ, ਮਰੀਜ਼ ਦੇ ਕੱਪੜੇ ਵਗੈਰਾ ਬਦਲੀ ਹੁੰਦੇ ਨੇ, ਤੁਸੀਂ ਕਾਲੇ ਨਾ ਪਾਓ। ਗੀਤਾ ਪੇਸ਼ੈਂਟ ਠੀਕ ਹੈ। ਦੀਪਕ ਦੇ ਮਨ ਨੂੰ ਸ਼ਾਂਤੀ ਆਈ ਠੀਕ ਸ਼ਬਦ ਸੁਣ ਕੇ। ਉਹਨੇ ਰਵੀ ਨੂੰ ਫੋਨ ਕੀਤਾ ਕਿ ਮਿੰਨੀ ਨੂੰ ਵੀ ਨਾਲ ਹੀ ਲੈ ਆਵੇ।
ਥੋੜ੍ਹੀ ਦੇਰ ਬਾਅਦ ਰਾਊਂਡ 'ਤੇ ਆਏ ਡਾਕਟਰਾਂ ਨੇ ਮਰੀਜ਼ ਵੇਖੇ। ਡਾਕਟਰ ਰਾਜੇਸ਼ ਨੇ ਗੀਤਾ ਨੂੰ ਵੇਖਿਆ ਤਾਂ ਗੀਤਾ ਠੀਕ ਸੀ, ਕਮਜ਼ੋਰ ਜ਼ਿਆਦਾ ਸੀ। ਬਿਮਾਰੀ ਨੇ ਸਰੀਰ ਦੀ ਸਾਰੀ ਤਾਕਤ ਖਤਮ ਕਰ ਦਿੱਤੀ ਸੀ। ਦੀਪਕ ਨੂੰ ਡਰ ਸੀ ਕਿ ਕਿਤੇ ਰਾਤ ਨੂੰ ਗੀਤਾ ਨੂੰ ਕੁਝ ਹੋ ਨਾ ਜਾਏ। ਉਹ ਵਾਰੀ-ਵਾਰੀ ਖਿੜਕੀ ਵਿੱਚੋਂ ਦੀ ਗੀਤਾ ਨੂੰ ਸੁੱਤੀ ਪਈ ਨੂੰ ਵੇਖ ਕੇ ਮੁੜ ਜਾਂਦਾ ਸੀ। ਡਾਕਟਰ ਰਾਜੇਸ਼ ਨੇ ਕਿਹਾ, ਤੁਸੀਂ ਘਰ ਜਾਣ ਤੋਂ ਪਹਿਲਾਂ ਕੁਝ ਟੈਸਟ ਕਰਾ ਲਓ। ਮੈਂ ਤੁਹਾਨੂੰ ਘਰ ਭੇਜਣ ਤੋਂ ਪਹਿਲਾਂ ਇਹ ਟੈਸਟ ਕਰਾਉਣਾ ਚਾਹੁੰਦਾ। ਦੀਪਕ ਨੇ ਕਿਹਾ, ਡਾਕਟਰ ਜੀ, ਅੱਜ ਤਾਂ ਅਸੀਂ ਚਲੇ ਹੀ ਜਾਣਾ, ਫਿਰ ਇਹ ਟੈਸਟ ਕਰਾ ਕੇ ਕੀ ਕਰਨੇ ਨੇ। ਡਾਕਟਰ ਰਾਜੇਸ਼ ਨੇ ਕਿਹਾ, ਤੁਸੀਂ ਜ਼ਰਾ ਹੌਸਲਾ ਰੱਖੋ। ਗੀਤਾ ਦੀ ਹਾਲਤ ਪਰਸੋਂ ਨਾਲੋਂ ਬਹੁਤ ਠੀਕ ਹੈ। 2 ਦਿਨਾਂ ਦਾ ਦਰਦ ਵੀ ਬੰਦ ਹੈ। ਭਾਵੇਂ ਇਹਨੇ ਗਲਤੀ ਨਾਲ ਦਵਾਈ ਨਹੀਂ ਲਈ, ਕੱਲ ਸ਼ਾਮ ਵਾਲੀ ਰਿਪੋਰਟ ਵਿੱਚ ਮੈਨੂੰ ਕੁਝ ਇੰਪਰੂਵਮੈਂਟ ਲੱਗੀ ਹੈ। ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਹਫ਼ਤੇ ਤੋਂ ਕੋਈ ਵੀ ਦਵਾਈ ਇਹਦੇ ਦਰਦ ਨੂੰ ਰੋਕ ਨਹੀਂ ਰਹੀ ਸੀ। ਸਰੀਰ ਵਿੱਚ ਕੋਈ ਤਾਕਤ ਨਹੀਂ ਸੀ, ਕੋਈ ਇੰਪਰੂਵਮੈਂਟ ਵੀ ਨਹੀਂ ਹੋ ਰਹੀ ਸੀ। ਤੁਸੀਂ ਹੋਰ ਇਲਾਜ ਦਾ ਖਰਚਾ ਵੀ ਝੱਲ ਨਹੀਂ ਸਕਦੇ ਸੀ। ਇਸ ਲਈ ਵੱਡੇ ਡਾਕਟਰ ਜੀ ਨੇ ਕਿਹਾ ਸੀ ਕਿ ਜ਼ਿਆਦਾ ਬਚਣ ਦੀ ਉਮੀਦ ਨਜ਼ਰ ਨਹੀਂ ਆ ਰਹੀ, ਇਸ ਲਈ ਤੁਹਾਨੂੰ ਘਰ ਜਾਣ ਲਈ ਕਿਹਾ ਸੀ। ਮੈਨੂੰ ਲੱਗ ਰਿਹਾ ਕਿ ਗੀਤਾ ਦੇ ਸਰੀਰ 'ਚ ਤਾਕਤ ਬਹਾਲ ਹੋ ਰਹੀ ਹੈ। ਜੇ ਤੁਸੀਂ 1-2 ਦਿਨ ਹੋਰ ਰੁਕ ਸਕਦੇ ਹੋ ਤਾਂ ਗੀਤਾ ਲਈ ਠੀਕ ਰਹੇਗਾ। ਸਿਰਫ ਦਰਦ ਰੁਕਣ ਕਰਕੇ ਮੈਂ ਥੋੜ੍ਹਾ ਜਿਹਾ ਹੋਰ ਵੇਖਣਾ ਚਾਹੁੰਦਾ। ਅੱਜ ਦੇ ਟੈਸਟਾਂ ਦੀ ਰਿਪੋਰਟ ਕੱਲ ਸ਼ਾਮ ਤੱਕ ਆ ਜਾਏਗੀ। ਜੇ ਗੀਤਾ ਕੱਲ ਤੱਕ ਹੋਰ ਕੱਢ ਜਾਏ ਤਾਂ ਮੇਰੇ ਹਿਸਾਬ ਨਾਲ ਇਹਦੇ ਬਚਣ ਦੀ ਉਮੀਦ ਬਣ ਸਕਦੀ ਹੈ, ਕਿਉਂਕਿ ਘਰ ਜਾ ਕੇ ਤਾਂ ਹਾਲਾਤ ਹੋਰ ਵਿਗੜਨੇ ਹੀ ਹਨ। ਪਰ ਦੀਪਕ ਦਾ ਮਨ ਮੰਨਣ 'ਚ ਨਹੀਂ ਆ ਰਿਹਾ ਸੀ ਕਿ ਹੋਰ ਸਮਾਂ ਹਸਪਤਾਲ 'ਚ ਰੁਕਿਆ ਜਾਏ। ਉਹ ਚਾਹੁੰਦਾ ਸੀ ਕਿ ਗੀਤਾ ਦੇ ਜੋ ਬਾਕੀ ਦਿਨ ਬਚੇ ਹਨ ਉਹ ਆਪਣੇ ਘਰ 'ਚ ਹੀ ਬੀਤਣ। ਉਹਨੇ ਬੜੇ ਔਖੇ ਜਿਹੇ ਮਨ ਨਾਲ ਕਿਹਾ, ਡਾਕਟਰ ਜੀ, ਕੀ 1 ਦਿਨ ਤੇ ਕੀ 2 ਦਿਨ? ਅਸੀਂ ਅੱਜ ਬਿੱਲ ਭਰਾ ਕੇ ਘਰ ਚਲੇ ਹੀ ਜਾਣਾ। ਡਾਕਟਰ ਦੂਸਰੇ ਵਾਰਡ ਵੱਲ ਚਲੇ ਗਏ। ਥੋੜ੍ਹੀ ਦੇਰ 'ਚ ਰਵੀ ਮਿੰਨੀ ਤੇ ਨਾਨੀ ਨੂੰ ਲੈ ਕੇ ਆ ਗਿਆ। ਦੀਪਕ ਨੇ ਨਾਸ਼ਤਾ ਕੀਤਾ ਤੇ ਰਵੀ ਨੂੰ ਕਿਹਾ, ਮੈਨੂੰ ਪੈਸੇ ਅੱਜ ਮਿਲ ਜਾਣਗੇ, ਮੈਂ ਘਰੋਂ ਹੋ ਕੇ ਦਫ਼ਤਰ ਚਲਾ ਜਾਊਂਗਾ। ਰਵੀ ਨੇ ਕਿਹਾ ਕਿ ਰਸਤੇ 'ਚ ਪਾਪਾ ਦਾ ਵੀ ਫੋਨ ਆਇਆ ਸੀ ਕਿ ਰਜਿਸਟਰੀ ਰੱਖਣ ਲਈ ਮੇਰੇ ਸਾਈਨ ਕਰਨੇ ਪੈਣੇ ਹਨ, ਮੈਨੂੰ ਵੀ ਜ਼ਰੂਰੀ ਜਾਣਾ ਪੈਣਾ। ਦੀਪਕ ਨੇ ਕਿਹਾ, ਤੂੰ ਘੰਟਾ ਕੁ ਰੁਕ ਕੇ ਚਲਾ ਜਾਵੀਂ। ਇੱਕ ਵਾਰੀ ਡਾਕਟਰ ਨੇ ਕਿਹਾ ਕਿ ਮੈਂ ਦੁਬਾਰਾ ਵੇਖਣਾ, ਮੈਨੂੰ ਛੇਤੀ ਜਾਣਾ ਪੈਣਾ, ਤੂੰ ਰੁਕ ਕੇ ਚਲਾ ਜਾਈਂ। ਜੇ ਕੋਈ ਗੱਲ ਹੋਈ ਤਾਂ ਮੈਨੂੰ ਫੋਨ 'ਤੇ ਦੱਸ ਦੇ। ਦੀਪਕ ਨੇ ਫਿਰ ਮਿੰਨੀ ਨੂੰ ਕਿਹਾ ਕਿ ਬੇਟਾ ਤੂੰ ਇੱਥੇ ਆਰਾਮ ਨਾਲ ਹੀ ਰਹੀਂ, ਕੋਈ ਸ਼ਰਾਰਤਾਂ ਨਹੀਂ ਕਰਨੀਆਂ, ਮੰਮੀ ਨੂੰ ਤੰਗ ਨਹੀਂ ਕਰਨਾ, ਮੈਂ ਛੇਤੀ ਆ ਜਾਣਾ, ਫਿਰ ਇਕੱਠੇ ਘਰ ਚੱਲਾਂਗੇ। ਇਹ ਕਹਿੰਦੇ ਹੋਏ ਦੀਪਕ ਦੀ ਆਵਾਜ਼ ਭਾਰੀ ਭਾਰੀ ਹੋਣ ਲੱਗੀ। ਹੋਰ ਕੋਈ ਗੱਲ ਉਹਦੇ ਮੂੰਹੋਂ ਨਾ ਨਿਕਲੀ ਤੇ ਅੱਖਾਂ 'ਚ ਪਾਣੀ ਆ ਗਿਆ। ਮਸਾਂ ਹੀ ਸਾਈਡ 'ਤੇ ਹੋ ਕੇ ਉਹਨੇ ਅੱਖਾਂ ਪੂੰਝੀਆਂ। ਉਹਨੇ ਭਰੀਆਂ ਅੱਖਾਂ ਨਾਲ ਹੀ ਰਵੀ ਨੂੰ ਇਸ਼ਾਰਾ ਕੀਤਾ ਕਿ ਤੂੰ ਵੇਖ ਲਵੀਂ, ਮੈਂ ਚੱਲਿਆ। ਦੀਪਕ ਸਾਰਾ ਰਸਤਾ ਹੀ ਅੱਖਾਂ ਨਮੀ ਭਰੀਆਂ ਲਈ ਗਿਆ। ਕਦੀ ਕੀ ਸੋਚਦਾ, ਕਦੀ ਕੀ, ਫਿਰ ਮਨ ਨੂੰ ਸਮਝਾਉਂਦਾ, ਰੱਬਾ ਜੋ ਤੇਰੀ ਮਰਜ਼ੀ। ਮਿੰਨੀ ਥੋੜ੍ਹੀ ਦੇਰ ਤੱਕ ਚੁੱਪ ਕਰਕੇ ਆਸੇ-ਪਾਸੇ ਵੇਖਦੀ ਰਹੀ, ਫਿਰ ਹੌਲੀ-ਹੌਲੀ ਗੀਤਾ ਦੇ ਬੈੱਡ ਕੋਲ ਜਾ ਕੇ ਝੱਟ ਛੜੱਪਾ ਮਾਰਿਆ ਤੇ ਗੀਤਾ ਦੇ ਉੱਪਰ ਚੜ੍ਹ ਗਈ। ਮਾਂ ਨੇ ਕਿਹਾ, ਮਿੰਨੀ ਤੈਨੂੰ ਪਾਪਾ ਕਹਿ ਗਏ ਨੇ ਕਿ ਤੰਗ ਨਹੀਂ ਕਰਨਾ ਮੰਮੀ ਨੂੰ। ਗੀਤਾ ਨੇ ਘੁੱਟ ਕੇ ਜੱਫੀ ਪਾ ਲਈ ਮਿੰਨੀ ਨੂੰ। ਮਾਂ ਨੇ ਗੀਤਾ ਦਾ ਹਾਲ ਚਾਲ ਪੁੱਛਿਆ, ਕਹਿੰਦੀ ਅੱਜ ਮਾਸਾ ਕੁ ਰੌਣਕ ਆਈ ਲੱਗਦੀ ਹੈ ਚਿਹਰੇ 'ਤੇ। ਗੀਤਾ ਨੇ ਗੱਲ ਕੱਟਦੇ ਕਿਹਾ, ਕਾਹਦੀ ਰੌਣਕ ਮਾਤਾ? ਡਾਕਟਰ ਇੱਕ ਡਰਾਈ ਜਾਂਦੇ ਆ ਕਿ ਤੂੰ ਬਚਣਾ ਨਹੀਂ, ਹੁਣ ਕਹੀ ਜਾਂਦੇ ਆ ਤੂੰ ਬਚ ਸਕਦੀ ਹੈ। ਮੇਰੀ ਤਾਂ ਜਾਨ ਸੱਚੀ ਸੂਲੀ ਦੀ ਨੋਕ 'ਤੇ ਟੰਗੀ ਪਈ ਹੈ, ਕਦੀ ਇੱਧਰ ਨੂੰ ਹੋ ਜਾਂਦੀ ਹੈ, ਕਦੀ ਉੱਧਰ ਨੂੰ। ਮਾਂ ਨੇ ਕਿਹਾ, ਜੇ ਡਾਕਟਰ ਕਹਿੰਦੇ ਆ ਕਿ ਤੂੰ ਬਚ ਸਕਦੀ ਹੈ ਤਾਂ ਸਾਨੂੰ ਕੀ ਡਰ, ਆਪੇ ਬਚਾਉਣਗੇ ਤੈਨੂੰ। ਆਹ ਫੜ ਪ੍ਰਸ਼ਾਦ, ਰਸਤੇ 'ਚੋਂ ਮੰਦਰ ਹੋ ਕੇ ਆਈਆਂ, ਤੇਰੀ ਉਮਰ ਨੂੰ ਲੰਮੀ ਕਰਨ ਦੀ ਸੁੱਖਣਾ ਸੁੱਖੀ ਹੈ। ਮੈਂ ਪਰਮਾਤਮਾ ਨੂੰ ਕਿਹਾ, ਰੱਬਾ ਮੇਰੇ 2-4 ਸਾਹ ਘੱਟ ਕਰ ਦੇ, ਮੇਰੀ ਧੀ ਨੂੰ ਠੀਕ ਕਰ ਦੇ। ਗੀਤਾ ਨੇ ਮਿੰਨੀ ਨੂੰ ਪੁੱਛਿਆ, ਮੇਰੀ ਪਰੀ ਨੇ ਸਵੇਰੇ ਦਾ ਕੀ ਖਾਧਾ? ਮਿੰਨੀ ਨੇ ਕਿਹਾ, ਅੱਜ ਤਾਂ ਮੈਂ ਬ੍ਰੈਡ ਬਟਰ ਖਾਧੇ ਸੀ, ਮਾਮੂ ਨੇ ਬਣਾਏ ਸੀ। ਮਾਮੂ ਵਾਲੇ ਸੜ ਗਏ, ਮੇਰੇ ਵਾਲੇ ਨਹੀਂ ਸੜੇ। ਮੈਂ ਤਾਂ ਮਾਮੂ ਨੂੰ ਕਿਹਾ ਸੀ ਕਿ ਮੈਂ ਤਾਂ ਹੁਣ ਪਰਾਂਠੀ ਵੀ ਖਾ ਲੈਂਦੀ ਹਾਂ, ਪਰ ਮਾਮੂ ਨੂੰ ਬਣਾਉਣੀ ਨਹੀਂ ਆਉਂਦੀ। ਪਾਪਾ ਵੀ ਮੈਨੂੰ ਸਕੂਲ ਪਰਾਂਠੀ ਪਾ ਦਿੰਦੇ ਹਨ। ਮੈਂ ਜ਼ਿੱਦ ਨਹੀਂ ਕਰਦੀ ਹੁਣ ਤਾਂ। ਮੰਮੀ ਮੈਂ ਸਵੇਰੇ ਵੀ ਆਪ ਹੀ ਉੱਠ ਜਾਂਦੀ ਹਾਂ, ਮੈਂ ਤਿਆਰ ਵੀ ਆਪੇ ਹੋ ਜਾਂਦੀ ਹਾਂ। ਪਾਪਾ ਗੁੱਤਾਂ ਕਰ ਦਿੰਦੇ ਹਨ। ਸਕੂਲੋਂ ਆ ਕੇ ਮੈਂ ਗਲੀ 'ਚ ਖੇਡਦੀ ਵੀ ਨਹੀਂ। ਦਾਦਾ ਜੀ ਕਈ ਵਾਰੀ ਇਕੱਲੇ ਹੋ ਜਾਂਦੇ ਹਨ, ਕਈ ਵਾਰੀ ਉਹ ਵੀ ਇਕੱਲੇ ਰੋਂਦੇ ਹੁੰਦੇ ਹਨ। ਮੈਂ ਕਈ ਵਾਰੀ ਵੇਖਿਆ, ਮੈਂ ਪਾਪਾ ਦੇ ਆਉਣ ਤੱਕ ਦਾਦਾ ਜੀ ਦੇ ਕੋਲ ਹੀ ਪੜ੍ਹਾਈ ਕਰਦੀ ਰਹਿੰਦੀ ਹਾਂ। ਮਿੰਨੀ ਨੇ ਢਿੱਲਾ ਜਿਹਾ ਮੂੰਹ ਬਣਾਉਂਦੇ ਹੋਏ ਕਿਹਾ, ਮੇਰੇ ਨਾਲ ਗੱਲਾਂ ਕਰਨ ਨੂੰ ਕੋਈ ਨਹੀਂ ਹੁੰਦਾ, ਮੇਰਾ ਗਲੀ 'ਚ ਖੇਡਣ ਨੂੰ ਵੀ ਜੀਅ ਨਹੀਂ ਕਰਦਾ।
ਬਸ ਮੈਂ ਤੁਹਾਨੂੰ ਹੀ ਉਡੀਕਦੀ ਰਹਿੰਦੀ ਹਾਂ। ਮੈਨੂੰ ਰੋਜ਼ ਪਾਪਾ ਕਹਿ ਕੇ ਜਾਂਦੇ ਹਨ ਕਿ ਅੱਜ ਤੇਰੀ ਮੰਮੀ ਨੂੰ ਘਰ ਲੈ ਕੇ ਜਾਣਾ ਹੈ, ਪਰ ਉਹ ਤੁਹਾਨੂੰ ਘਰ ਲੈ ਕੇ ਨਹੀਂ ਆਉਂਦੇ। ਜੇ ਤੁਸੀਂ ਨਹੀਂ ਆਉਂਦੇ ਮੈਂ ਪਾਪਾ ਨਾਲ ਲੜਦੀ ਨਹੀਂ, ਪਰ ਕਈ ਵਾਰੀ ਝੂਠੀ ਮੁੱਠੀ ਨਾਰਾਜ਼ ਹੋ ਜਾਂਦੀ ਹਾਂ, ਫਿਰ ਮੰਨ ਵੀ ਜਾਂਦੀ ਹਾਂ। ਮੈਨੂੰ ਹੌਲੀ ਹੌਲੀ ਪਤਾ ਲੱਗ ਗਿਆ ਸੀ ਕਿ ਤੁਸੀਂ ਬਿਮਾਰ ਹੋ। ਗੀਤਾ ਨੇ ਹੈਰਾਨੀ ਜਿਹੀ ਨਾਲ ਪੁੱਛਿਆ, ਤੈਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਬਿਮਾਰ ਹਾਂ? ਮਿੰਨੀ ਨੇ ਜਵਾਬ ਦਿੱਤਾ, ਪਾਪਾ ਫੋਨ ਤੇ ਕਈ ਵਾਰੀ ਗੱਲਾਂ ਕਰਦੇ ਹੁੰਦੇ ਹਨ ਕਿ ਗੀਤਾ ਬਹੁਤ ਬਿਮਾਰ ਹੈ, ਪਤਾ ਨਹੀਂ ਕੀ ਬਣੂ। ਇੱਕ ਵਾਰੀ ਉਹ ਕਿਸੇ ਨੂੰ ਕਹਿ ਰਹੇ ਸੀ ਕਿ ਉਹ ਤੁਹਾਨੂੰ ਕੈਂਸਰ ਹੈ। ਮੰਮੀ, ਇਹ ਕੈਂਸਰ ਕੀ ਹੁੰਦਾ ਹੈ? ਕੀ ਇਹ ਬਹੁਤ ਵੱਡੀ ਬਿਮਾਰੀ ਹੈ? ਮਿੰਨੀ ਗੱਲਾਂ ਕਰਦੀ ਕਰਦੀ ਹੌਲੀ ਹੌਲੀ ਗੀਤਾ ਦੇ ਨਾਲ ਹੀ ਲੇਟ ਗਈ ਤੇ ਕਹਿੰਦੀ, ਮੰਮੀ ਤੁਸੀਂ ਅੱਜ ਸੱਚੀ ਘਰ ਜਾਓਗੇ ਨਾ? ਫਿਰ ਕਹਿੰਦੀ, ਮੰਮੀ ਮੇਰਾ ਘਰ 'ਚ ਇਕੱਲੀ ਦਾ ਜੀ ਨਹੀਂ ਲੱਗਦਾ, ਕਈ ਵਾਰੀ ਡਰ ਵੀ ਬਹੁਤ ਲੱਗਦਾ, ਪਰ ਮੈਂ ਪਾਪਾ ਨੂੰ ਨਹੀਂ ਕਹਿੰਦੀ। ਜੇ ਪਾਪਾ ਪੁੱਛਣ ਤਾਂ ਮੈਂ ਇਹੀ ਕਹਿੰਦੀ ਹਾਂ ਕਿ ਮੰਮੀ ਦਾ ਸ਼ੇਰ ਪੁੱਤਾਂ ਡਰਦਾ ਨਹੀਂ। ਮੈਂ ਪਾਪਾ ਨੂੰ ਕਿਸੇ ਵੀ ਚੀਜ਼ ਲਈ ਤੰਗ ਨਹੀਂ ਕਰਦੀ। ਗੀਤਾ ਦੀਆਂ ਅੱਖਾਂ 'ਚੋਂ ਪਾਣੀ ਵਗ ਰਿਹਾ ਸੀ। ਉਹ ਸੋਚ ਰਹੀ ਸੀ ਕਿ ਮੇਰੀ ਧੀ ਹੁਣ ਵੱਡੀ ਹੋ ਗਈ ਹੈ ਤੇ ਸਮਝਦਾਰ ਵੀ। ਮੇਰੇ ਕਾਰਨ ਇਹਦਾ ਬਚਪਨ ਇੱਥੇ ਹੀ ਖਤਮ ਹੋ ਜਾਣਾ ਹੈ। ਹੋਰ 2 ਕੁ ਸਾਲਾਂ ਨੂੰ ਘਰ ਦਾ ਕੰਮਕਾਜ ਕਰਨ ਲੱਗ ਜਾਣਾ ਹੈ, ਰੋਟੀ ਪਾਣੀ ਬਣਾਉਣ ਦਾ ਧਿਆਨ ਹੋ ਜਾਣਾ। ਗੀਤਾ ਨੂੰ ਨਿੱਕੀ ਜਿਹੀ ਮਿੰਨੀ ਹੁਣ ਸਮਝਦਾਰ ਜਵਾਨ ਕੁੜੀ ਵਾਂਗ ਲੱਗ ਰਹੀ ਸੀ। ਗੀਤਾ ਨੇ ਰੱਬ ਨੂੰ ਦੁਆ ਕੀਤੀ ਕਿ ਮੈਂ ਜੋ ਵੀ ਕਰਮ ਕੀਤੇ ਹਨ ਉਹਦੀ ਸਜ਼ਾ ਮੈਨੂੰ ਹੀ ਦੇਵੇ, ਇਸ ਨਿੱਕੀ ਜਿਹੀ ਜਿੰਦ ਨੂੰ ਨਾ ਮਿਲੇ। ਹਾਲੇ ਤਾਂ ਇਹਦੇ ਹੱਸਣ ਖੇਡਣ ਦੇ ਦਿਨ ਹਨ, ਸ਼ਰਾਰਤਾਂ ਕਰਨ ਦੇ, ਬੱਚਿਆਂ ਨਾਲ ਮਸਤੀ ਕਰਨ ਦੇ। ਗੀਤਾ ਸੋਚ ਰਹੀ ਸੀ, ਮੇਰੇ ਕਾਰਨ ਇਹਦਾ ਕੀ ਬਣੇਗਾ? ਜੇ ਮੈਂ ਘਰ ਹੁੰਦੀ ਤਾਂ ਇਹਦੇ ਸਾਰੇ ਚਾਅ ਪੂਰੇ ਕਰਨੇ ਸੀ। ਗੀਤਾ ਦਾ ਮਨ ਟਿਕ ਨਹੀਂ ਰਿਹਾ ਸੀ। ਮਨ ਦਾ ਵੇਗ ਅੱਖਾਂ ਵਿੱਚੋਂ ਛਲਕ ਰਿਹਾ ਸੀ। ਗੀਤਾ ਨੇ ਮੂੰਹ ਦੂਸਰੇ ਪਾਸੇ ਕਰ ਲਿਆ ਤੇ ਰੋਈ ਜਾ ਰਹੀ ਸੀ। ਨਾਨੀ ਨੇ ਕਿਹਾ, ਮਿੰਨੀ ਚੁੱਪ ਕਰਕੇ ਸੌਂ ਜਾ, ਮੰਮੀ ਨੂੰ ਤੰਗ ਨਾ ਕਰ। ਮੰਮੀ ਦੇ ਦਰਦ ਹੋ ਰਿਹਾ, ਤੂੰ ਉੱਠ, ਅੱਬਾ ਬਾਹਰ ਚੱਲਦੇ ਆ। ਮੰਮੀ ਨੂੰ ਥੋੜੀ ਦੇਰ ਆਰਾਮ ਕਰਨ ਦੇ, ਵੇਖ ਮੰਮੀ ਦਰਦ ਹੋਣ ਕਰਕੇ ਰੋ ਰਹੀ ਹੈ। ਮਿੰਨੀ ਨੂੰ ਕੀ ਪਤਾ ਕਿ ਕਿਹੜਾ ਦਰਦ ਸੀ। ਗੀਤਾ ਨੂੰ ਇਹ ਸਰੀਰਕ ਦਰਦ ਨਹੀਂ, ਮਾਨਸਿਕ ਦਰਦ ਸੀ ਜੋ ਗੀਤਾ ਨੂੰ ਹੋ ਰਿਹਾ ਸੀ। ਇਹ ਦਰਦ ਹਰ ਮਾਂ ਦਾ ਆਪਣੀ ਧੀ ਪ੍ਰਤੀ ਹੁੰਦਾ ਹੈ। ਇਹ ਉਹ ਦਰਦ ਸੀ ਜੋ ਉਹਦੀ ਜ਼ਿੰਦਗੀ 'ਚ ਆਉਣ ਵਾਲੀਆਂ ਮੁਸੀਬਤਾਂ ਦਾ ਦਰਦ ਸੀ, ਬਿਨਾਂ ਮਾਂ ਤੋਂ ਸਮਾਜ ਵਿੱਚ ਰਹਿਣ ਦਾ ਦਰਦ ਸੀ। ਗੀਤਾ ਸੋਚ ਰਹੀ ਸੀ ਕਿ ਉਹ ਇੱਕ ਧੀ ਦੀ ਮਾਂ ਹੈ, ਫਿਰ ਵੀ ਔਖੇ ਸਮੇਂ ਹਮੇਸ਼ਾ ਉਹਦੀ ਮਾਂ ਨੇ ਹੀ ਸਾਥ ਦਿੱਤਾ ਸੀ। ਮਾਵਾਂ ਦੀ ਜ਼ਰੂਰਤ ਕਿੱਥੇ ਨਹੀਂ ਹੁੰਦੀ, ਮਾਵਾਂ ਤਾਂ ਹਮੇਸ਼ਾ ਹੀ ਬੱਚਿਆਂ ਕੋਲ ਰਹਿਣੀਆਂ ਚਾਹੀਦੀਆਂ ਨੇ। ਮਿੰਨੀ ਨੇ ਜ਼ਿੱਦ ਕਰਨੀ ਸ਼ੁਰੂ ਕਰਤੀ, ਕਹਿੰਦੀ ਮੈਂ ਨਹੀਂ ਜਾਣਾ ਬਾਹਰ, ਮੈਂ ਮੰਮੀ ਕੋਲ ਹੀ ਰਹਿਣਾ। ਮਸਾਂ ਹੀ ਤਾਂ ਪਾਪਾ ਨੇ ਮਿਲਣ ਦਿੱਤਾ ਹੈ। ਮੈਨੂੰ ਪਤਾ ਮੰਮੀ ਨੇ ਘਰ ਨਹੀਂ ਜਾਣਾ, ਹਾਲੇ ਹੋਰ ਦਿਨ ਰਹਿਣਾ ਇੱਥੇ। ਮੈਨੂੰ ਪਤਾ ਤੁਸੀਂ ਸਾਰੇ ਝੂਠ ਕਹਿੰਦੇ ਹੋ ਕਿ ਮੰਮੀ ਨੇ ਘਰ ਆ ਜਾਣਾ, ਪਰ ਮੰਮੀ ਨੂੰ ਘਰ ਲੈ ਕੇ ਨਹੀਂ ਜਾਂਦੇ। ਮੈਂ ਅੱਜ ਮੰਮੀ ਨੂੰ ਘਰ ਲੈ ਕੇ ਹੀ ਜਾਣਾ। ਗੀਤਾ ਨੇ ਕਿਹਾ, ਮਾਂ ਰਹਿਣ ਦੇ ਮੇਰੇ ਕੋਲ ਹੀ, ਚੰਗਾ ਲੱਗਦਾ ਹੈ ਇਹਦੀਆਂ ਗੱਲਾਂ ਸੁਣ ਕੇ। ਮਨ ਹਲਕਾ ਜਿਹਾ ਹੋ ਗਿਆ, ਲੱਗਦਾ ਬਸ ਆਖਰੀ ਵਾਰ ਵੇਖਣ ਨੂੰ ਮਨ ਕਰਦਾ ਸੀ, ਜੀ ਭਰ ਕੇ ਵੇਖ ਲਵਾਂ। ਜੇ ਕਿਤੇ ਚਲੀ ਗਈ ਕੌਣ ਵੇਖੂ ਇਸ ਨਿਮਾਣੀ ਜੀ ਜਾਨ ਨੂੰ? ਮੈਂ ਤਾਂ ਰੱਬ ਨੂੰ ਵੀ ਕਹਿੰਦੀ ਹਾਂ ਕਿ ਥੋੜਾ ਜਿਹਾ ਸਮਾਂ ਹੋਰ ਦੇ ਦਿੰਦਾ, ਇਹ ਆਪਣਾ ਆਪ ਸੰਭਾਲਣ ਜੋਗੀ ਹੋ ਜਾਂਦੀ, ਫਿਰ ਭਾਵੇਂ ਰੱਬ ਨੂੰ ਹੱਸ ਕੇ ਜਾਨ ਦੇ ਦਿੰਦੀ। ਗੀਤਾ ਨੇ ਮਿੰਨੀ ਨੂੰ ਹੋਰ ਉੱਪਰ ਕਰਕੇ ਗੋਦੀ 'ਚ ਲੈ ਲਿਆ ਤੇ ਉਹਦਾ ਸਿਰ ਪਲੋਸਣ ਲੱਗੀ। ਮਿੰਨੀ ਦੇ ਹੱਥ ਬਦੋ ਬਦੀ ਗੀਤਾ ਦੀਆਂ ਗੱਲਾਂ ਉੱਤੇ ਫਿਰਨ ਲੱਗੇ। ਗੀਤਾ ਉਹਦੇ ਹੱਥਾਂ ਨੂੰ ਚੁੰਮ ਰਹੀ ਸੀ। ਮਿੰਨੀ ਦੇ ਹੱਥਾਂ ਦੀ ਛੋਹ ਗੀਤਾ ਦਾ ਸਰੀਰ 'ਚ ਅਜੀਬ ਜਿਹੀਆਂ ਤਰੰਗਾਂ ਪੈਦਾ ਕਰ ਰਹੀ ਸੀ। ਗੀਤਾ ਸੋਚ ਰਹੀ ਸੀ ਕਿ ਉਹ ਮਿੰਨੀ ਨੂੰ ਲੈ ਕੇ ਕਿਤੇ ਦੂਰ ਜੰਗਲਾਂ ਪਹਾੜਾਂ 'ਚ ਜਾ ਕੇ ਲੁਕ ਜਾਏ, ਜਿੱਥੇ ਮੌਤ ਵੀ ਉਹਨੂੰ ਲੱਭ ਨਾ ਸਕੇ। ਪਰ ਮੌਤ ਤੋਂ ਕੌਣ ਭੱਜ ਸਕਿਆ? ਗੀਤਾ ਨੇ ਮਿੰਨੀ ਨੂੰ ਕਿਹਾ, ਤੂੰ ਸੌਂ ਜਾ, ਮੈਂ ਤੈਨੂੰ ਲੋਰੀ ਸੁਣਾ ਦਿੰਦੀ ਹਾਂ। ਮਿੰਨੀ ਲੋਰੀਆਂ ਸੁਣਦੀ ਸੁਣਦੀ ਸੌਂ ਗਈ। ਸੁੱਤੀ ਪਈ ਮਿੰਨੀ ਦਾ ਹੱਥ ਗੀਤਾ ਦੇ ਮੁਖੜੇ 'ਚੋਂ ਕੁਝ ਲੱਭ ਰਿਹਾ ਸੀ। ਕਦੀ ਹੱਥ ਨੱਕ 'ਚ ਵੱਜਦਾ, ਕਦੀ ਹੱਥ ਕੰਨ 'ਚ। ਅੱਗੇ ਵੀ ਜਦੋਂ ਮਿੰਨੀ ਗੋਦੀ 'ਚ ਹੁੰਦੀ ਸੀ ਤਾਂ ਉਹਦੀਆਂ ਉਂਗਲਾਂ ਗੀਤਾ ਦੇ ਬੁੱਲ੍ਹਾਂ ਉੱਤੇ ਆਪਣੇ ਆਪ ਆ ਜਾਂਦੀਆਂ ਸਨ। ਕਈ ਵਾਰੀ ਗੀਤਾ ਸ਼ਰਾਰਤ ਨਾਲ ਉਹਦੀਆਂ ਉਂਗਲਾਂ 'ਤੇ ਹਲਕੀ ਜਿਹੀ ਦੰਦੀ ਵੀ ਵੱਢ ਦਿੰਦੀ ਸੀ, ਪਰ ਅੱਜ ਉਹ ਮਿੰਨੀ ਦੀਆਂ ਉਂਗਲਾਂ ਨੂੰ ਮਿੰਨਾ ਮਿੰਨਾ ਚੂਸ ਰਹੀ ਸੀ। ਗੀਤਾ ਮਨ 'ਚ ਸੋਚ ਰਹੀ ਸੀ ਕਿ ਜੇ ਰੱਬ ਹੰਝੂਆਂ ਦੇ ਪ੍ਰਾਸ਼ਚਿਤ ਨਾਲ ਕਿਸੇ ਦੇ ਪਾਪ ਧੋ ਸਕਦਾ ਹੈ ਤਾਂ ਕੀ ਉਹ ਉਹਦੀ ਬਿਮਾਰੀ ਨੂੰ ਨਹੀਂ ਧੋ ਸਕਦਾ? ਗੀਤਾ ਨੂੰ ਰੋਂਦੀ ਵੇਖ ਕੇ ਉਹਦੀ ਮਾਂ ਵੀ ਰੋ ਪਈ। ਸਾਹਮਣੇ ਵਾਲੇ ਬੈੱਡ ਤੋਂ ਫਾਤਿਮਾ ਉੱਠ ਕੇ ਆਈ ਤੇ ਕਹਿਣ ਲੱਗੀ, ਰੋਵੋ ਨਾ ਬਾਜੀ, ਅੱਲਾ ਬਹੁਤ ਰਹਿਮਤਾਂ ਵਾਲਾ ਹੈ, ਉਹਦੀ ਰਹਿਮਤ ਹੁੰਦਿਆਂ ਪਤਾ ਨਹੀਂ ਜੇ ਚੱਲਸੀ।
ਉਹ ਕਰਾਮਾਤਾਂ ਕਰਨ ਵਾਲਾ ਹੈ, ਉਹਦੀਆਂ ਬਖਸ਼ਿਸ਼ਾਂ ਦਾ ਕੋਈ ਅੰਦਾਜ਼ਾ ਨਾ ਲਾਸੀ। ਤੁਸੀਂ ਅੱਲਾ ਤੇ ਭਰੋਸਾ ਰੱਖੋ, ਉਹ ਆਪੇ ਕਰਮ ਕਰਸੀ। ਤੁਸੀਂ ਫਿਕਰ ਨਾ ਕਰੋ, ਮੈਂ ਜਮੀਲਾ ਲਈ ਦੇਗ ਸੁੱਖ ਆਈ ਹੈ, ਸ਼ਾਹ ਇਨਾਇਤ ਦੇ ਦਰਬਾਰ ਮੈਂ ਤੁਸਾਂ ਲਈ ਵੀ ਦੇਗ ਸੁੱਖ ਸਾਂ। ਅੱਲਾ ਵੇਖਣ ਵਾਲਾ, ਹਜ਼ਾਰਾਂ ਅੱਖਾਂ ਨਾਲ ਵੇਖਣ ਵਾਲਾ ਹੀ, ਉਹਦੀ ਰਹਿਮਤ ਤੋਂ ਦੂਰ ਕੋਈ ਨਾ ਰਹਿਸੀ। ਤੁਸੀਂ ਉਸ ਤੇ ਭਰੋਸਾ ਰੱਖੋ, ਅੱਲਾ ਮਿਹਰ ਕਰੇਗਾ। ਫਾਤਮਾ ਗੀਤਾ ਨੂੰ ਕਹਿੰਦੀ, ਬਾਜੀ ਤੁਸੀਂ ਬਿਲਕੁਲ ਦਰੁਸਤ ਤੰਦਰੁਸਤ ਹੋ ਜਾਣਾ ਹੈ। ਗੀਤਾ ਦੀ ਮਾਂ ਕੱਟੜ ਪਾਠ ਪੂਜਾ ਕਰਨ ਵਾਲੀ ਸੀ। ਉਹਨੂੰ ਇਹਨਾਂ ਧਾਗੇ ਤਵੀਤਾਂ ਵਾਲਿਆਂ ਤੋਂ ਬਹੁਤ ਨਫ਼ਰਤ ਸੀ, ਪਰ ਇਸ ਦੁੱਖ ਦੀ ਘੜੀ ਉਹ ਕੀ ਕਹਿੰਦੀ? ਹਾਂ ਹਾਂ ਭੈਣ ਜੀ ਕਹਿ ਕੇ ਸਾਰ ਦਿੱਤਾ। ਮਨ ਦੁਖੀ ਹੋਏ ਤਾਂ ਕਿਸੇ ਪਾਸਿਓਂ ਵੀ ਉਮੀਦ ਦੀ ਕਿਰਨ ਦਿਸੇ ਤਾਂ ਕੋਈ ਵੀ ਨਾ ਨਹੀਂ ਕਰੇਗਾ। ਉਸਨੂੰ ਵੀ ਕਹਿ ਦਿੱਤਾ, ਬਿਲਕੁਲ ਭੈਣ ਜੀ, ਤੁਸੀਂ ਆਪਣੇ ਅੱਲਾ ਤੋਂ ਵੀ ਇਹਦੀ ਜ਼ਿੰਦਗੀ ਲਈ ਦੁਆ ਕਰ ਦਿਓ, ਸ਼ਾਇਦ ਉਹ ਤੁਹਾਡੀ ਸੁਣ ਲਵੇ। ਰਵੀ ਕੁਝ ਦੇਰ ਬਾਅਦ ਚਲਾ ਗਿਆ ਸੀ। ਸ਼ਾਮ ਹੋਣ ਵਾਲੀ ਸੀ। ਦੀਪਕ ਵੀ ਦੁਪਹਿਰ ਦਾ ਕਹਿ ਕੇ ਨਹੀਂ ਆਇਆ ਸੀ। ਅੱਜ ਬਿੱਲ ਦੇ ਕੇ ਛੁੱਟੀ ਲੈਣੀ ਸੀ। ਗੀਤਾ ਨੂੰ ਚਿੰਤਾ ਜੀ ਹੋਣ ਲੱਗੀ, ਜੇ ਪੈਸਿਆਂ ਦਾ ਇੰਤਜ਼ਾਮ ਨਾ ਹੋਇਆ ਤਾਂ ਛੁੱਟੀ ਕੱਲ੍ਹ ਵੀ ਨਹੀਂ ਹੋਣੀ। ਬਿੱਲ ਵੀ ਹਸਪਤਾਲ ਦਾ ਵਧੀ ਜਾ ਰਿਹਾ। ਥੋੜ੍ਹੀ ਦੇਰ ਬਾਅਦ ਡਾਕਟਰ ਰਾਜੇਸ਼ ਵਾਰਡ 'ਚ ਆਏ। ਉਹਨਾਂ ਗੀਤਾ ਦਾ ਆਪ ਸੈਂਪਲ ਲਿਆ। ਉਹਨੇ ਕਿਹਾ, ਜੇ ਇਹ ਰਿਪੋਰਟ ਠੀਕ ਆਈ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ 3-4 ਦਿਨ ਤੁਹਾਨੂੰ ਹੋਰ ਰੱਖਿਆ ਜਾਏ। ਗੀਤਾ ਨੇ ਮਾਯੂਸ ਜਿਹੀ ਆਵਾਜ਼ 'ਚ ਪੁੱਛਿਆ, ਮੈਂ ਬਚਣਾ ਤਾਂ ਹੈ ਨਹੀਂ ਡਾਕਟਰ ਜੀ, ਤੁਸੀਂ ਕਿਉਂ ਐਵੇਂ ਟੈਸਟ ਕਰਾਈ ਜਾ ਰਹੇ ਹੋ? ਮੇਰੇ ਤੋਂ ਇਹ ਲਟਕਦੀ ਜੀ ਮੌਤ ਵੇਖ ਨਹੀਂ ਹੁੰਦੀ। ਡਾਕਟਰ ਰਾਜੇਸ਼ ਨੇ ਕਿਹਾ, ਮੈਨੂੰ ਕੁਝ ਉਮੀਦ ਜੀ ਨਜ਼ਰ ਪਈ ਹੈ, ਤਾਂ ਹੀ ਤਾਂ ਕਹਿ ਰਿਹਾ। ਤੁਹਾਡਾ ਕੈਂਸਰ ਉਸ ਸਟੇਜ ਤੱਕ ਪਹੁੰਚ ਚੁੱਕਾ ਸੀ ਜਿੱਥੇ ਆ ਕੇ ਬਚਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੁਹਾਡਾ ਅੰਤੜੀਆਂ ਦਾ ਕੈਂਸਰ ਬੱਚੇਦਾਨੀ ਤੱਕ ਪਹੁੰਚ ਚੁੱਕਾ ਸੀ। ਉਹਦਾ ਜ਼ਹਿਰ ਸਾਰੇ ਸਰੀਰ 'ਚ ਵੀ ਫੈਲ ਗਿਆ ਸੀ। ਅਖੀਰਲੀ ਸਟੇਜ ਹੋਣ ਕਰਕੇ ਤੁਹਾਡਾ ਦਰਦ ਵੀ ਠੀਕ ਨਹੀਂ ਹੋ ਰਿਹਾ ਸੀ। ਉੱਤੋਂ ਆਪਰੇਸ਼ਨ ਵੀ ਨਹੀਂ ਹੋ ਸਕਦਾ ਸੀ। ਉੱਤੋਂ ਖਰਚਾ ਵੀ ਬਹੁਤ ਹੋ ਚੁੱਕਾ ਸੀ। ਇਸੇ ਲਈ ਤੁਹਾਡੇ ਪਿਤਾ ਜੀ ਦੇ ਕਹਿਣ 'ਤੇ ਘਰੇ ਚਲੇ ਜਾਣ ਨੂੰ ਕਿਹਾ ਸੀ। ਤੁਹਾਡੀਆਂ ਪਿਛਲੀਆਂ ਰਿਪੋਰਟਾਂ 'ਚ ਕੋਈ ਇੰਪਰੂਵਮੈਂਟ ਨਜ਼ਰ ਨਹੀਂ ਆ ਰਹੀ ਸੀ। ਹੁਣ ਤੁਹਾਡਾ ਦਰਦ ਬਿਲਕੁਲ ਬੰਦ ਹੈ ਤੇ 2-3 ਦਿਨਾਂ ਤੋਂ, ਉਹ ਵੀ ਬਹੁਤ ਘੱਟ ਦਵਾਈ ਨਾਲ। ਜੇ ਇਸ ਟੈਸਟ ਵਿੱਚ ਮੈਨੂੰ ਇੰਪਰੂਵਮੈਂਟ ਦਿਸੀ ਤਾਂ ਮੈਂ ਇਹੀ ਸਲਾਹ ਦੇਵਾਂਗਾ ਕਿ ਕੁਝ ਦਿਨ ਹੋਰ ਹਸਪਤਾਲ 'ਚ ਰਹੋ। ਗੀਤਾ ਦੇ ਚਿਹਰੇ ਤੇ ਭੋਰਾ ਕੁ ਚਮਕ ਆਈ। ਥੋੜ੍ਹੀ ਜਿਹੀ ਮੁਸਕਰਾਹਟ ਵਿੱਚੋਂ ਹੱਸ ਕੇ ਬੋਲੀ, ਤੁਹਾਡੇ ਹੋਰ ਟੈਸਟਾਂ ਨੇ ਮੇਰੀ ਜ਼ਿੰਦਗੀ ਤਾਂ ਨਹੀਂ ਵਧਾਉਣੀ, ਪਰ ਤੁਹਾਡੇ ਹਸਪਤਾਲ ਦਾ ਬਿੱਲ ਜ਼ਰੂਰ ਵੱਧ ਜਾਣਾ ਹੈ। ਤੁਹਾਡੇ ਵੱਡੇ ਡਾਕਟਰ ਜੀ ਨੇ ਮੇਰੀ ਮੌਤ ਇਸੇ ਹਫ਼ਤੇ ਤੈਅ ਕੀਤੀ ਸੀ। ਤੁਸੀਂ 2-4 ਦਿਨ ਹੋਰ ਅੱਗੇ ਵਧਾ ਦਿਓਗੇ, ਹੋਰ ਕੀ ਫਰਕ ਪੈਣਾ? ਜੇ ਮੈਂ ਕੱਲ੍ਹ ਪਰਸੋਂ ਦੀ ਥਾਂ ਤਰਸੋਂ ਨਰਸੋਂ ਮਰ ਗਈ ਤਾਂ ਕੀ ਫਰਕ ਪੈ ਜਾਊ? ਪਹਿਲਾਂ ਹੀ ਸਾਡੇ ਕੋਲ ਬਿੱਲ ਦੇ ਪੈਸੇ ਇਕੱਠੇ ਨਹੀਂ ਹੋ ਰਹੇ, ਤੁਸੀਂ ਹੋਰ ਬਿੱਲ ਵਧਾਈ ਜਾਓ, ਸਾਨੂੰ ਘਰ ਜਾਣ ਦਿਓ। ਆਖਰ ਕੋਈ ਬਾਤ ਨਾ ਚਲਦੀ ਵੇਖ ਕੇ ਡਾਕਟਰ ਰਾਜੇਸ਼ ਨੇ ਹੌਸਲਾ ਦਿੰਦੇ ਕਿਹਾ ਕਿ ਤੁਸੀਂ ਬਿੱਲ ਦੀ ਫਿਕਰ ਨਾ ਕਰੋ, ਮੈਂ ਇਹਨਾਂ ਟੈਸਟਾਂ ਦੇ ਪੈਸੇ ਬਿੱਲ 'ਚ ਨਹੀਂ ਪੈਣ ਦਿਆਂਗਾ। ਮੈਂ ਟੈਸਟਾਂ 'ਚ ਇੱਕ ਚੀਜ਼ ਵੇਖਣੀ ਚਾਹੁੰਦਾ ਹੈ, ਜੇ ਉਹ ਠੀਕ ਨਿਕਲੀ ਤਾਂ ਮੈਂ ਵੱਡੇ ਡਾਕਟਰ ਜੀ ਨਾਲ ਗੱਲ ਕਰਕੇ ਤੁਹਾਡੇ ਅਗਲੇ 2-3 ਦਿਨਾਂ ਦਾ ਬਿੱਲ ਵੀ ਨਹੀਂ ਹੋਰ ਵਾਧੂ ਪੈਣ ਦਿੰਦਾ। ਗੀਤਾ ਦੇ ਮਨ 'ਚ ਵਿਚਾਰ ਚੱਲ ਰਿਹਾ ਸੀ ਕਿ ਦੀਪਕ ਤੋਂ ਹਾਲੇ ਤੱਕ ਬਿੱਲ ਦੇ ਪੈਸਿਆਂ ਦਾ ਇੰਤਜ਼ਾਮ ਤਾਂ ਹੋਇਆ ਨਹੀਂ। ਜੇ ਹੁਣ ਤੱਕ ਦਾ ਬਿੱਲ ਦੇ ਹੋਊ ਤਾਂ ਹੀ ਇੱਥੋਂ ਜਾਵਾਂਗੇ। ਉਹ ਸੋਚ ਰਹੀ ਸੀ ਕਿ ਜੇ ਉਹ ਮਰ ਗਈ ਤਾਂ ਇਹ ਆਪੇ ਘਰ ਭੇਜ ਦੇਣਗੇ। ਜੇ ਇਸ ਡਾਕਟਰ ਦੇ ਕਹਿਣ ਮੁਤਾਬਕ ਬਚ ਗਈ ਤਾਂ 2 ਦਿਨ ਦਾ ਬਿੱਲ ਡਾਕਟਰ ਜੀ ਨੇ ਨਹੀਂ ਪਾਉਣਾ। ਗੀਤਾ ਉਂਝ ਤਾਂ ਬਹੁਤ ਤੇਜ਼ ਸੀ, ਬਸ ਇਸ ਬਿਮਾਰੀ ਨੇ ਮੱਤ ਮਾਰ ਰੱਖੀ ਸੀ। ਉਹ ਇੱਕ ਵਾਰੀ ਪੱਕਾ ਕਰਨਾ ਚਾਹੁੰਦੀ ਸੀ। ਉਹਨੇ ਕਿਹਾ, ਡਾਕਟਰ ਜੀ ਵੇਖੋ, ਮੈਂ ਅੱਜ ਆਪਣੇ ਘਰ ਜਾਣਾ ਚਾਹੁੰਦੀ ਹਾਂ। ਜੇ ਤੁਸੀਂ ਰੱਖਣਾ ਹੈ ਤਾਂ ਆਪਣੇ ਖਰਚੇ 'ਤੇ ਰੱਖ ਲਓ, ਪਰ ਮੈਨੂੰ ਕਿੱਦਾਂ ਵਿਸ਼ਵਾਸ ਹੋਊ ਕਿ ਤੁਸੀਂ ਹੋਰ ਬਿੱਲ ਨਹੀਂ ਲਓਗੇ? ਡਾਕਟਰ ਰਾਜੇਸ਼ ਨੇ ਕਿਹਾ, ਤੁਸੀਂ ਫਿਕਰ ਨਾ ਕਰੋ, ਮੈਂ ਲਿਖ ਕੇ ਦੇ ਦਿੰਦਾ ਕਿ ਅਗਲੇ 3 ਦਿਨਾਂ ਦਾ ਸਾਰਾ ਬਿੱਲ ਮੈਂ ਦੇਵਾਂਗਾ। ਬਸ ਹੁਣ ਤਾਂ ਇੱਕ ਸੈਂਪਲ ਹੋਰ ਲੈਣ ਦਿਓ। ਗੀਤਾ ਨੇ ਬਾਂਹ ਅੱਗੇ ਕੀਤੀ ਤੇ ਰੱਬ ਨੂੰ ਦੁਆ ਕਰਨ ਲੱਗੀ ਕਿ ਹੇ ਰੱਬਾ, ਜੇ ਤੂੰ ਕਿਸੇ ਵੀ ਰੂਪ 'ਚ ਮੌਜੂਦ ਹੈ ਤਾਂ ਮੈਨੂੰ ਕੁਝ ਸਮਾਂ ਹੋਰ ਜ਼ਿੰਦਗੀ ਬਖਸ਼ ਦੇ। ਮੇਰੇ ਲਈ ਨਾ ਸੀ, ਮੇਰੀ ਬੱਚੀ ਲਈ ਸੀ। ਜਦੋਂ ਥੋੜ੍ਹੀ ਜਿਹੀ ਵੀ ਸੰਭਲਣ ਜੋਗੀ ਹੋ ਗਈ, ਮੈਂ ਆਪ ਰੱਬ ਨੂੰ ਬੁਲਾ ਕੇ ਉਹਦੇ ਨਾਲ ਚਲੀ ਜਾਊਂ। ਡਾਕਟਰ ਰਾਜੇਸ਼ ਨੇ 2 ਸੈਂਪਲ ਲਏ ਤੇ ਇੱਕ ਸੈਂਪਲ ਦਿੱਲੀ ਤੇ ਦੂਜਾ ਕਿਸੇ ਹੋਰ ਕੈਂਸਰ ਹਸਪਤਾਲ 'ਚ ਭੇਜ ਦਿੱਤਾ। ਉਹਨੂੰ ਉਮੀਦ ਸੀ ਕਿ ਪਿਛਲੀਆਂ ਦੋਵਾਂ ਰਿਪੋਰਟਾਂ 'ਚ ਗੀਤਾ ਦੀ ਹਾਲਤ ਸੁਧਰੀ ਸੀ, ਪਰ ਕਿਸੇ ਕਾਰਨ ਕਰਕੇ ਉਹਦਾ ਇਮਿਊਨ ਸਿਸਟਮ ਕਮਜ਼ੋਰ ਹੋਈ ਜਾ ਰਿਹਾ ਸੀ, ਜਿਸ ਕਾਰਨ ਕੋਈ ਦਵਾਈ ਉੱਤੇ ਅਸਰ ਨਹੀਂ ਸੀ ਕਰ ਰਹੀ। ਉਹਨੂੰ ਉਮੀਦ ਸੀ ਕਿ ਜੇ ਇਹਦਾ ਇਮਿਊਨ ਥੋੜ੍ਹਾ ਜਿਹਾ ਅਪ ਹੋ ਜਾਏ ਤਾਂ ਬਚ ਸਕਦੀ ਹੈ। ਇਸ ਲਈ ਉਹਨੇ ਆਪ ਸੈਂਪਲ ਲੈ ਕੇ ਭੇਜੇ ਸਨ ਤਾਂ ਜੋ ਸਹੀ ਰਿਪੋਰਟ ਆ ਜਾਏ। ਉਹ ਤਾਂ ਆਪ ਇਲਾਜ ਜਾਰੀ ਰੱਖਣਾ ਚਾਹੁੰਦਾ ਸੀ। ਉਹਦਾ ਮਨ ਬਿਲਕੁਲ ਸਾਫ਼ ਸੀ। ਗੀਤਾ ਦਾ ਪਰਿਵਾਰ ਬਹੁਤ ਗਰੀਬ ਸੀ, ਹੋਰ ਇਲਾਜ ਦਾ ਖਰਚਾ ਨਹੀਂ ਚੁੱਕ ਸਕਦਾ ਸੀ। ਹਸਪਤਾਲ ਦੀ ਵੀ ਮਜਬੂਰੀ ਸੀ, ਜਿੰਨਾ ਵੀ ਡਿਸਕਾਊਂਟ ਹੋ ਸਕਦਾ ਸੀ
ਉਹ ਪਹਿਲਾਂ ਹੀ ਕਰ ਚੁੱਕੇ ਸਨ। ਡਾਕਟਰ ਰਾਜੇਸ਼ ਚੰਗੇ ਅਮੀਰ ਘਰ ਦਾ ਮੁੰਡਾ ਸੀ। ਪੈਸੇ ਧੇਲੇ ਦੀ ਕੋਈ ਕਮੀ ਨਹੀਂ ਸੀ। ਉਹਨੇ ਪਹਿਲਾਂ ਵੀ ਕਈ ਮਰੀਜ਼ਾਂ ਦੀ ਮਦਦ ਕੀਤੀ ਸੀ। ਕਈ ਵਾਰੀ ਤਾਂ ਉਹ ਆਪਣੀ ਫੀਸ ਵੀ ਛੱਡ ਦਿੰਦਾ ਸੀ, ਜਿਸ ਨਾਲ ਮਰੀਜ਼ ਦਾ ਬਿੱਲ ਲਗਭਗ ਅੱਧਾ ਰਹਿ ਜਾਂਦਾ ਸੀ। ਕਈ ਵਾਰੀ ਉਹਦੇ ਨਾਲ ਦੇ ਡਾਕਟਰ ਕਹਿ ਦਿੰਦੇ ਸਨ ਕਿ ਤੂੰ ਤਾਂ ਐਵੇਂ ਹੀ ਪੈਸੇ ਛੱਡਦਾ ਰਹਿਣਾ। ਅੱਗੋਂ ਕਹਿ ਦਿੰਦਾ, ਮੈਂ ਆਪਣੇ ਪੈਸੇ ਛੱਡਦਾ, ਨਾ ਕਿ ਹਸਪਤਾਲ ਦੇ। ਮੇਰੇ ਮਾਪਿਓ ਦਾਦੇ ਦੀ 40-50 ਕਿੱਲੇ ਜ਼ਮੀਨ ਹੈ। ਮੈਨੂੰ ਤਾਂ ਉਹਦਾ ਠੇਕਾ ਹੀ ਬਹੁਤ ਆ ਜਾਂਦਾ ਹੈ। ਉਹਨੂੰ ਤਾਂ ਖਰਚਣ ਨੂੰ ਥਾਂ ਨਹੀਂ ਲੱਭਦੀ। ਇਹਨਾਂ ਮਰੀਜ਼ਾਂ ਦੇ ਕੰਮ ਆ ਜਾਂਦਾ, ਮੇਰਾ ਕੁਝ ਨਹੀਂ ਘਟਦਾ। ਮੇਰਾ ਮਰੀਜ਼ ਜਦੋਂ ਠੀਕ ਹੋ ਕੇ ਘਰ ਜਾਂਦਾ ਤਾਂ ਮਜ਼ਾ ਆ ਜਾਂਦਾ। ਉਹਦੀ ਖੁਸ਼ੀ ਵੇਖ ਕੇ ਮੈਨੂੰ ਮੇਰੀ ਮਿਹਨਤ ਦਾ ਮੁੱਲ ਮਿਲ ਜਾਂਦਾ। ਜੈਸਮੀਨ ਨੇ ਹੀ ਗੀਤਾ ਦਾ ਸੈਂਪਲ ਦਵਾਇਆ ਸੀ। ਉਹਨੇ ਡਾਕਟਰ ਰਾਜੇਸ਼ ਦੇ ਜਾਣ ਤੋਂ ਬਾਅਦ ਕਿਹਾ, ਇਸ ਡਾਕਟਰ ਨੇ ਜੋ ਕਹਿ ਦਿੱਤਾ ਨਾ ਕਿ ਤੁਸੀਂ ਬਚ ਜਾਓਗੇ ਤਾਂ ਤੁਸੀਂ ਜ਼ਰੂਰ ਠੀਕ ਹੋ ਜਾਓਗੇ। ਮੈਂ ਅੱਗੇ ਵੀ ਵੇਖਿਆ, ਜਿਸ ਕਿਸੇ ਪੇਸ਼ੈਂਟ ਦੇ ਮਗਰ ਪੈ ਜਾਂਦੇ ਹਨ ਇਹ ਡਾਕਟਰ ਸਾਹਿਬ, ਉਸ 'ਤੇ ਪੂਰਾ ਜ਼ੋਰ ਲਾ ਦਿੰਦੇ ਨੇ ਅਤੇ ਬਚਾ ਵੀ ਲੈਂਦੇ ਨੇ। ਬਾਕੀ ਅੱਲਾ ਦੀ ਮਰਜ਼ੀ, ਅੱਗੇ ਤਾਂ ਅਸੀਂ ਵੀ ਕੁਝ ਨਹੀਂ ਕਰ ਸਕਦੇ। ਅਸੀਂ ਤਾਂ ਸਿਰਫ ਕੋਸ਼ਿਸ਼ ਹੀ ਕਰ ਸਕਦੇ ਹਾਂ। ਰਹਿਮਤਾਂ ਕਰਨ ਵਾਲਾ ਤਾਂ ਉਹ ਖੁਦਾ ਹੀ ਹੈ। ਅਸੀਂ ਤਾਂ ਉਹਦਾ ਜ਼ਰੀਆ ਹੀ ਹਾਂ। ਗੀਤਾ ਅੰਦਰ ਇੱਕ ਜੀਵਨ ਦੀ ਕਿਰਨ ਜਿਹੀ ਜਾਗ ਗਈ ਸੀ। ਉਹਦੇ ਅੰਦਰੋਂ ਧੁਰੋਂ ਕਿਤਿਓਂ ਜਿਉਣ ਦੀ ਇੱਛਾ ਦੇ ਬੀਜ 'ਚੋਂ ਇੱਕ ਕਰੁੰਬਲ ਜਿਹੀ ਫੁੱਟਦੀ ਨਜ਼ਰ ਆ ਰਹੀ ਸੀ। ਜੈਸਮੀਨ ਦੇ ਦਿੱਤੇ ਹੌਸਲੇ ਦਾ ਪਾਣੀ ਜਿਵੇਂ ਆਬੇ ਜ਼ਮਜ਼ਮ ਵਾਂਗ ਉਸ ਕਰੁੰਬਲ 'ਚੋਂ ਪੰਖੜੀਆਂ ਪੈਦਾ ਕਰਨ ਲੱਗਾ ਸੀ। ਗੀਤਾ ਇਸ ਬੀਜ ਨੂੰ ਕਾਫੀ ਸਮੇਂ ਤੋਂ ਬਚਾਈ ਬੈਠੀ ਸੀ। ਉਹ ਹਰ ਰੋਜ਼ ਰੱਬ ਅੱਗੇ ਪ੍ਰਾਰਥਨਾ ਕਰਦੀ ਰਹੀ ਸੀ ਕਿ ਰੱਬਾ, ਕਿਸੇ ਤਰ੍ਹਾਂ ਜੀਵਨ ਦਾਨ ਦੇ ਦੇ, ਭਾਵੇਂ ਥੋੜ੍ਹਾ ਜਿਹਾ ਹੀ ਸਹੀ। ਮਿੰਨੀ ਅਜੇ ਛੋਟੀ ਸੀ, ਇਸ ਲਈ ਉਹ ਮਿੰਨੀ ਲਈ ਕੁਝ ਸਮਾਂ ਹੋਰ ਮੰਗਦੀ ਸੀ। ਉਹ ਇੱਕ ਉਮੀਦ ਦੀ ਕਿਰਨ ਲੱਭਦੀ ਸੀ ਕਿ ਕੋਈ ਡਾਕਟਰ ਆ ਕੇ ਕਹਿ ਦੇ ਕਿ ਮੈਂ ਬਚ ਸਕਦੀ ਹਾਂ, ਤੇਰੀਆਂ ਰਿਪੋਰਟਾਂ ਠੀਕ ਹਨ, ਤੂੰ ਠੀਕ ਹੋ ਸਕਦੀ ਹੈ। ਗੀਤਾ ਉਸ ਤਰ੍ਹਾਂ ਤਾਂ ਬਹੁਤ ਤਾਕਤਵਰ ਸੀ, ਪਰ ਕੈਂਸਰ ਦੀ ਬਿਮਾਰੀ ਨੇ ਸਾਰੀ ਮਾਨਸਿਕ ਤੇ ਸਰੀਰਕ ਤਾਕਤ ਖਤਮ ਕਰ ਦਿੱਤੀ ਸੀ। ਕਿਸੇ ਪਾਸਿਓਂ ਕੋਈ ਹੌਸਲਾ ਨਹੀਂ ਸੀ ਮਿਲ ਰਿਹਾ। ਦਿਨ ਬ ਦਿਨ ਉਹਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਉਹਨੇ ਬਚਣ ਦੀ ਉਮੀਦ ਹੀ ਛੱਡ ਦਿੱਤੀ ਸੀ। ਅੱਜ ਡਾਕਟਰ ਸਾਹਿਬ ਦੇ ਕਹਿਣ ਕਰਕੇ ਉਹਨੂੰ ਆਪਣੇ ਆਪ ਵਿੱਚ ਜਾਨ ਜੀ ਮਹਿਸੂਸ ਹੋਈ ਸੀ। ਉਹ ਡਾਕਟਰ ਤੇ ਜੈਸਮੀਨ ਦੀ ਉਮੀਦ ਦੀ ਤਾਰ ਨੂੰ ਫੜ ਕੇ ਹਨੇਰੇ 'ਚੋਂ ਬਾਹਰ ਆਉਣਾ ਚਾਹੁੰਦੀ ਸੀ। ਗੀਤਾ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਡਾਕਟਰ ਜੀ ਨੇ ਝੂਠਾ ਦਿਲਾਸਾ ਹੀ ਤਾਂ ਨਹੀਂ ਦਿੱਤਾ, ਕਿਉਂਕਿ ਡਾਕਟਰ ਤਾਂ ਕਦੀ ਵੀ ਮਰੀਜ਼ ਨੂੰ ਮਾੜਾ ਨਹੀਂ ਕਹਿੰਦੇ। ਉਹ ਤਾਂ ਹਮੇਸ਼ਾ ਹੀ ਕਹਿੰਦੇ ਹਨ ਕਿ ਮਰੀਜ਼ ਠੀਕ ਹੋ ਰਿਹਾ। ਪਰ ਇਸ ਵਾਰੀ ਗੀਤਾ ਆਪਣੇ ਅੰਦਰ ਜ਼ਿੰਦਗੀ ਦੀ ਨਵੀਂ ਫੁੱਟੀ ਕਰੁੰਬਲ ਨੂੰ ਭਾਵੇਂ ਝੂਠੇ ਹੌਸਲੇ ਨਾਲ ਹੀ ਪੈਦਾ ਕਰ ਰਹੀ ਹੋਵੇ, ਉਹਨੂੰ ਸੱਚਮੁੱਚ ਵੱਡਾ ਕਰਨ ਤੇ ਉਹਦਾ ਪੂਰਾ ਦਰਖਤ ਬਣਨ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਜੇ ਡਾਕਟਰ ਜੀ ਸੱਚ ਕਹਿ ਰਹੇ ਹੋਣ ਤਾਂ ਮੈਂ ਫਿਰ ਮੌਤ ਦੇ ਫਰਿਸ਼ਤਿਆਂ ਨਾਲ ਵੀ ਲੜ ਪਾਉਂਗੀ। ਉਹ ਇਸ ਉਮੀਦ ਦੀ ਤਾਰ ਨੂੰ ਟੁੱਟਣ ਨਹੀਂ ਸੀ ਦੇਣਾ ਚਾਹੁੰਦੀ। ਉਹਨੇ ਰੱਬ ਅੱਗੇ ਹੱਥ ਜੋੜੇ ਤੇ ਅੱਖੀਆਂ 'ਚੋਂ ਵਗ ਰਹੇ ਨੀਰਾਂ ਦੀ ਮਾਲਾ ਬਣਾ ਕੇ ਉਸ ਅੱਗੇ ਭੇਟ ਕਰ ਦਿੱਤੀ। ਉਹ ਕਹਿ ਰਹੀ ਸੀ, ਮੇਰੇ ਕੋਲ ਤਾਂ ਇਹ ਨੀਰ ਹੀ ਹਨ ਜੋ ਮੈਂ ਤੈਨੂੰ ਭੇਂਟ ਕਰ ਸਕਦੀ ਹਾਂ। ਇਹਨਾਂ ਤੋਂ ਸਿਵਾਏ ਕੁਝ ਹੋਰ ਹੈ ਵੀ ਨਹੀਂ। ਫਿਰ ਉਸ ਦੀ ਜ਼ਿੰਦਗੀ ਹੈ, ਉਹ ਉਹਨੂੰ ਦੇਣਾ ਨਹੀਂ ਚਾਹੁੰਦੀ। ਉਹਦੀਆਂ ਅੱਖਾਂ 'ਚੋਂ ਨੀਰ ਦੀਆਂ ਮਾਲਾਵਾਂ ਦਾ ਹੜ੍ਹ ਆਇਆ ਹੋਇਆ ਸੀ। ਰੋਂਦੀ ਰੋਂਦੀ ਗੀਤਾ ਲੇਟ ਗਈ ਤੇ ਆਰਾਮ ਕਰਨ ਲੱਗੀ। ਨਾਨੀ ਤੇ ਮਿੰਨੀ ਬਾਹਰ ਬਰਾਂਡੇ ਵਿੱਚ ਬੈਠੀਆਂ ਸਨ। ਦੀਪਕ ਵੀ ਆ ਗਿਆ ਸੀ। ਮੂੰਹ ਉਹਦਾ ਰੋਜ਼ ਵਾਂਗ ਹੀ ਲਟਕਿਆ ਪਿਆ ਸੀ। ਗੀਤਾ ਨੂੰ ਵੇਖਦੇ ਹੀ ਕਿਹਾ, ਮੂੰਹ ਤਾਂ ਇੰਜ ਲਮਕਾਇਆ ਜਿਵੇਂ ਤੋਰੀ ਵੇਲ ਤੇ ਲਮਕੀ ਹੁੰਦੀ ਹੈ। ਹੋਰ ਸੁਣਾਓ ਜਨਾਬ, ਠੀਕ ਠਾਕ ਹੋ? ਦੀਪਕ ਨੇ ਵੇਖਿਆ ਕਿ ਗੀਤਾ ਦੀ ਆਵਾਜ਼ ਕੁਝ ਅਜੀਬ ਜਿਹੀ ਲਰਜ਼ਿਸ਼ ਹੈ, ਜਿਵੇਂ ਕਦੀ ਕਦੀ ਖੁਸ਼ ਮੂਡ 'ਚ ਹੁੰਦੀ ਸੀ। ਘਰ 'ਚ ਜਿਹੇ ਟੌਂਟ ਭਰੇ ਅੰਦਾਜ਼ 'ਚ ਅਕਸਰ ਹੀ ਹੁੰਦੀ ਸੀ। ਗੀਤਾ ਦੇ ਚਿਹਰੇ ਉੱਤੇ ਅਜੀਬ ਜਿਹੀ ਸਵਾਲੀਆ ਚਮਕ ਸੀ। ਦੀਪਕ ਨੂੰ ਅਜਿਹੀ ਆਵਾਜ਼ ਸੁਣੇ ਨੂੰ ਕਈ ਮਹੀਨੇ ਹੋ ਗਏ ਸਨ। ਜਦੋਂ ਦੀ ਗੀਤਾ ਬਿਮਾਰ ਪਈ ਸੀ, ਉਦੋਂ ਤੋਂ ਹੀ ਮੁਸਕਰਾਉਣਾ ਭੁੱਲ ਬੈਠੀ ਸੀ। ਦੀਪਕ ਦੇ ਚਿਹਰੇ ਦੀ ਵੀ ਥੋੜ੍ਹੀ ਰੰਗਤ ਬਦਲੀ। ਉਹਨੇ ਕਿਹਾ, ਤੇਰੀ ਆਵਾਜ਼ ਸੁਣ ਕੇ ਤਾਂ ਸਾਰੀ ਥਕਾਵਟ ਲੱਥ ਗਈ। ਪਰ ਇੱਕ ਗੱਲ ਦੱਸ ਕਿ ਤੈਨੂੰ ਚਾਅ ਕਿਸ ਗੱਲ ਦਾ ਚੜ੍ਹਿਆ? ਮੈਨੂੰ ਪੈਸਿਆਂ ਦੀ ਟੈਨਸ਼ਨ ਪਈ ਹੋਈ ਹੈ। ਡਾਕਟਰ ਫੈਕਟਰੀ 'ਚੋਂ ਪੈਸੇ ਮਿਲ ਨਹੀਂ ਰਹੇ। ਉਧਰ ਪਿਤਾ ਜੀ ਵੀ ਫੋਨ ਨਹੀਂ ਚੁੱਕ ਰਹੇ। ਜੇ ਉਹਨਾਂ ਤੋਂ ਵੀ ਪੈਸਿਆਂ ਦਾ ਇੰਤਜ਼ਾਮ ਨਾ ਹੋਇਆ ਤਾਂ 1-2 ਦਿਨ ਹੋਰ ਰਹਿਣਾ ਪੈਣਾ। ਗੀਤਾ ਦਾ ਹਾਸਾ ਨਿਕਲ ਗਿਆ। ਉਹਨੇ ਹੱਸਦਿਆਂ ਹੱਸਦਿਆਂ ਕਿਹਾ, ਮੇਰੇ ਦੀਪੂ, ਮੈਂ ਨਹੀਂ ਮਰਨ ਲੱਗੀ। ਮੈਂ ਤਾਂ ਹੋਰ 4 ਦਿਨਾਂ ਦੇ ਪੈਸਿਆਂ ਦਾ ਵੀ ਇੰਤਜ਼ਾਮ ਕਰ ਲਿਆ। ਦੀਪਕ ਨੇ ਹੈਰਾਨੀ ਨਾਲ ਪੁੱਛਿਆ, ਕੀ ਗੱਲ ਕਰ ਰਹੀ ਹੈ? ਗੀਤਾ ਨੇ ਕਿਹਾ, ਉਹ ਰੱਬ ਜੀ ਆਏ ਸੀ ਮੈਨੂੰ ਲੈਣ। ਮੈਂ ਕਿਹਾ, ਰੱਬ ਜੀ, ਮੈਂ ਵਿਹਲੀ ਨਹੀਂ ਹੈਗੀ।
ਤੁਹਾਡੇ ਕੋਲ ਜਾਣ ਨੂੰ। ਮੇਰੀ ਨਿੱਕੀ ਜਿਹੀ ਧੀ ਹੈ, ਮੇਰਾ ਇੰਨਾ ਚੰਗਾ ਤੇ ਇੰਨਾ ਸੋਹਣਾ ਘਰ ਵਾਲਾ ਹੈ। ਮੈਂ ਜਦੋਂ ਵਿਹਲੀ ਹੋ ਜਾਊਂ ਇਹਨਾਂ ਤੋਂ, ਮੈਂ ਉਦੋਂ ਹੀ ਆਊਂਗੀ। ਉਹਨਾਂ ਕਿਹਾ, ਜਾ ਬੱਚਾ, 1 ਹਫ਼ਤਾ ਹੋਰ ਐਸ਼ ਕਰ ਲੈ। ਉਹਦਾ ਹੱਸਦੀ ਹੱਸਦੀ ਦਾ ਰੋਣ ਨਿਕਲ ਗਿਆ। ਦੀਪਕ ਨੂੰ ਲੱਗਾ ਕਿ ਆਖਰੀ ਸਮੇਂ ਝੂਠਾ ਹੱਸ ਕੇ ਮੇਰੀ ਟੈਨਸ਼ਨ ਘਟਾਉਣਾ ਚਾਹੁੰਦੀ ਹੈ। ਗੀਤਾ ਨੇ ਹਾਸਾ ਰੋਕ ਕੇ ਕਿਹਾ, ਤੁਸੀਂ ਫਿਕਰ ਨਾ ਕਰੋ। ਉਹਨੇ ਸਾਰੀ ਗੱਲ ਜੋ ਡਾਕਟਰ ਰਾਜੇਸ਼ ਕਹਿ ਕੇ ਗਏ ਸਨ ਦੀਪਕ ਨੂੰ ਦੱਸ ਦਿੱਤੀ। ਗੀਤਾ ਨੇ ਕਿਹਾ ਕਿ ਬਿੱਲ ਦਾ ਵੀ ਮੈਂ ਗੱਲ ਕਰ ਲਈ ਹੈ, ਸਿਰਫ ਹੁਣ ਤੱਕ ਦਾ ਹੀ ਬਿੱਲ ਲੱਗੇਗਾ। ਦੀਪਕ ਵੀ ਹਲਕਾ ਜਿਹਾ ਖੁਸ਼ ਹੋਇਆ। ਗੀਤਾ ਨੂੰ ਖੁਸ਼ ਵੇਖ ਕੇ ਉਸਨੂੰ ਵੀ ਹੌਸਲਾ ਜਿਹਾ ਹੋਇਆ। ਉਹ ਸੋਚ ਰਿਹਾ ਸੀ, ਜੇ ਰੱਬ ਚਾਹੇ ਤਾਂ ਕੀ ਨਹੀਂ ਹੋ ਸਕਦਾ। ਉਹਦਾ ਮਨ ਕਰ ਰਿਹਾ ਸੀ ਕਿ ਇੱਕ ਵਾਰੀ ਆਪ ਡਾਕਟਰ ਸਾਹਿਬ ਨਾਲ ਗੱਲ ਕਰਕੇ ਆਵੇ। ਉਹਨੇ ਗੀਤਾ ਨੂੰ ਕਿਹਾ, ਮੈਂ ਜ਼ਰਾ ਡਾਕਟਰ ਜੀ ਨੂੰ ਮਿਲ ਕੇ ਆਉਣਾ। ਰਿਸੈਪਸ਼ਨ ਤੋਂ ਸਟਾਫ ਜਸਬੀਰ ਨੂੰ ਪੁੱਛਿਆ ਕਿ ਡਾਕਟਰ ਜੀ ਕਿੱਥੇ ਹਨ। ਉਹਨੇ ਕਿਹਾ ਕਿ ਕੈਂਟੀਨ ਵੱਲ ਗਏ ਸੀ। ਦੀਪਕ ਕੈਂਟੀਨ 'ਚ ਪਹੁੰਚਿਆ ਤਾਂ ਡਾਕਟਰ ਰਾਜੇਸ਼ ਕਿਸੇ ਹੋਰ ਡਾਕਟਰ ਨਾਲ ਗੱਲਾਂ ਕਰ ਰਹੇ ਸਨ। ਦੀਪਕ ਕੋਲ ਜਾ ਕੇ ਖੜਾ ਹੋ ਗਿਆ। ਦੂਸਰਾ ਡਾਕਟਰ ਰਾਜੇਸ਼ ਨੂੰ ਪੁੱਛ ਰਿਹਾ ਸੀ ਕਿ ਕੀ ਬਣਿਆ ਉਹਨਾਂ ਦੇ 17 ਨੰਬਰ ਵਾਰਡ ਵਾਲੇ ਪੇਸ਼ੈਂਟ ਦਾ। ਡਾਕਟਰ ਰਾਜੇਸ਼ ਨੇ ਕਿਹਾ, ਕਿਹੜੇ ਵਾਲਾ, ਮੇਲ ਵਾਰਡ ਵਾਲਾ ਜਾਂ ਫੀਮੇਲ ਵਾਰਡ ਵਾਲਾ? ਦੂਸਰੇ ਡਾਕਟਰ ਨੇ ਕਿਹਾ, ਤੁਸੀਂ ਜਿਸ ਬਾਰੇ ਰਾਤੀ ਗੱਲਾਂ ਕਰ ਰਹੇ ਸੀ, ਜਿਹੜੀ ਪੇਸ਼ੈਂਟ ਨੂੰ ਪਹਿਲਾਂ ਹੋਰ ਕੈਂਸਰ ਸੀ ਤੇ ਫਿਰ ਯੂਟਰਸ ਵਿੱਚ ਵੀ ਆ ਗਿਆ ਸੀ। ਡਾਕਟਰ ਰਾਜੇਸ਼ ਨੇ ਕਿਹਾ, ਹਾਂ, ਉਹਦਾ ਸੈਂਪਲ ਮੈਂ ਹੁਣੇ ਥੋੜੀ ਦੇਰ ਪਹਿਲਾਂ ਹੀ ਕੋਰੀਅਰ ਕਰਾ ਕੇ ਆਇਆ, ਦਿੱਲੀ ਭੇਜਿਆ। ਜੇ ਉਸ ਪੇਸ਼ੈਂਟ ਦੀ ਰਿਪੋਰਟ ਠੀਕ ਆ ਗਈ ਤਾਂ ਮੈਂ ਉਹਦੇ ਆਪਰੇਸ਼ਨ ਬਾਰੇ ਸੋਚ ਰਿਹਾ। ਮੈਨੂੰ ਲੱਗਦਾ ਹੈ ਕਿ ਉਹ ਕਾਫੀ ਇੰਪਰੂਵ ਕਰ ਗਿਆ। ਪਿਛਲੇ ਹਫ਼ਤੇ ਤਾਂ ਬਿਲਕੁਲ ਹੀ ਸਿੰਕ ਕਰ ਗਿਆ ਸੀ। ਕੋਈ ਮੈਡੀਸਨ ਵਰਕ ਨਹੀਂ ਕਰ ਰਹੀ ਸੀ। ਬੌਸ ਨੂੰ ਤਾਂ ਕੋਈ ਉਮੀਦ ਨਹੀਂ ਸੀ ਕਿ ਪਿਛਲਾ ਹਫ਼ਤਾ ਵੀ ਕੱਢੂ। ਬੌਸ ਨੇ ਤਾਂ ਘਰ ਜਾਣ ਨੂੰ ਕਹਿ ਦਿੱਤਾ ਸੀ, ਪਰ ਅਚਾਨਕ ਹੀ ਪੇਨ ਰੁਕ ਗਈ। ਉਹ ਇੱਕਦਮ ਹੀ ਇੰਪਰੂਵ ਕੀਤੀ। ਮੈਂ ਦਵਾਈ ਵੀ ਬਦਲੀ ਤੇ ਹੁਣ ਠੀਕ ਹੈ। ਮੈਂ ਪੂਰੀ ਵਾਹ ਲਾ ਦੇਣੀ ਹੈ ਉਹਨੂੰ ਬਚਾਉਣ ਲਈ। ਬਸ ਥੋੜਾ ਜਿਹਾ ਇਮਿਊਨ ਅਪ ਹੋ ਜਾਏ। ਉਹ ਹੌਸਲਾ ਜਿਹਾ ਛੱਡੀ ਬੈਠੀ ਸੀ। ਮੈਂ ਕਾਫੀ ਹੌਸਲਾ ਦਿੱਤਾ ਕਿ ਹਿੰਮਤ ਕਰੋ, ਉਮੀਦ ਨਾ ਛੱਡੋ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕੋਲ ਖੜਾ ਦੀਪਕ ਸਾਰੀ ਗੱਲ ਸੁਣ ਰਿਹਾ ਸੀ ਤੇ ਉਹਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਅੰਦਰੋਂ ਅੰਦਰੀ ਯਕੀਨ ਜਿਹਾ ਹੋਣ ਲੱਗਾ ਸੀ ਕਿ ਜੇ ਗੀਤਾ ਹੌਸਲਾ ਨਾ ਹਾਰੇ ਤਾਂ ਜ਼ਰੂਰ ਬਚ ਜੂ। ਡਾਕਟਰ ਰਾਜੇਸ਼ ਨੇ ਦੀਪਕ ਵੱਲ ਵੇਖਿਆ ਤੇ ਪੁੱਛਿਆ, ਹਾਂਜੀ, ਕੋਈ ਕੰਮ ਸੀ? ਦੀਪਕ ਨੇ ਹੌਲੀ ਜਿਹੀ ਆਵਾਜ਼ 'ਚ ਕਿਹਾ, ਜੀ ਮੈਂ ਗੀਤਾ ਪੇਸ਼ੈਂਟ 17 ਨੰਬਰ ਵਾਰਡ ਵਾਲੀ ਦਾ ਘਰ ਵਾਲਾ। ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ 2 ਦਿਨ ਪਹਿਲਾਂ ਤੁਸੀਂ ਘਰ ਲਿਜਾਣ ਨੂੰ ਕਹਿ ਰਹੇ ਸੀ ਕਿ ਬਚਣ ਦੇ ਘੱਟ ਚਾਂਸ ਹਨ। ਹੁਣ ਤੁਸੀਂ ਰੁਕਣ ਨੂੰ ਕਹਿ ਰਹੇ ਹੋ। ਮੈਨੂੰ ਕੁਝ ਸਮਝ ਨਹੀਂ ਪੈ ਰਹੀ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਗੀਤਾ ਬਚ ਜਾਊ, ਫਿਰ ਤਾਂ ਮੈਂ ਆਪਣੇ ਘਰ ਵੀ ਵੇਚਣ ਤੋਂ ਪਿੱਛੇ ਨਹੀਂ ਹਟਾਂਗਾ। ਪਰ ਘਰ ਵੇਚਣ ਨੂੰ ਕੁਝ ਸਮਾਂ ਤਾਂ ਚਾਹੀਦਾ ਹੀ ਹੈ। ਘਰ ਤਾਂ ਘਰ ਵਾਲੀ ਨਾਲ ਹੀ ਘਰ ਹੈ। ਜੇ ਉਹ ਹੀ ਉਸ ਵਿੱਚ ਨਾ ਰਹੀ ਤਾਂ ਕੀ ਕਰਨਾ ਮੈਂ ਉਸ ਘਰ ਨੂੰ? ਮੈਂ ਤਾਂ ਆਪਣਾ ਆਪ ਵੀ ਵੇਚ ਦਿਓ। ਤੁਸੀਂ ਬਸ ਬਚਾ ਲਓ ਇਹਨੂੰ। ਸਾਡੀ ਛੋਟੀ ਜਿਹੀ ਦੁਨੀਆ ਉੱਜੜ ਜਾਊਗੀ, ਰੁਲ ਜਾਵਾਂਗੇ। ਦੀਪਕ ਰੋਣ ਲੱਗ ਪਿਆ। ਉਹਦੀਆਂ ਅੱਖਾਂ 'ਚੋਂ ਪਾਣੀ ਤਰਲ ਤਰਲ ਵਗ ਰਿਹਾ ਸੀ। ਡਾਕਟਰ ਰਾਜੇਸ਼ ਨੇ ਉਹਨੂੰ ਚੁੱਪ ਹੋਣ ਨੂੰ ਕਿਹਾ, ਤੁਹਾਨੂੰ ਪਤਾ ਹੀ ਹੈ, ਪਹਿਲਾਂ ਦਰਦ ਬਿਲਕੁਲ ਵੀ ਹਟ ਨਹੀਂ ਸੀ ਰਿਹਾ, ਹੁਣ ਉਹ ਠੀਕ ਹੈ। ਤੁਸੀਂ ਉਹਦਾ ਹੌਸਲਾ ਵਧਾਈ ਰੱਖੋ। ਸਾਡੀ ਕੋਸ਼ਿਸ਼, ਤੁਹਾਡਾ ਹੌਸਲਾ ਤੇ ਰੱਬ ਦੀ ਮਰਜ਼ੀ ਹੋਈ ਤਾਂ ਗੀਤਾ ਬਿਲਕੁਲ ਠੀਕ ਹੋ ਜਾਊਗੀ। ਸਾਨੂੰ ਗੀਤਾ ਦੀ ਇੰਨੀ ਕੁ ਸਿਹਤ ਚਾਹੀਦੀ ਹੈ ਕਿ ਅਸੀਂ ਉਹਦਾ ਆਪਰੇਸ਼ਨ ਕਰ ਸਕੀਏ। ਇਹ ਗੱਲਾਂ ਸੁਣ ਕੇ ਦੀਪਕ ਨੂੰ ਅੰਦਰੂਨੀ ਖੁਸ਼ੀ ਵੀ ਹੋਈ ਤੇ ਮਨ ਨੂੰ ਸ਼ਾਂਤੀ ਵੀ ਮਿਲੀ। ਉਹਨੇ ਰਵੀ ਨੂੰ ਫੋਨ ਕਰ ਦਿੱਤਾ ਤੇ ਕਿਹਾ, ਡਾਕਟਰ ਜੀ ਨੇ ਕਿਹਾ ਕਿ 3-4 ਦਿਨ ਹੋਰ ਹਸਪਤਾਲ ਰਹਿਣਾ ਪਏਗਾ। ਤੂੰ ਆਪਣਾ ਬੈਗ ਪੈਕ ਕਰਕੇ ਲੈ ਆਵੀਂ। ਪਾਪਾ ਨੂੰ ਵੀ ਦੱਸ ਦੇਈਂ ਕਿ ਰੱਬ ਨੇ ਥੋੜ੍ਹਾ ਟਾਈਮ ਹੋਰ ਦਿੱਤਾ ਹੈ ਗੀਤਾ ਨੂੰ। ਤੂੰ ਸਵੇਰੇ ਆ ਜਾਈਂ, ਮੈਂ ਵੀ ਦਫ਼ਤਰ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਲੈਣਾ। ਦੀਪਕ ਕੈਂਟੀਨ ਤੋਂ ਵਾਰਡ ਵੱਲ ਆ ਰਿਹਾ ਸੀ। ਤੁਰੇ ਆਉਂਦੇ ਉਹਦੀ ਚਾਲ 'ਚ ਰਵਾਨਗੀ ਜਿਹੀ ਦਿਸ ਰਹੀ ਸੀ। ਅੱਗੇ ਜਦੋਂ ਵੀ ਆ ਰਿਹਾ ਹੁੰਦਾ ਸੀ ਤਾਂ ਥੱਕਿਆ ਥੱਕਿਆ ਮਾਯੂਸ ਹੁੰਦਾ ਸੀ, ਜਿਵੇਂ ਟੂਟੀ 'ਚੋਂ ਪਾਣੀ ਰੁਕ ਰੁਕ ਕੇ ਨਿਕਲ ਰਿਹਾ ਹੁੰਦਾ। ਅੱਜ ਮਨ ਵਿੱਚ ਖੁਸ਼ੀ ਵੀ ਸੀ, ਹੌਸਲਾ ਜਿਹਾ ਮਿਲ ਗਿਆ ਸੀ। ਚਾਲ ਵਿੱਚ ਭੋਰਾ ਕੁ ਮਸਤੀ ਜਿਹੀ ਵੀ ਆ ਗਈ ਸੀ। ਪਹਿਲੀ ਵਾਰੀ ਉਹਨੇ ਰਸਤੇ 'ਚ ਕਿਸੇ ਹੋਰ ਵੱਲ ਖੁਸ਼ੀ ਨਾਲ ਵੇਖਿਆ ਸੀ। ਵਾਰਡ 'ਚ ਜਾ ਕੇ ਗੀਤਾ ਨੂੰ ਕਿਹਾ, ਡਾਕਟਰ ਸਾਹਿਬ ਤਾਂ ਤੇਰਾ ਆਪਰੇਸ਼ਨ ਵੀ ਕਰਨ ਦੀ ਸੋਚ ਰਹੇ ਸੀ। ਪਹਿਲਾਂ ਤਾਂ ਕਹਿੰਦੇ ਸੀ ਕਿ ਆਪਰੇਸ਼ਨ ਨਹੀਂ ਹੋ ਸਕਦਾ। ਨਾਨੀ ਨਾਲ ਮਿੰਨੀ ਵੀ ਵਾਰਡ 'ਚ ਆ ਗਈ। ਦੀਪਕ ਨੇ ਮਿੰਨੀ ਨੂੰ ਚੁੱਕ ਲਿਆ ਤੇ ਚੁੰਮਣ ਲੱਗਾ। ਦੀਪਕ ਬਹੁਤ ਖੁਸ਼ ਸੀ। ਉਹਨੇ ਮਿੰਨੀ ਨੂੰ ਬੈੱਡ ਤੇ ਬਿਠਾ ਦਿੱਤਾ। ਦੀਪਕ ਨੇ ਗੀਤਾ ਨੂੰ ਕਿਹਾ, ਵੇਖ ਲੈ, ਤੂੰ ਚੱਲੀ ਸੀ, ਮਿੰਨੀ ਨੇ ਆ ਕੇ ਰੱਬ ਦੇ ਘਰੋਂ ਮੋੜ ਲਿਆਂਦਾ। ਜੇ ਮਿੰਨੀ ਨੂੰ ਮੈਂ ਪਹਿਲੇ ਲਿਆਉਂਦਾ ਤਾਂ ਪਹਿਲਾਂ ਠੀਕ ਹੋ ਜਾਣਾ ਸੀ। ਗੀਤਾ ਨੇ ਜਵਾਬ ਦਿੱਤਾ, ਹਾਂ, ਤੁਸੀਂ ਸ਼ਾਇਦ ਠੀਕ ਹੀ ਕਹਿ ਰਹੇ ਹੋ। ਉਸ ਰਾਤ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਨਹੀਂ ਬਚਣਾ,
ਪਰ ਸਵੇਰੇ ਮਿੰਨੀ ਨੂੰ ਮਿਲਣ ਦੀ ਇੱਛਾ ਨੇ ਮੈਨੂੰ ਸਾਰੀ ਰਾਤ ਜਗਾਈ ਰੱਖਿਆ। ਇਸ ਬਾਰੇ ਸੋਚਦੀ ਨੂੰ ਦਰਦ ਵੀ ਭੁੱਲ ਗਿਆ ਸੀ। ਮੈਨੂੰ ਤਾਂ ਲੱਗਦਾ ਹੈ ਸੱਚੀ ਇਸੇ ਨੇ ਮੇਰੇ ਅੰਦਰ ਤਾਕਤ ਭਰੀ ਹੈ। ਗੀਤਾ ਨੇ ਮਿੰਨੀ ਨੂੰ ਪਿਆਰ ਕੀਤਾ ਤੇ ਚੁੰਮਣ ਲੱਗੀ। ਦੀਪਕ ਨੇ ਮਾਤਾ ਨੂੰ ਕਿਹਾ, ਤੁਸੀਂ ਦੋਵੇਂ ਘਰ ਚਲੇ ਜਾਓ, ਫਿਰ ਹਨੇਰਾ ਹੋਣ ਲੱਗ ਜਾਣਾ, ਤੁਸੀਂ ਜਾਓ। ਨਾਲ ਵਾਲੇ ਬੈੱਡ ਕੋਲੋਂ ਇੱਕ ਔਰਤ ਕੋਲ ਆ ਕੇ ਕਹਿਣ ਲੱਗੀ, ਭੈਣ ਜੀ ਤੁਹਾਡੀ ਤਾਂ ਅੱਜ ਛੁੱਟੀ ਹੋਣੀ ਸੀ, ਤੁਸੀਂ ਗਏ ਨਹੀਂ, ਕੀ ਗੱਲ ਹੋ ਗਈ? ਦੀਪਕ ਨੇ ਕਿਹਾ, ਡਾਕਟਰ ਸਾਹਿਬ ਨੇ ਕਿਹਾ ਕਿ ਇਹਦਾ ਆਪਰੇਸ਼ਨ ਕਰ ਦਿੰਦੇ ਹਾਂ, ਕੁਝ ਦਿਨ ਹੋਰ ਇੱਥੇ ਰੁਕੋ। ਉਸ ਔਰਤ ਨੇ ਬੜੀ ਦੁਖੀ ਜਿਹੇ ਲਹਿਜੇ ਨਾਲ ਕਿਹਾ, ਭੈਣ ਜੀਆਂ ਨੇ ਬਹੁਤ ਦੁੱਖ ਝੱਲੇ ਨੇ, ਸਾਰੀ ਰਾਤ ਦਰਦ ਨਾਲ ਚੀਖਦੇ ਰਹਿੰਦੇ ਸਨ। ਚਲੋ ਮਾਲਕ ਭਲੀ ਕਰੇ, ਜੇ ਆਪਰੇਸ਼ਨ ਹੋ ਗਿਆ ਤਾਂ ਭੈਣ ਜੀ ਠੀਕ ਹੋ ਜਾਣਗੇ। ਫਿਰ ਉਹਨੇ ਕਿਹਾ, ਸਾਡੇ ਤਾਂ ਪਹਾੜੀਆਂ 'ਚ ਕਹਾਵਤ ਹੈ ਕਿ ਬਿਮਾਰੀ ਇੱਕ ਵਾਰੀ ਪਹਾੜ ਵਾਂਗ ਚੜ੍ਹ ਕੇ ਆਉਂਦੀ ਹੈ ਤੇ ਜੇ ਬੰਦਾ ਹੌਸਲਾ ਨਾ ਛੱਡੇ ਤਾਂ ਬਿਮਾਰੀ ਦਾ ਹੌਸਲਾ ਟੁੱਟ ਜਾਂਦਾ ਹੈ, ਫਿਰ ਉਹ ਤੋਂ ਦੁਬਾਰਾ ਨਹੀਂ ਜੇ ਚੜ੍ਹ ਹੁੰਦਾ। ਬਸ ਬੰਦਾ ਹੌਸਲਾ ਨਾ ਹਾਰੇ। ਦੀਪਕ ਨੇ ਕਿਹਾ, ਭੈਣ ਜੀ ਮੈਂ ਮਾਤਾ ਤੇ ਬੇਟੀ ਨੂੰ ਆਟੋ ਤੇ ਬਿਠਾ ਕੇ ਆਇਆ, ਤੁਸੀਂ ਜ਼ਰਾ ਗੀਤਾ ਦਾ ਧਿਆਨ ਰੱਖਿਓ। ਉਸ ਔਰਤ ਨੇ ਕਿਹਾ ਕਿ ਵੀਰ ਜੀ ਕੀ ਗੱਲ ਪਏ ਕਰਦੇ ਹੋ, ਇਹ ਤਾਂ ਸਾਡੀ ਆਪਣੀ ਧੀਆਂ ਵਰਗੀ ਹੈ, ਅਸੀਂ ਪਹਿਲਾਂ ਵੀ ਤਾਂ ਪੂਰਾ ਧਿਆਨ ਰੱਖੀਦਾ। ਇੱਥੇ ਤਾਂ ਵੀਰ ਜੀ ਆਪਸ 'ਚ ਮਿਲ ਜੁਲ ਕੇ ਧਿਆਨ ਰੱਖਣਾ ਪੈਂਦਾ ਇੱਕ ਦੂਜੇ ਦਾ। ਭੈਣ ਜੀਆਂ ਨਾਲ ਤਾਂ ਸਾਡੀ ਗੂੜੀ ਸਾਂਝ ਹੋਈ ਪਈ ਹੈ। ਆਹ ਸਾਰੇ ਬੈੱਡਾਂ ਵਾਲੇ ਹਮਸਾਇਆਂ ਵਾਂਗ ਹੀ ਰਹਿੰਦੇ ਨੇ, ਭਾਵੇਂ ਸਭ ਵੱਖੋ ਵੱਖ ਥਾਵਾਂ ਤੋਂ ਆਏ ਨੇ। ਇੱਥੇ ਤਾਂ ਇੱਕ ਹੀ ਪਰਿਵਾਰ ਵਾਂਗ ਰਹਿਣਾ ਪੈਂਦਾ। ਵੀਰ ਜੀ ਜਾਓ ਤੁਸੀਂ, ਅਸੀਂ ਵੇਖ ਲਾਂਗੇ, ਕੋਈ ਨਾ। ਦੀਪਕ ਮਾਤਾ ਜੀ ਤੇ ਮਿੰਨੀ ਨੂੰ ਲੈ ਕੇ ਬਾਹਰ ਆ ਰਿਹਾ ਸੀ ਤਾਂ ਮਾਤਾ ਨੇ ਕਿਹਾ ਕਿ ਪਹਾੜਨ ਸਿਰ ਬਹੁਤ ਖਾਂਦੀ ਹੈ, ਜਦੋਂ ਕਿਤੇ ਕੋਲ ਬਹਿ ਜਾਂਦੀ ਹੈ, ਅਸੀਂ ਪਹਾੜੀ ਇਸ ਤਰ੍ਹਾਂ ਕਰਦੇ ਹਾਂ, ਅਸੀਂ ਪਹਾੜੀ ਉਸ ਤਰ੍ਹਾਂ ਕਰਦੇ ਹਾਂ, ਪਤਾ ਨਹੀਂ ਕੀ ਕਹਾਣੀਆਂ ਸੁਣਾਉਂਦੀ ਰਹਿੰਦੀ ਹੈ। ਮੇਰਾ ਤਾਂ ਧਰਮ ਨਾਲ ਸਿਰ ਹੀ ਦੁਖਣ ਲੱਗ ਜਾਂਦਾ ਇਹਦੀਆਂ ਕਹਾਣੀਆਂ ਸੁਣ ਕੇ। ਦੀਪਕ ਮਿੰਨੀ ਤੇ ਮਾਤਾ ਨੂੰ ਭੇਜ ਕੇ ਗੀਤਾ ਕੋਲ ਆ ਕੇ ਬਹਿ ਗਿਆ। ਉਹਨੇ ਗੀਤਾ ਦਾ ਹੱਥ ਫੜਿਆ ਤੇ ਫਿਰ ਥੋੜ੍ਹੀ ਦੇਰ ਬਾਅਦ ਰੋਣ ਲੱਗ ਪਿਆ। ਗੀਤਾ ਦਾ ਮੁਸਕਰਾਉਂਦਾ ਹੋਇਆ ਚਿਹਰਾ ਫਿਰ ਉਤਰ ਗਿਆ। ਉਹ ਕਹਿੰਦੀ, ਕੀ ਹੋ ਗਿਆ? ਕਿ ਡਾਕਟਰਾਂ ਨੇ ਫਿਰ ਤੋਂ ਜਵਾਬ ਦੇ ਦਿੱਤਾ ਹੈ? ਕੀ ਕਹਿੰਦੇ ਨਹੀਂ ਬਚਣਾ? ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਘਰ ਚਲਦੇ ਆ, ਐਵੇਂ ਖਰਚਾ ਪਾਈ ਜਾਂਦੇ ਹੋ, ਮੈਂ ਠੀਕ ਨਹੀਂ ਜੇ ਹੋਣਾ। ਡਾਕਟਰ ਜੀ ਨੇ ਭਾਵੇਂ ਕਹਿ ਦਿੱਤਾ, ਪਰ ਹੋਰ 4 ਦਿਨਾਂ ਦਾ ਖਰਚਾ ਤਾਂ ਪਾਈ ਦੇਣਾ। ਬਿਨਾਂ ਬਿੱਲ ਦੇ ਜਾਨ ਭਾਵੇਂ ਛੁੱਟ ਜਾਏ, ਇਹਨਾਂ ਹਸਪਤਾਲਾਂ ਦੇ ਬਿੱਲ ਨਹੀਂ ਛੁੱਟਣੇ। ਗੀਤਾ ਦਾ ਮੂੰਹ ਬਿਲਕੁਲ ਹੀ ਅਫਸੋਸਿਆ ਗਿਆ। ਦੀਪਕ ਨੇ ਕਿਹਾ, ਮੇਰਾ ਇਹ ਮਤਲਬ ਨਹੀਂ ਸੀ, ਡਾਕਟਰ ਜੀ ਨੇ ਤਾਂ ਕੁਝ ਕਿਹਾ ਨਹੀਂ, ਇਹ ਤਾਂ ਵੈਸੇ ਹੀ ਮਨ ਛਲਕ ਗਿਆ। ਗੀਤਾ ਨੇ ਕਿਹਾ ਕਿ ਤੁਸੀਂ ਤਾਂ ਐਵੇਂ ਹੀ ਡਰਾ ਦਿੱਤਾ ਸੀ, ਮੈਂ ਤਾਂ ਦੁਪਹਿਰ ਦੀ ਇੰਨੀ ਖੁਸ਼ ਸਾਂ ਕਿ ਮੇਰੇ ਤਾਂ ਪੈਰ ਵੀ ਭੁੰਜੇ ਨਹੀਂ ਲੱਗ ਰਹੇ। ਦੀਪਕ ਨੇ ਗੱਲ ਦੇ ਵਿੱਚ ਹੀ ਕਹਿ ਦਿੱਤਾ, ਤੇਰੇ ਪੈਰ ਤਾਂ ਭੁੰਜੇ ਨਹੀਂ ਲੱਗ ਰਹੇ ਕਿਉਂਕਿ ਬੈੱਡ ਉੱਚਾ ਕੀਤਾ ਹੋਇਆ। ਦੀਪਕ ਨੇ ਮਜ਼ਾਕ ਕਰਦੇ ਹੋਏ ਕਿਹਾ। ਦੋਵਾਂ ਦਾ ਨਿੱਕਾ ਨਿੱਕਾ ਹਾਸਾ ਨਿਕਲ ਗਿਆ। ਦੋਵੇਂ ਜਣੇ ਮਹੀਨਿਆਂ ਬਾਅਦ ਆਪੋ ਵਿੱਚ ਹੀ ਹੱਸੇ। ਦੀਪਕ ਨੇ ਮੁੜ ਕੇ ਵੇਖਿਆ ਤਾਂ ਮਿੰਨੀ ਭੱਜੀ ਆ ਰਹੀ ਸੀ। ਪਿੱਛੇ ਉਹਦੀ ਨਾਨੀ ਵੀ ਤੁਰੀ ਆ ਰਹੀ ਸੀ। ਦੀਪਕ ਨੇ ਬੜੀ ਹੈਰਾਨੀ ਨਾਲ ਕਿਹਾ, ਆਹ ਕੀ, ਮੈਂ ਤਾਂ ਤੁਹਾਨੂੰ ਆਟੋ 'ਚ ਬਿਠਾ ਕੇ ਆਇਆ ਸੀ, ਤੁਸੀਂ ਕਿਸ ਤਰ੍ਹਾਂ ਵਾਪਸ ਆ ਗਏ? ਮਾਤਾ ਜੀ ਨੇ ਜਵਾਬ ਦਿੱਤਾ ਕਿ ਹਾਲੇ ਆਟੋ ਤੁਰਿਆ ਹੀ ਸੀ ਕਿ ਮਿੰਨੀ ਰੋਣ ਲੱਗ ਪਈ। ਫਿਰ ਮੇਰਾ ਵੀ ਰੋਣ ਨਿਕਲ ਗਿਆ। ਮਿੰਨੀ ਕਹਿੰਦੀ, ਮੰਮੀ ਦਾ ਮੇਰੇ ਬਿਨਾਂ ਦਿਲ ਨਹੀਂ ਲੱਗਣਾ। ਮੈਂ ਸੋਚਿਆ ਜੇ ਮਿੰਨੀ ਦੀ ਮਾਂ ਦਾ ਦਿਲ ਨਹੀਂ ਲੱਗਣਾ ਤੇ ਗੀਤਾ ਦੀ ਮਾਂ ਦਾ ਦਿਲ ਕਿਹੜਾ ਘਰ ਜਾ ਕੇ ਲੱਗ ਜਾਣਾ, ਇਸ ਲਈ ਅਸੀਂ ਦੋਵੇਂ ਵਾਪਸ ਆ ਗਈਆਂ। ਗੀਤਾ ਦੀ ਮਾਂ ਦੀ ਗੱਲ ਸੁਣ ਕੇ ਹਾਸਾ ਨਿਕਲ ਗਿਆ। ਕਹਿਣ ਲੱਗੀ, ਰਹਿਣ ਦਿਓ ਇਹਨਾਂ ਨੂੰ ਵੀ ਇੱਥੇ। ਮਿੰਨੀ ਨੂੰ ਵੇਖ ਕੇ ਮੇਰੇ ਮਨ ਨੂੰ ਪਤਾ ਨਹੀਂ ਕੀ ਹੁੰਦਾ। ਦੀਪਕ ਨੇ ਜ਼ਰਾ ਕੁ ਗੁੱਸੇ ਨਾਲ ਕਿਹਾ, ਜੇ ਤੁਸੀਂ ਨਹੀਂ ਜਾਣਾ ਸੀ ਤਾਂ ਪਹਿਲਾਂ ਦੱਸ ਦਿੰਦੀਆਂ, ਮੈਂ ਘਰ ਪਿਤਾ ਜੀ ਦੀ ਰਾਤ ਦੀ ਰੋਟੀ ਦਾ ਪ੍ਰਬੰਧ ਕਰਕੇ ਹੀ ਆਉਂਦਾ। ਚਲੋ ਕੋਈ ਨਹੀਂ, ਮੈਂ ਕਿਸੇ ਗੁਆਂਢੀ ਨੂੰ ਫੋਨ ਕਰ ਦਿੰਦਾ, ਬਾਪੂ ਨੂੰ ਰੋਟੀ ਭੇਜ ਦਿਓ। ਗੀਤਾ ਨੇ ਕਿਹਾ, ਹੁਣ ਕਿਸ ਨੇ ਘਰ ਜਾ ਕੇ ਰੋਟੀ ਦੇਣੀ ਪਿਤਾ ਜੀ ਨੂੰ? ਦੀਪਕ ਨੇ ਕਿਹਾ ਕਿ ਉਹ ਪਿਛਲੀ ਗਲੀ 'ਚ ਨੀਰਜ ਨਹੀਂ ਹੈ, ਮੇਰਾ ਸੈਰ ਵਾਲਾ ਯਾਰ, ਮੈਂ ਉਹਨੂੰ ਕਹਿ ਦਿੰਦਾ, ਉਹ ਕੱਲ੍ਹ ਵੀ ਆਇਆ ਸੀ ਤੇਰਾ ਹਾਲ ਚਾਲ ਪੁੱਛਣ। ਮੈਂ ਉਹਨੂੰ ਕਿਹਾ ਕਿ ਉਹਦੀ ਘਰਵਾਲੀ ਵੀ ਪ੍ਰੈਗਨੈਂਟ ਹੈ, ਕਿਸੇ ਸਮੇਂ ਵੀ ਖੁਸ਼ਖਬਰੀ ਆ ਸਕਦੀ ਹੈ। ਦੀਪਕ ਉੱਠ ਕੇ ਬਾਹਰ ਚਲਾ ਗਿਆ ਤੇ ਉਹਨੇ ਨੀਰਜ ਨੂੰ ਫੋਨ ਕੀਤਾ। ਦੀਪਕ ਨੇ ਫੋਨ ਤੇ ਨੀਰਜ ਨੂੰ ਕਿਹਾ ਕਿ ਵੀਰੇ, ਘਰੇ ਬਾਪੂ ਇਕੱਲਾ ਹੀ ਹੈ, ਅਸੀਂ ਹਸਪਤਾਲ ਤੋਂ ਲੇਟ ਹੋ ਗਏ ਹਾਂ, ਤੂੰ ਯਾਰ ਬਾਪੂ ਨੂੰ ਰਾਤੀ ਰੋਟੀ ਦੇ ਆਵੀਂ। ਅੱਗੋਂ ਨੀਰਜ ਨੇ ਕਿਹਾ ਕਿ ਕੋਈ ਗੱਲ ਨਹੀਂ ਯਾਰ, ਅੱਜ ਮੈਂ ਤੇ ਬਾਪੂ ਮੁਰਗਾ ਖਾਵਾਂਗੇ, ਨਾਲੇ 2 ਪੈਗ ਵੀ ਲਾਵਾਂਗੇ, ਤੂੰ ਫਿਕਰ ਨਾ ਕਰ। ਸਾਹਮਣੇ ਬੈੱਡ ਤੋਂ ਫਾਤਮਾ ਉੱਠ ਕੇ ਆਈ ਤੇ ਪੁੱਛਣ ਲੱਗੀ, ਬਾਜੀ ਅੱਜ ਬੜੀ रौनक लगी हुई है, नानी जान, अम्मा जान और बेटी जान सभी यहाँ मौजूद हैं, बहुत खुशी मना हो रही है, हमको भी बताओ क्या माजरा है। गीता ने कहा, की माजरा भैन जी, दुखों चों हासे लभ रहे हैं, साड़ियाँ तो खुशियां ही पता नहीं किधर उड पुड गई। डॉक्टर कह गए ने कि खुश रहो तो छेती ठीक हो जाओगे।
ਬਸ ਉਹੀ ਲਾਫਟਰ ਥੈਰੇਪੀ ਜਿਹੜੀ ਰੋਜ਼ ਇਹ ਸਵੇਰੇ ਕਰਾਉਂਦੇ ਹੁੰਦੇ ਨੇ, ਉਹੀ ਬਸ ਸ਼ਾਮ ਨੂੰ ਕਰ ਰਹੇ ਆ। ਅੱਗੋਂ ਫਾਤਮਾ ਨੇ ਕਿਹਾ, ਤੁਸੀਂ ਬਿਲਕੁਲ ਸਹੀ ਫਰਮਾਇਆ ਬਾਜੀ। ਸੁਬਹ ਸੁਬਹ ਮੈਨੂੰ ਵੀ ਡਾਕਟਰ ਕਹਿ ਰਹੇ ਸੀ ਕਿ ਤੁਸੀਂ ਵੀ ਲਾਟਰ ਟ੍ਰੈਟੀ करो। मैंने तो बोल दिया कि डॉक्टर जी को हमसे ना होती ये लाटर ट्रैटी, तुम मरीजन को कराओ, हम थोड़ा मरीज हैं। लाटर ट्रैटी सुन के गीता ਦਾ ਫਿਰ ਹਾਸਾ ਨਿਕਲ ਗਿਆ। ਜਿਸ ਦਿਨ ਤੋਂ ਗੀਤਾ ਦਾਖਲ ਹੋਈ ਸੀ ਇੱਕ ਵਾਰੀ ਵੀ ਨਹੀਂ ਹੱਸੀ ਸੀ, ਪਰ ਅੱਜ ਲੱਗਦਾ ਸੀ ਉਹਨੇ ਹਾਸਿਆਂ ਦਾ ਸਾਰਾ ਕੋਟਾ ਪੂਰਾ ਕਰਕੇ ਹੀ ਸਾਹ ਲੈਣਾ ਸੀ। ਗੀਤਾ ਨੇ ਬੈੱਡ ਤੋਂ ਆਪ ਹੀ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ ਤੇ ਬੈੱਡ ਤੋਂ ਪੈਰ ਲਮਕਾ ਕੇ ਬੈਠ ਗਈ, ਕਿਉਂਕਿ ਅੱਜ ਛੁੱਟੀ ਹੋਣੀ ਸੀ, ਇਸ ਲਈ ਡ੍ਰਿਪ ਵੀ ਉਤਾਰੀ ਹੋਈ ਸੀ। ਗੀਤਾ ਦਾ ਜੀ ਕਰ ਰਿਹਾ ਸੀ ਕਿ ਥੋੜਾ ਜਿਹਾ ਤੁਰੇ। ਉਹਨੇ ਉੱਠਣ ਦਾ ਹੌਸਲਾ ਕੀਤਾ ਤੇ ਪਹਿਲਾਂ ਇੱਕ ਪੈਰ ਹੇਠਾਂ ਲਾਇਆ, ਫਿਰ ਦੂਜਾ ਪੈਰ ਵੀ ਲਾ ਲਿਆ। ਗੀਤਾ ਨੇ ਮਾਂ ਨੂੰ ਕਿਹਾ, ਤੂੰ ਮਾੜਾ ਜਿਹਾ ਸਹਾਰਾ ਦੇ ਤੇ ਮੈਂ ਬਾਥਰੂਮ ਹੋ ਆਵਾਂ। ਹੌਲੀ ਹੌਲੀ ਤੁਰ ਕੇ ਬਾਥਰੂਮ ਵੱਲ ਚਲੀ ਗਈ। ਮਿੰਨੀ ਬੈੱਡ ਦੇ ਕੋਲ ਸਟੂਲ ਤੇ ਬੈਠੀ ਸੀ। ਉਧਰੋਂ ਸਟਾਫ ਜੈਸਮੀਨ ਆਈ ਤੇ ਵੇਖ ਕੇ ਹੈਰਾਨ ਰਹਿ ਗਈ ਕਿ ਮਰੀਜ਼ ਬੈੱਡ ਉੱਤੇ ਨਹੀਂ ਹੈ। ਉਹ ਚੀਖਣ ਲੱਗੀ, ਆ ਪੇਸ਼ੈਂਟ ਕਿੱਧਰ ਗਿਆ? ਕੋਲ ਬੈਠੀ ਮਿੰਨੀ ਤੋਂ ਪੁੱਛਿਆ, ਬੇਟੀ ਕਿੱਧਰ ਹੈ ਮੰਮੀ? ਮਿੰਨੀ ਨੇ ਬਾਹਰ ਵੱਲ ਇਸ਼ਾਰਾ ਕਰ ਦਿੱਤਾ। ਜੈਸਮੀਨ ਛੇਤੀ ਛੇਤੀ ਬਾਹਰ ਵੱਲ ਭੱਜੀ। ਪੇਸ਼ੈਂਟ ਬੈੱਡ ਤੋਂ ਹਿੱਲ ਵੀ ਨਹੀਂ ਸਕਦਾ ਸੀ, ਪਰ ਪੇਸ਼ੈਂਟ ਗਿਆ ਕਿੱਧਰ? ਉਹ ਹਫੜਾ ਦਫੜੀ 'ਚ ਵਾਪਸ ਵਾਰਡ 'ਚ ਆਈ। ਉਹਨੇ ਵੇਖਿਆ ਗੀਤਾ ਬਾਥਰੂਮ ਵੱਲੋਂ ਅੰਦਰ ਆ ਰਹੀ ਸੀ। ਜੈਸਮੀਨ ਉਹਨੂੰ ਵੇਖ ਕੇ ਹੈਰਾਨ ਰਹਿ ਗਈ। ਉਹ ਚੀਖਦੀ ਬੋਲੀ, ਤੁਸੀਂ ਕਿਹਨੂੰ ਪੁੱਛ ਕੇ ਬੈੱਡ ਤੋਂ ਉੱਠੇ? ਤੁਹਾਨੂੰ ਪਤਾ ਹੈ ਨਾ ਕਿ ਹਿੱਲਣ ਜੁਲਣ ਨਾਲ ਤੁਹਾਨੂੰ ਦਰਦ ਸ਼ੁਰੂ ਹੋ ਜਾਂਦਾ, ਤੁਸੀਂ ਤੁਰੇ ਫਿਰ ਰਹੇ ਹੋ। ਗੀਤਾ ਨੇ ਕਿਹਾ, ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਅੱਜ ਕੱਲ੍ਹ ਦੀ ਹੀ ਮਹਿਮਾਨ ਹਾਂ। ਮੈਂ ਸੋਚਿਆ ਤੁਹਾਡੇ ਵਾਰਡ 'ਚ ਮੈਨੂੰ ਆਈ ਨੂੰ ਮਹੀਨਾ ਭਰ ਹੋ ਗਿਆ, ਹਾਲੇ ਤੱਕ ਵਾਸ਼ਰੂਮ ਵੀ ਨਹੀਂ ਵੇਖੇ। ਮਨ ਕੀਤਾ ਮਰਨ ਤੋਂ ਪਹਿਲਾਂ ਇੱਕ ਵਾਰੀ ਆ ਵੀ ਵੇਖ ਲਵਾਂ। ਕੋਲ ਖੜੀ ਦੂਸਰੀ ਸਟਾਫ ਜਸਵੀਰ ਮਰਨ ਦੀਆਂ ਗੱਲਾਂ ਸੁਣ ਕੇ ਇੱਕਦਮ ਖਿਝ ਕੇ ਬੋਲੀ, ਵੇਖੋ ਤੁਹਾਡੀ ਜੋ ਮਰਜ਼ੀ ਹਾਲਤ ਹੋਏ ਸਿਹਤ ਦੀ, ਇਹ ਅਲੱਗ ਗੱਲ ਹੈ, ਪਰ ਮੇਰੇ ਵਾਰਡ 'ਚ ਇਹ ਮਰਨ ਦੀ ਗੱਲ ਹੁਣ ਤਾਂ ਕਰ ਲਈ, ਪਰ ਅੱਗੋਂ ਤੋਂ ਮੇਰੇ ਸਾਹਮਣੇ ਮਰਨ ਦੀ ਗੱਲ ਮੇਰੇ ਵਾਰਡ 'ਚ ਕਰਨੀ ਤਾਂ ਦੂਰ, ਦਿਮਾਗ ਵਿੱਚ ਵੀ ਨਹੀਂ ਲਿਆਉਣੀ, ਸਮਝ ਗਏ ਨਾ? ਸਾਡਾ ਇੱਥੇ ਸਭ ਦਾ ਜ਼ੋਰ ਲੱਗ ਜਾਂਦਾ ਹੈ ਮਰੀਜ਼ਾਂ ਨੂੰ ਬਚਾਉਣ ਲਈ, ਤੇ ਤੁਸੀਂ ਮਜ਼ਾਕ ਸਮਝ ਰਹੇ ਹੋ। ਅਸੀਂ ਸਾਰੀ ਸਾਰੀ ਰਾਤ ਜਾਗਦੀਆਂ, ਕਿਤੇ ਕਿਸੇ ਮਰੀਜ਼ ਨੂੰ ਕੁਝ ਹੋ ਨਾ ਜਾਏ। ਤੁਸੀਂ ਮਰਨ ਦੀਆਂ ਗੱਲਾਂ ਕਰ ਰਹੇ ਹੋ। ਬਸ ਹੁਣ ਕਹਿ ਦਿੱਤਾ ਨਾ ਕਿ ਕੋਈ ਵੀ ਮਰਨ ਦੀ ਗੱਲ ਨਹੀਂ ਕਰੇਗਾ। ਜਸਪੀਰ ਨੇ ਕਿਹਾ, ਇੱਕ ਗੱਲ ਦੱਸੋ, ਬਾਥਰੂਮ ਕੋਈ ਵੇਖਣ ਵਾਲੀ ਚੀਜ਼ ਹੈ? ਗੀਤਾ ਨੇ ਜ਼ਰਾ ਮੁਸਕਰਾ ਕੇ ਕਿਹਾ, ਵੈਸੇ ਵੇਖਣ ਵਾਲੀ ਚੀਜ਼ ਤਾਂ ਨਹੀਂ ਹੈ, ਪਰ ਤੁਸੀਂ ਵੇਖਣ ਜੋਗੇ ਰੱਖੇ ਵੀ ਨਹੀਂ ਹਨ। ਗੋਡੇ ਗੋਡੇ ਤਾਂ ਚਿੱਕੜ ਹੋਇਆ ਪਿਆ ਉੱਥੇ। ਉੱਥੇ ਤਾਂ ਚੰਗੇ ਭਲੇ ਬੰਦੇ ਨੂੰ ਕੁਝ ਨਾ ਆਵੇ, ਮਰੀਜ਼ ਨੂੰ ਤਾਂ ਕੀ ਆਉਣਾ ਹੈ ਕੁਝ। ਜੈਸਮੀਨ ਬੋਲੀ, ਤੂੰ ਬਾਥਰੂਮਾਂ ਦੀ ਇੰਸਪੈਕਸ਼ਨ ਕਰਨ ਗਈ ਸੀ? ਚੁੱਪ ਕਰਕੇ ਬੈੱਡ ਤੇ ਲੇਟੋ, ਨਹੀਂ ਤਾਂ ਡਾਕਟਰ ਸਾਹਿਬ ਗੁੱਸੇ ਹੋਣਗੇ। ਜੈਸਮੀਨ ਰੌਲਾ ਪਾਉਂਦੀ ਵਾਰਡ 'ਚੋਂ ਬਾਹਰ ਨਿਕਲ ਗਈ। ਜੈਸਮੀਨ ਨੂੰ ਬੋਲਦੀ ਜਾਂਦੀ ਵੇਖ ਕੇ ਕੋਲੋਂ ਲੰਘਦੇ ਡਾਕਟਰ ਰਾਜੇਸ਼ ਨੇ ਪੁੱਛਿਆ, ਸਿਸਟਰ ਜੀ ਕੀ ਹੋ ਗਿਆ, ਇੰਨਾ ਗੁੱਸਾ ਕਿਉਂ ਕਰ ਰਹੇ? ਜੈਸਮੀਨ ਨੇ ਕਿਹਾ ਕਿ ਉਹ ਤੁਹਾਡੀ ਪੇਸ਼ੈਂਟ ਸੀ ਨਾ ਗੀਤਾ, ਪਤਾ ਨਹੀਂ ਕੀ ਕਰ ਰਹੀ ਸੀ, ਬਾਥਰੂਮਾਂ ਦੀ ਇੰਸਪੈਕਸ਼ਨ ਕਰ ਰਹੀ ਸੀ। ਮੈਂ ਕਿਹਾ, ਤੁਸੀਂ ਬੈੱਡ ਤੋਂ ਹਿੱਲ ਨਹੀਂ ਸਕਦੇ ਤੇ ਉੱਠ ਕੇ ਬਾਥਰੂਮ 'ਚ ਘੁੰਮ ਰਹੇ ਹੋ। ਡਾਕਟਰ ਰਾਜੇਸ਼ ਨੇ ਕਿਹਾ, ਰੁਕ ਕੀ ਉਹ ਆਪ ਤੁਰ ਕੇ ਵਾਸ਼ਰੂਮ 'ਚ ਗਈ ਸੀ? ਜੈਸਮੀਨ ਨੇ ਜਵਾਬ ਦਿੱਤਾ, ਹਾਂ ਸਰ, ਕੀ ਹੋਇਆ? ਤੁਸੀਂ ਬੜੀ ਹੈਰਾਨੀ ਨਾਲ ਵੇਖ ਰਹੇ ਹੋ ਮੇਰੇ ਵੱਲ। ਮੈਂ ਉਹਨੂੰ ਹੁਣੇ ਹੀ ਬੈੱਡ ਤੇ ਲਿਟਾ ਕੇ ਆਈ ਹਾਂ ਤੇ ਉਹਨੂੰ ਇਹ ਵੀ ਕਹਿ ਕੇ ਆਈ ਹਾਂ ਕਿ ਜੇ ਬੈੱਡ ਤੋਂ ਹਿੱਲੀ ਤਾਂ ਡਾਕਟਰ ਸਾਹਿਬ ਗੁੱਸਾ ਹੋਣਗੇ। ਡਾਕਟਰ ਰਾਜੇਸ਼ ਛੇਤੀ ਛੇਤੀ ਵਾਰਡ ਵੱਲ ਚਲੇ ਗਏ। ਉਹ ਜਾ ਕੇ ਸਿੱਧੇ ਹੀ ਗੀਤਾ ਦੇ ਬੈੱਡ ਕੋਲ ਖੜੇ ਹੋਏ। ਉੱਥੇ ਜਾ ਕੇ ਕਹਿਣ ਲੱਗੇ, ਮੈਂ ਸੁਣਿਆ ਤੁਸੀਂ ਆਪਣੇ ਆਪ ਉੱਠ ਕੇ ਘੁੰਮ ਰਹੇ ਸੀ। ਗੀਤਾ ਨੇ ਲੇਟੇ ਜਵਾਬ ਦਿੱਤਾ, ਮੈਂ ਤਾਂ ਨਹੀਂ ਉੱਠ ਰਹੀ ਸੀ, ਇਹ ਤਾਂ ਮਾਂ ਜ਼ਿੱਦ ਕਰਨ ਲੱਗੀ ਕਿ ਕੀ ਮੰਜੇ ਨਾਲ ਜੁੜੀ ਪਈ ਹੈ, ਆ ਵੀ ਉੱਠ ਜਾਇਆ ਕਰ, ਤਾਂ ਮੈਂ ਮਾਂ ਤੇ ਕਹਿਣ ਤੇ ਉੱਠੀ ਸੀ। ਮੈਂ ਵੀ ਗੀਤਾ ਵੱਲ ਹੈਰਾਨੀ ਨਾਲ ਵੇਖਣ ਲੱਗੀ ਕਿ ਗੀਤਾ ਨੇ ਮੇਰਾ ਕਿਉਂ ਨਾਮ ਲੈ ਦਿੱਤਾ। ਮਾਤਾ ਜੀ ਵੀ ਬੋਲ ਪਏ, ਨਹੀਂ ਡਾਕਟਰ, ਮੈਂ ਕੁਝ ਨਹੀਂ ਕਿਹਾ, ਇਹ ਤਾਂ ਆਪ ਹੀ ਗਈ ਸੀ। ਗੀਤਾ ਨੇ ਹੱਸ ਕੇ ਕਿਹਾ, ਕੋਈ ਨਾ ਮਾਂ, ਡਾਕਟਰ ਜੀ ਮੈਂ ਆਪ ਹੀ ਗਈ ਸੀ। ਡਾਕਟਰ ਰਾਜੇਸ਼ ਨੇ ਕਿਹਾ, ਮੈਂ ਤਾਂ ਖੁਸ਼ ਹਾਂ ਕਿ ਤੁਸੀਂ ਉੱਠ ਕੇ ਤੁਰੇ ਹੋ। ਮੈਂ ਤਾਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਤੁਸੀਂ ਠੀਕ ਹੋ ਜਾਣਾ। ਹੁਣ ਤੁਸੀਂ ਸਾਰਾ ਸਮਾਂ ਬੈੱਡ ਤੇ ਨਾ ਲੇਟੋ, ਉੱਠੋ ਤੇ ਥੋੜਾ ਥੋੜਾ ਤੁਰੋ ਫਿਰੋ, ਖਾਓ ਪੀਓ, ਥੋੜੀ ਥੋੜੀ ਦੇਰ ਬਾਅਦ 20 ਕਦਮ ਤੁਰੋ ਵੀ। ਹੁਣ ਦਰਦ ਦਾ ਕੀ ਹਾਲ ਹੈ? ਕੀ ਤੁਰਦੇ ਸਮੇਂ ਦਰਦ ਤਾਂ ਨਹੀਂ ਹੋਇਆ? ਗੀਤਾ ਨੇ ਕਿਹਾ, ਨਹੀਂ ਸਰ, ਹੁਣ ਜਦੋਂ ਮੈਂ ਤੁਰੀ ਸਾਂ ਤਾਂ ਮੈਨੂੰ ਸਰੀਰ ਹਲਕਾ ਹਲਕਾ ਜਿਹਾ ਮਹਿਸੂਸ ਹੋ ਰਿਹਾ ਸੀ। ਗੀਤਾ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤੇ ਬੈੱਡ ਨਾਲ ਢੋ ਜਿਹਾ ਲਾ ਕੇ ਬੈਠ ਗਈ। ਉਹਨੇ ਡਾਕਟਰ ਸਾਹਿਬ ਤੋਂ ਪੁੱਛਿਆ ਕਿ ਉਸਨੂੰ ਭੁੱਖ ਜਿਹੀ ਮਹਿਸੂਸ ਹੋ ਰਹੀ ਹੈ। ਡਾਕਟਰ ਨੇ ਕਿਹਾ, ਹਾਂ, ਤੁਸੀਂ ਜੂਸ ਸ਼ੁਰੂ ਕਰੋ ਤੇ ਹਲਕਾ ਹਲਕਾ ਦਲੀਆ ਲੈ ਸਕਦੇ ਹੋ। ਮੈਂ ਤੁਹਾਡੀਆਂ ਰਿਪੋਰਟਸ ਉਡੀਕ ਰਿਹਾ, ਜੇ ਉਹ ਠੀਕ ਹੋਈਆਂ ਤਾਂ 2-3 ਦਿਨਾਂ ਤੱਕ ਆਪਰੇਸ਼ਨ ਦਾ ਸੋਚ ਸਕਦੇ ਹਾਂ। ਡਾਕਟਰ ਸਾਹਿਬ ਦੇ ਪਿੱਛੇ ਦੀਪਕ ਹੱਥ ਜੋੜ ਕੇ ਖੜਾ ਸੀ। ਉਹਨੇ ਡਾਕਟਰ ਸਾਹਿਬ ਦੇ ਪੈਰੀਂ ਹੱਥ ਲਾਏ ਤੇ ਰੋਂਦਾ ਰੋਂਦਾ ਬੋਲਿਆ, ਡਾਕਟਰ ਸਾਹਿਬ, ਤੁਸੀਂ ਮੇਰੀ ਦੁਨੀਆ ਉੱਜੜਨੋਂ ਬਚਾ ਲਈ। ਇਹਦੇ ਬਿਨਾਂ ਤਾਂ ਮੈਂ ਕਾਸੇ ਦਾ ਵੀ ਨਾ ਰਹਿੰਦਾ। ਤੁਹਾਡਾ ਸ਼ੁਕਰੀਆ ਮੈਂ ਕਿੱਦਾਂ ਅਦਾ ਕਰ ਸਕਦਾ?
ਡਾਕਟਰ ਰਾਜੇਸ਼ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਹੌਸਲਾ ਦਿੱਤਾ। ਰੱਬ ਹੈ ਸਭ। ਅਸੀਂ ਤਾਂ ਰਹੇ ਹਾਂ, ਉਹਨੂੰ ਲੱਭ। ਉਹੀ ਕਰਨ ਕਰਾਉਣ ਵਾਲਾ ਹੈ। ਤੁਸੀਂ ਵੀ ਉਸੇ ਦੇ ਹੁਕਮ ਹੇਠਾਂ ਚੱਲਦੇ ਹੋ। ਸਾਹਮਣੇ ਬੈੱਡ ਕੋਲ ਬੈਠੀ ਫਾਤਿਮਾ ਨੇ ਹੱਥ ਉੱਪਰ ਕੀਤੇ ਦੁਆ ਕਰਨ ਲੱਗੀ। ਹੇ ਅੱਲਾ ਮੀਆਂ, ਇਸ ਬੱਚੀ ਨੂੰ ਸਿਹਤਯਾਬ ਕਰ, ਆਪਣੀਆਂ ਰਹਿਮਤਾਂ ਦੀ ਬਾਰਿਸ਼ ਕਰ। ਕੋਲ ਆ ਕੇ ਫਾਤਿਮਾ ਨੇ ਗੀਤਾ ਦੇ ਮੱਥੇ ਤੇ ਹੱਥ ਫੇਰਿਆ ਤੇ 2-3 ਫੂਕਾਂ ਮਾਰੀਆਂ। ਫਾਤਿਮਾ ਨੂੰ ਇਸ ਤਰ੍ਹਾਂ ਕਰਦੀ ਵੇਖ ਕੇ ਗੀਤਾ ਦੀ ਮਾਂ ਅਜੀਬ ਜਿਹਾ ਮਹਿਸੂਸ ਕਰਨ ਲੱਗੀ। ਉਹਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗ ਰਿਹਾ ਕਿ ਕਿਸੇ ਹੋਰ ਧਰਮ ਦੀ ਪਰਛਾਈ ਵੀ ਉਹਦੇ ਪਰਿਵਾਰ ਤੇ ਪਈ। ਗੀਤਾ ਦੀ ਮਾਂ ਕੱਟੜ ਹਿੰਦੂ ਪਰਿਵਾਰ ਵਿੱਚੋਂ ਸੀ। ਪਹਿਲਾਂ ਵੀ ਗੀਤਾ ਦੀ ਮਾਂ ਜਦੋਂ ਇੱਥੇ ਆਉਂਦੀ ਸੀ ਤਾਂ ਇਹਨਾਂ ਤੋਂ ਦੂਰ ਹੀ ਰਹਿਣ ਦੀ ਸਲਾਹ ਦੇ ਕੇ ਜਾਂਦੀ ਸੀ। ਉਹਨੂੰ ਡਰ ਸੀ ਕਿ ਇਹ ਲੋਕ ਕਾਲਾ ਇਲਮ ਜਾਣਦੇ ਸਨ, ਕਿਤੇ ਆਪਣੀ ਮਰਜ਼ੀ ਦੀ ਆਈ ਮੌਤ ਸਾਡੇ ਵੱਲ ਨਾ ਮੋੜ ਦੇਣ। ਗੀਤਾ ਦੀ ਮਾਂ ਨੇ ਇਹਨਾਂ ਦੀ ਨਜ਼ਰ ਤੋਂ ਬਚਣ ਲਈ ਧਾਗਿਆਂ ਦੀ ਮਾਲਾ ਤੇ ਤੰਤਰ ਮੰਤਰ ਕਰਾ ਕੇ ਗੀਤਾ ਦੇ ਪੈਰ ਨੂੰ ਬੰਨੇ ਹੋਏ ਸੀ। ਫਾਤਿਮਾ ਨੂੰ ਅੰਦਰੋਂ ਪਤਾ ਸੀ ਕਿ ਮਾਤਾ ਜੀ ਇਹਨਾਂ ਨੂੰ ਚੰਗਾ ਨਹੀਂ ਸਮਝਦੇ। ਉਹ ਆਪਣੇ ਮਰੀਜ਼ ਕੋਲ ਜਾ ਕੇ ਬਹਿ ਗਈ। ਡਾਕਟਰ ਰਾਜੇਸ਼ ਜਾਣ ਲੱਗੇ ਜਸਬੀਰ ਨੂੰ ਕਹਿ ਗਏ, ਜੇ ਤੁਹਾਡੀ ਨਾਈਟ ਡਿਊਟੀ ਹੋਈ ਤਾਂ ਗੀਤਾ ਨੂੰ ਘੰਟੇ ਬਾਅਦ ਥੋੜਾ ਸੈਰ ਕਰਾ ਦਿਓ। ਹੁਣ ਰਾਤੀ ਪੇਨ ਕਿਲਰ ਨਾ ਦੇਣ ਨੂੰ ਕਿਹਾ। ਰਾਤ ਨੂੰ ਦੀਪਕ ਰੋਟੀ ਤੇ ਹੋਰ ਨਿੱਕ ਸੁੱਕ ਸਮਾਨ ਲੈ ਕੇ ਆ ਗਿਆ। ਸਾਰਾ ਸਮਾਨ ਉਹਨੇ ਵਾਰਡ ਦੇ ਪਿੱਛੇ ਬਣੀ ਸਟੋਰ ਟਾਈਪ ਜਗ੍ਹਾ ਤੇ ਰੱਖ ਦਿੱਤਾ। ਉੱਥੇ ਹੋਰ ਪੇਸ਼ੈਂਟਸ ਦਾ ਸਮਾਨ ਵੀ ਪਿਆ ਸੀ। ਮਿੰਨੀ ਤੇ ਮਾਂ ਨੇ ਰੋਟੀ ਖਾ ਲਈ। ਫਿਰ ਜਦੋਂ ਗੀਤਾ ਤੇ ਦੀਪਕ ਖਾਣ ਲੱਗੇ ਤਾਂ ਫਾਤਿਮਾ ਨੇ ਇੱਕ ਬਰਤਨ ਕੋਲ ਲਿਆ ਕੇ ਰੱਖ ਦਿੱਤਾ ਤੇ ਕਹਿਣ ਲੱਗੀ, ਆਹ ਦਲੀਆ ਲੈ ਲਓ, ਮੈਂ ਘਰੋਂ ਸਿਰਫ ਆਪਣੇ ਲਈ ਹੀ ਮੰਗਵਾਇਆ। ਇਹ ਗਰਮ ਹੈ, ਲੈ ਲਓ, ਛੇਤੀ ਹਜ਼ਮ ਵੀ ਹੋ ਜਾਏਗਾ, ਤਾਕਤ ਵੀ ਮਿਲੇਗੀ ਸਰੀਰ ਨੂੰ। ਗੀਤਾ ਦੀ ਮਾਂ ਨੂੰ ਗੁੱਸਾ ਜਿਹਾ ਆ ਗਿਆ। ਉਹਨੇ ਜ਼ਰਾ ਖਿੱਚ ਕੇ ਕਿਹਾ, ਭੈਣ ਜੀ, ਅਸੀਂ ਸ਼ੁੱਧ ਸ਼ਾਕਾਹਾਰੀ ਹਾਂ, ਮਾਸ ਨੂੰ ਹੱਥ ਵੀ ਨਹੀਂ ਲਾਉਂਦੇ। ਕਿਰਪਾ ਕਰਕੇ ਤੁਸੀਂ ਇਸ ਖਾਣੇ ਨੂੰ ਦੂਰ ਹੀ ਰੱਖੋ। ਦੀਪਕ ਨੇ ਮਾਤਾ ਜੀ ਨੂੰ ਰੋਕਦੇ ਕਿਹਾ, ਮਾਂ ਕੋਈ ਗੱਲ ਨਹੀਂ। ਫਿਰ ਫਾਤਿਮਾ ਨੂੰ ਸੰਬੋਧਨ ਹੋ ਕੇ ਕਿਹਾ, ਤੁਸੀਂ ਖੇਚਲ ਨਾ ਕਰੋ, ਜੇ ਕਿਸੇ ਚੀਜ਼ ਦੀ ਲੋੜ ਹੋਈ ਅਸੀਂ ਆਪੇ ਲੈ ਲਾਂਗੇ। ਫਾਤਿਮਾ ਫਿਰ ਆਪਣਾ ਬਰਤਨ ਲੈ ਕੇ ਵਾਪਸ ਜਮੀਲਾ ਕੋਲ ਜਾ ਬਹਿ ਗਈ। ਦੋਵਾਂ ਨੇ ਹੌਲੀ ਰੋਟੀ ਖਤਮ ਕੀਤੀ। ਗੀਤਾ ਨੇ ਥੋੜਾ ਜਿਹਾ ਦਾਲ ਦਾ ਸੂਪ ਲਿਆ। ਬਾਅਦ 'ਚ ਰਸ ਮਲਾਈ ਵੀ ਥੋੜੀ ਜਿਹੀ ਖਾ ਲਈ। ਦੀਪਕ ਨੇ ਕਿਹਾ, ਹੁਣ ਆਰਾਮ ਕਰ, ਮੈਂ ਬਾਹਰੋਂ ਚਾਹ ਲੈ ਆਵਾਂ। ਦੀਪਕ ਉੱਠਣ ਲੱਗਾ ਤਾਂ ਗੀਤਾ ਨੇ ਹੱਥ ਫੜ ਲਿਆ ਤੇ ਕਹਿਣ ਲੱਗੀ, ਰੁਕੋ, ਗੱਲ ਸੁਣੋ। ਡਾਕਟਰ ਜੀ ਨੇ ਕਿਹਾ ਕਿ ਕੁਝ ਖਾ ਕੇ ਸੈਰ ਕਰਨੀ ਚਾਹੀਦੀ ਹੈ। ਦੀਪਕ ਨੇ ਕਿਹਾ, ਹਾਂ, ਮੈਂ ਚਾਹ ਲੈਣ ਜਾ ਰਿਹਾ। ਚਾਹ ਲੈ ਕੇ ਆਉਣ ਜਾਣ ਨਾਲ ਮੇਰੀ ਸੈਰ ਵੀ ਤਾਂ ਹੋ ਜਾਣੀ ਹੈ। ਗੀਤਾ ਹਲਕੀ ਜਿਹੀ ਮੁਸਕਰਾਈ ਤੇ ਕਹਿੰਦੀ, ਮੈਂ ਤੁਹਾਡੀ ਨਹੀਂ, ਆਪਣੀ ਸੈਰ ਦੀ ਗੱਲ ਕਰ ਰਹੀ ਹਾਂ। ਦੀਪਕ ਨੇ ਕਿਹਾ, ਤੂੰ ਹਾਲੇ ਆਰਾਮ ਕਰ, ਤੇਰੇ ਤੋਂ ਹਿੱਲ ਨਹੀਂ ਹੋਣਾ। ਗੀਤਾ ਨੇ ਕਿਹਾ, ਤੁਸੀਂ ਮੋਢਾ ਅੱਗੇ ਕਰੋ, ਮੈਂ ਆਪੇ ਉੱਠ ਕੇ ਦਿਖਾਉਂਦੀ। ਗੀਤਾ ਹੌਲੀ ਜਿਹੀ ਹਿੰਮਤ ਕਰਕੇ ਉੱਠ ਪਈ। ਬੈੱਡ ਤੋਂ ਹੇਠਾਂ ਉਤਰ ਕੇ ਵਾਰਡ ਵਿੱਚ 2-3 ਚੱਕਰ ਲਗਾਏ। ਦੀਪਕ ਨੇ ਹੌਲੀ ਜਿਹੀ ਗੀਤਾ ਦੇ ਕੰਨ 'ਚ ਕਿਹਾ, ਚੱਲ ਆਪਾਂ ਘਰ ਨੂੰ ਤੁਰ ਚਲੀਏ, ਇਸੇ ਤਰ੍ਹਾਂ ਤੁਰਦੇ ਘਰ ਪਹੁੰਚ ਜਾਣਾ। ਗੀਤਾ ਨੇ ਛੇੜਖਾਨੀ ਕਰਦੇ ਹੋਏ ਕਿਹਾ, ਕਿਤੇ ਤੁਰਦੇ ਕਿਸੇ ਪਹਾੜੀ ਇਲਾਕੇ ਵੱਲ ਨਾ ਤੁਰ ਚਲੀਏ। ਦੀਪਕ ਨੇ ਜਵਾਬ ਦਿੱਤਾ, ਤੂੰ ਟੌਂਟ ਕਰ ਰਹੀ ਹੈ ਨਾ, ਕਰ ਲੈ, ਤੇਰਾ ਟਾਈਮ ਹੈ, ਘਰ ਚੱਲੀ। ਤੇਰੀਆਂ ਪਹਾੜੀਆਂ ਸਿੱਧੀਆਂ ਨਾ ਕੀਤੀਆਂ ਤਾਂ ਕਹੀਂ ਮੈਨੂੰ। ਦੋਨਾਂ ਦਾ ਮਿੰਨਾ ਹਾਸਾ ਨਿਕਲ ਰਿਹਾ ਸੀ। ਫਿਰ ਦੀਪਕ ਨੇ ਗੀਤਾ ਨੂੰ ਬੈੱਡ ਤੇ ਬਿਠਾ ਦਿੱਤਾ ਤੇ ਮਿੰਨੀ ਨੂੰ ਵੀ ਨਾਲ ਹੀ ਸੁਲਾ ਦਿੱਤਾ। ਦੀਪਕ ਚਾਹ ਲੈਣ ਚਲਾ ਗਿਆ। ਬਾਹਰ ਉਹਨੂੰ ਡਾਕਟਰ ਰਾਜੇਸ਼ ਮਿਲੇ ਤੇ ਉਹਨਾਂ ਦੱਸਿਆ ਕਿ ਇੱਕ ਰਿਪੋਰਟ ਆ ਗਈ ਹੈ, ਉਹ ਬਿਲਕੁਲ ਠੀਕ ਹੈ, ਹੋਰ ਅੱਗੇ ਆਪਰੇਸ਼ਨ ਬਾਰੇ ਸੋਚਦੇ ਹਾਂ। ਦੀਪਕ ਨੇ ਆ ਕੇ ਗੀਤਾ ਨੂੰ ਡਾਕਟਰ ਵਾਲੀ ਗੱਲ ਦੱਸੀ। ਦੀਪਕ ਬੈੱਡ ਤੇ ਟੇਢੀ ਜੀ ਢੋ ਲਾ ਕੇ ਇੱਕ ਲੱਤ ਬੈਂਚ ਦੇ ਉੱਤੇ ਰੱਖ ਕੇ ਬੈਠ ਗਿਆ। ਇੱਕ ਬਾਂਹ ਬੈੱਡ ਤੇ ਸੀ ਤੇ ਦੂਜੇ ਹੱਥ ਚਾਹ ਦਾ ਕੱਪ ਫੜਿਆ ਸੀ। ਮਾਤਾ ਜੀ ਨੇ ਬਾਹਰ ਬਿਸਤਰਾ ਵਿਛਾ ਲਿਆ ਤੇ ਪਾਠ ਕਰਨ ਲੱਗੇ। ਦੀਪਕ ਨੇ ਗੀਤਾ ਨੂੰ ਕਿਹਾ, ਅੱਜ ਦਾ ਦਿਨ ਥੋੜਾ ਆਰਾਮ ਨਾਲ ਲੰਘਿਆ। ਤੇਰੇ ਬਚਣ ਦੀ ਉਮੀਦ ਨੇ ਜ਼ਰਾ ਹੌਸਲਾ ਦਿੱਤਾ, ਨਹੀਂ ਤਾਂ 2 ਦਿਨ ਪਹਿਲਾਂ ਤਾਂ ਮੇਰਾ ਆਪ ਮਰਨ ਨੂੰ ਜੀ ਕਰਦਾ ਸੀ। ਮਾਸਾ ਜਿੰਨਾ ਵੀ ਜਿਉਣ ਨੂੰ ਜੀ ਨਹੀਂ ਸੀ ਕਰਦਾ। ਬਸ ਇਹੀ ਸੋਚੀ ਜਾ ਰਿਹਾ ਸੀ ਕਿ ਕੀ ਬਣੇਗਾ ਤੇਰਾ ਤੇ ਤੇਰੇ ਤੋਂ ਬਾਅਦ ਮੇਰਾ ਤੇ ਮਿੰਨੀ ਦਾ। ਸਾਡੇ ਲਈ ਤਾਂ ਜ਼ਿੰਦਗੀ ਕੱਟਣੀ ਔਖੀ ਹੋ ਜਾਣੀ ਸੀ। ਅੱਜ ਕੁਝ ਰਾਹਤ ਜਿਹੀ ਮਹਿਸੂਸ ਹੋਈ ਹੈ। ਆ ਪਿਛਲੇ 2 ਕੁ ਮਹੀਨਿਆਂ ਤੋਂ ਤਾਂ ਮੈਨੂੰ ਘਰ ਰਹਿ ਕੇ ਦਾਲ ਰੋਟੀ ਦਾ ਭਾਅ ਪਤਾ ਚੱਲ ਗਿਆ। ਮੈਂ ਸੋਚਦਾ, ਬੰਦਾ ਤਾਂ ਬਾਹਰ ਦੀ ਦੁਨੀਆ 'ਚ ਹੀ ਮਸਤ ਰਹਿੰਦਾ, ਅਸਲੀ ਕੰਮ ਤਾਂ ਘਰ ਦੇ ਹੁੰਦੇ ਨੇ। ਨਿੱਕੀ ਤੋਂ ਨਿੱਕੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ। ਸਾਡੇ ਵਰਗੇ ਤਾਂ ਐਵੇਂ ਮੂੰਹ ਚੁੱਕ ਕੇ ਕਹਿ ਦਿੰਦੇ ਆ ਕਿ ਘਰ ਦਾ ਵੀ ਕੋਈ ਕੰਮ ਹੁੰਦਾ। ਜਨਾਨੀਆਂ ਤਾਂ ਐਵੇਂ ਵਿਹਲੀਆਂ ਹੀ ਰਹਿੰਦੀਆਂ। ਮੇਰੀ ਤਾਂ ਬੱਸ ਹੋਈ ਪਈ ਹੈ, ਤੂੰ ਛੇਤੀ ਠੀਕ ਹੋ ਭਾਈ, ਘਰ ਦਾ ਕੰਮ ਸੰਭੋ, ਸਾਡੇ ਤੋਂ ਨਹੀਂ ਘਰ ਹੁੰਦਾ। ਗੀਤਾ ਨੇ ਹੱਸ ਕੇ ਕਿਹਾ, ਹੁਣ ਪਤਾ ਲੱਗਾ ਨਾ,
ਘਰ ਵਾਲੀ ਦੀ ਵੈਲਿਊ ਅੱਜ ਪਈ ਬੁੱਕਤ ਮੇਰੀ। ਦੀਪਕ ਨੇ ਕੱਪ ਵਾਲਾ ਹੱਥ ਦੂਜੇ ਹੱਥ ਨਾਲ ਜੋੜ ਕੇ ਕਿਹਾ, ਨਾ ਬਾਬਾ ਨਾ, ਮੈਂ ਨਹੀਂ ਕਹਿੰਦਾ ਵਿਹਲੀ ਤੈਨੂੰ, ਮਾਫ਼ ਕਰੋ ਤੇ ਛੇਤੀ ਛੇਤੀ ਠੀਕ ਹੋ ਜਾਓ। ਸਿਸਟਰ ਜਸਬੀਰ ਨੇ ਆਵਾਜ਼ ਦਿੱਤੀ, ਬੰਦੇ ਸਾਰੇ ਬਾਹਰ ਆ ਜਾਓ, ਡਾਕਟਰ ਸਾਹਿਬ ਰਾਊਂਡ ਤੇ ਆ ਰਹੇ ਨੇ। ਦੀਪਕ ਨੇ ਕਿਹਾ, ਮੈਂ ਬਾਜ਼ਾਰ 'ਚੋਂ ਸਮਾਨ ਲੈ ਆਵਾਂ, ਕੁਝ ਭੁੱਲ ਗਿਆ ਸੀ, ਜੇ ਤੈਨੂੰ ਕੁਝ ਚਾਹੀਦਾ ਤਾਂ ਦੱਸ। ਗੀਤਾ ਮੁਸਕਰਾਈ ਤੇ ਕਹਿਣ ਲੱਗੀ, ਹੁਣ ਕਿਹੜਾ ਸਮਾਨ ਚਾਹੀਦਾ, ਜਿਸ ਹਿਸਾਬ ਨਾਲ ਤੁਸੀਂ ਕਿਹਾ ਹੈ ਉਹ ਠੀਕ ਸਮਾਨ ਨਹੀਂ ਜੇ ਲੱਗਦਾ। ਦੀਪਕ ਹੱਸਿਆ ਤੇ ਕਹਿੰਦਾ, ਯਾਰ ਅੱਜ ਤਾਂ ਬਣਦਾ ਸਮਾਨ ਲਿਆਣਾ। ਗੀਤਾ ਨੇ ਅੱਖ ਮਾਰੀ ਤੇ ਕਿਹਾ, ਜਾ ਬੱਚਾ ਐਸ਼ ਕਰ ਸਾਡੇ ਰਾਜ 'ਚ, ਜਾ ਆਪਣਾ ਸਮਾਨ ਲੈ ਤੇ ਪੀ ਤੇ ਜਵਾਨੀਆਂ ਮਾਣ। ਪਰ ਇੱਕ ਗੱਲ ਦੱਸੋ, ਸਮਾਨ ਤਾਂ ਰੋਟੀ ਖਾਣ ਤੋਂ ਪਹਿਲਾਂ ਲਿਆਣਾ ਸੀ, ਹੁਣ ਤਾਂ ਰੋਟੀ ਖਾ ਲਈ। ਦੀਪਕ ਨੇ ਹੱਸਦੇ ਹੋਏ ਕਿਹਾ, ਯਾਰ ਇੱਕ ਲੰਡੂ ਜਿਹਾ ਰੋਟੀ ਤੋਂ ਪਹਿਲਾਂ ਵਾਲਾ ਮੈਂ ਲਾ ਕੇ ਹੀ ਆਇਆ ਸੀ। ਗੀਤਾ ਨੇ ਕਿਹਾ, ਅੱਛਾ ਜੀ, ਸਾਡੇ ਨਾਲ ਫਿਰ ਤੋਂ ਚਲਾਕੀਆਂ। ਦੀਪਕ ਨੇ ਕਿਹਾ, ਕਾਹਦੀਆਂ ਚਲਾਕੀਆਂ ਤੇ ਕਾਹਦੀਆਂ ਐਸ਼ਾਂ। ਐਸ਼ਾਂ ਤਾਂ ਉੱਡ ਗਈਆਂ ਤੇਰੇ ਨਾਲ, ਤੂੰ ਨਹੀਂ ਹੁੰਦੀ ਤਾਂ ਕਿਸ ਦੇ ਨਾਲ ਮੌਜਾਂ ਮਾਣਾ ਤੇ ਕਿਸ ਨਾਲ ਜਵਾਨੀਆਂ ਮਾਣਾ। ਤੂੰ ਨਹੀਂ ਤਾਂ ਕੁਝ ਨਹੀਂ। ਜੇ ਮੈਂ ਤੇਰੇ ਨਾਲ ਲੜਦਾ ਵੀ ਸੀ ਤੇ ਪਿਆਰ ਵੀ ਤਾਂ ਤੈਨੂੰ ਹੀ ਕਰਦਾ। ਵੇਖ ਲੈ, ਤੇਰੇ ਬਿਨਾਂ ਕਮਲਿਆਂ ਵਾਂਗ ਹਾਲ ਹੋਇਆ ਪਿਆ ਮੇਰਾ। ਅੱਛਾ, ਫਿਰ ਮੈਨੂੰ ਅੱਧਾ ਘੰਟਾ ਲੱਗ ਜਾਣਾ, ਮੈਂ ਕਿਸੇ ਨੂੰ ਪੈਸਿਆਂ ਦਾ ਕਿਹਾ ਸੀ, ਉਸ ਤੋਂ ਪੈਸੇ ਲੈ ਕੇ ਆਉਣਾ, ਤੂੰ ਆਪਣਾ ਧਿਆਨ ਰੱਖੀ। ਡਾਕਟਰ ਰਾਜੇਸ਼ ਤੇ ਗਾਇਨੀ ਡਿਪਾਰਟਮੈਂਟ ਦੀ ਹੈਡ ਡਾਕਟਰ ਨਵਦੀਪ ਰਾਊਂਡ 'ਤੇ ਸਨ। ਡਾਕਟਰ ਨਵਦੀਪ ਦੀ ਉਮਰ 55 ਕੁ ਦੇ ਨੇੜੇ ਤੇੜੇ ਸੀ, ਬਹੁਤ ਹੀ ਸਿਆਣੀ ਤੇ ਸੂਝਵਾਨ ਡਾਕਟਰ ਸੀ। ਹਸਪਤਾਲ ਦੇ ਸਾਰੇ ਮੈਂਬਰ ਉਹਨੂੰ ਦੇਵੀ ਦੀ ਤਰ੍ਹਾਂ ਪੂਜਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਡਾਕਟਰ ਨਵਦੀਪ ਦੇ ਪਰਛਾਵੇਂ ਤੋਂ ਵੀ ਬਿਮਾਰੀ ਡਰਦੀ ਹੈ। ਵਾਰਡ 'ਚ ਵੜਦੇ ਸਾਰੇ ਦੋਵੇਂ ਪਹਿਲਾਂ ਕੋਨੇ ਵਾਲੇ ਬੈੱਡ 'ਤੇ ਗਏ। ਉਸ ਮਰੀਜ਼ ਨੂੰ ਮਿਹਦੇ ਦੀ ਬਿਮਾਰੀ ਸੀ। ਉਸ ਔਰਤ ਨੂੰ ਬਾਹਰ ਦਾ ਖਾਣਾ ਖਾਣ ਦੀ ਬਹੁਤ ਆਦਤ ਸੀ। ਹਰ ਸਮੇਂ ਰੇਹੜੀਆਂ 'ਤੇ ਖਾਣਾ ਖਾਣ ਕਰਕੇ ਪੇਟ ਖਰਾਬ ਕੀਤਾ ਹੋਇਆ ਸੀ, ਜਿਸ ਕਰਕੇ ਮੋਟਾਪਾ ਵੀ ਬਹੁਤ ਹੋਇਆ ਪਿਆ ਸੀ। ਹਰ ਤੀਜੇ ਦਿਨ ਕਬਜ਼ ਹੋਈ ਰਹਿੰਦੀ ਸੀ। ਪਿਛਲੇ 6 ਮਹੀਨਿਆਂ ਤੋਂ ਅਨੀਮੇ ਕਰਵਾ ਕੇ ਅੱਕੀ ਪਈ ਸੀ। ਇਹ ਮਰੀਜ਼ ਵੀ 15 ਕੁ ਦਿਨਾਂ ਤੋਂ ਵਾਰਡ 'ਚ ਦਾਖਲ ਸੀ। ਡਾਕਟਰ ਕਹਿੰਦੇ ਸਨ ਕਿ ਜੇ ਇਹਦੇ ਪੇਟ ਦੀ ਚੰਗੀ ਤਰ੍ਹਾਂ ਸਫਾਈ ਹੋਊ ਫਿਰ ਕਿਤੇ ਜਾ ਕੇ ਇਹਨੇ ਠੀਕ ਹੋਣਾ। ਪਰ ਇਹ ਮਰੀਜ਼ ਵੀ ਪੱਕੇ ਢੇਡ ਸੀ। ਡਾਕਟਰਾਂ ਨੇ ਬਾਹਰ ਤੋਂ ਖਾਣਾ ਮਨਾ ਕੀਤਾ ਹੋਇਆ ਸੀ ਤੇ ਫਿਰ ਵੀ ਪਤਾ ਨਹੀਂ ਕਿਸੇ ਨਾ ਕਿਸੇ ਤਰੀਕੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬਰਗਰ, ਫਰੈਂਕੀਆਂ ਤੇ ਪਕੌੜੇ ਮੰਗਵਾ ਹੀ ਲੈਂਦੀ ਸੀ। ਘਰ ਵਾਲੇ ਤੇ ਡਾਕਟਰ ਬਹੁਤ ਪਰੇਸ਼ਾਨ ਸਨ। ਉਹਨਾਂ ਕਹਿ ਰੱਖਿਆ ਸੀ ਕਿ ਜੇ ਬਾਹਰ ਦਾ ਖਾਣਾ ਬੰਦ ਨਹੀਂ ਹੋਏਗਾ ਤਾਂ ਕੋਈ ਵੀ ਇਹਨੂੰ ਬਚਾ ਨਹੀਂ ਸਕਦਾ। ਅੱਗੋਂ ਰਸੀਲੀ ਆਂਟੀ ਦਾ ਜਵਾਬ ਇੱਕੋ ਸੀ ਕਿ ਜੇ ਮੈਂ ਇਹ ਚੀਜ਼ਾਂ ਨਾ ਖਾਧੀਆਂ ਤਾਂ ਵੀ ਮਰ ਹੀ ਜਾਣਾ। ਇਹਨਾਂ ਤੋਂ ਬਿਨਾਂ ਮੈਂ ਨਹੀਂ ਰੁਕ ਸਕਦੀ। ਡਾਕਟਰਾਂ ਨੇ ਕਿਹਾ ਸੀ ਕਿ ਤਲੀਆਂ ਤੇ ਮਸਾਲਿਆਂ ਕਰਕੇ ਅੰਤੜੀਆਂ ਸੁੱਜੀਆਂ ਪਈਆਂ, ਮਿਹਦੇ ਵਿੱਚ ਵੱਡੇ ਵੱਡੇ ਛਾਲੇ ਬਣੇ ਪਏ ਹੈ। ਜੇ ਬਚਣਾ ਹੈ ਤਾਂ ਹਸਪਤਾਲ ਦੀ ਹੀ ਰੋਟੀ ਖਾਣੀ ਪੈਣੀ ਹੈ। ਫਿਰ ਰਸੀਲੀ ਆਂਟੀ ਕਹਿ ਦਿੰਦੀ, ਮੈਨੂੰ ਤਾਂ ਫਿੱਕੀ ਜਿਹੀ ਸਬਜ਼ੀ ਵੇਖ ਕੇ ਤਾਂ ਉਲਟੀ ਆ ਜਾਂਦੀ ਹੈ, ਮੈਂ ਨਹੀਂ ਖਾ ਸਕਦੀ। ਰਸੀਲੀ ਆਂਟੀ ਦਾ ਅਸਲੀ ਨਾਮ ਰਮਿੰਦਰ ਕੌਰ ਸੀ, ਪਰ ਮੁਹੱਲੇ ਵਾਲੇ ਉਹਨੂੰ ਰਸੀਲੀ ਆਂਟੀ ਕਹਿ ਕੇ ਬੁਲਾਉਂਦੇ ਸਨ। ਹੌਲੀ ਹੌਲੀ ਵਾਰਡ ਵਾਲੇ ਵੀ ਉਹਨੂੰ ਰਸੀਲੀ ਆਂਟੀ ਕਹਿਣ ਲੱਗ ਪਏ ਸਨ। ਡਾਕਟਰ ਨਵਦੀਪ ਨੇ ਪੇਸ਼ੈਂਟ ਨੂੰ ਕਿਹਾ, ਹਾਂਜੀ, ਅੱਜ ਫਿਰ ਬਰਗਰ ਜਾਂ ਫਿਰ ਕੁਝ ਹੋਰ ਨਵਾਂ। ਰਸੀਲੀ ਆਂਟੀ ਚੁੱਪ ਸੀ, ਕੁਝ ਨਹੀਂ ਬੋਲੀ। ਡਾਕਟਰ ਨਵਦੀਪ ਨੇ ਫਿਰ ਕਿਹਾ, ਦੱਸੋ ਵੀ, ਤੁਸੀਂ ਇਲਾਜ ਠੀਕ ਢੰਗ ਨਾਲ ਕਰਾਉਣਾ ਹੈ ਜਾਂ ਤੁਹਾਡੀ ਛੁੱਟੀ ਕਰ ਦਈਏ? 2 ਦਿਨ ਪਹਿਲਾਂ ਹੀ ਤੁਸੀਂ ਠੀਕ ਹੋਏ ਹੋ, ਕੱਲ ਦੇ ਫਿਰ ਤੋਂ ਨੂਡਲਸ ਖਾ ਰਹੇ ਹੋ। ਰਸੀਲੀ ਆਂਟੀ ਨੇ ਕਿਹਾ, ਡਾਕਟਰ ਜੀ, ਤੁਸੀਂ ਭਾਵੇਂ ਕਿਸੇ ਤੋਂ ਮਰਜ਼ੀ ਪੁੱਛ ਲਓ, ਮੈਨੂੰ ਭੋਲੇਨਾਥ ਦੀ ਸਹੁੰ ਜੇ ਮੈਂ ਨੂਡਲਾਂ ਨੂੰ ਹੱਥ ਵੀ ਲਾਇਆ ਹੋਏ। ਉਹਨੂੰ ਟੋਕਦੇ ਹੋਏ ਡਾਕਟਰ ਰਾਜੇਸ਼ ਨੇ ਕਿਹਾ, ਜਿਹੜਾ ਰਾਤੀ 11 ਵਜੇ ਪਿੱਛੇ ਖੜ ਕੇ ਟੋਸਟ ਖਾਦੇ ਜਾ ਰਹੇ ਸੀ, ਉਹ ਕੀ ਸੀ? ਰਸੀਲੀ ਆਂਟੀ ਨੇ ਝੱਟ ਉੱਤਰ ਦਿੱਤਾ, ਕਿਹੜਾ? ਉਹ ਤਾਂ ਅੱਧਾ ਕੁ ਟੋਸਟ ਸੀ, ਨਿਕੜੂ ਜਿਹਾ। ਉਸ ਵਿਚਾਰੇ ਨੇ ਕੀ ਕਹਿਣਾ ਹੈ ਡਾਕਟਰ ਜੀ, ਉਸ ਨਾਲ ਤਾਂ ਦਾੜ ਵੀ ਗਿੱਲੀ ਨਹੀਂ ਹੁੰਦੀ। ਡਾਕਟਰ ਨਵਦੀਪ ਨੇ ਗੁੱਸੇ 'ਚ ਕਿਹਾ, ਜੇ ਤੁਸੀਂ ਤਲੀਆਂ ਚੀਜ਼ਾਂ ਨਹੀਂ ਛੱਡਣੀਆਂ ਤਾਂ ਪਲੀਜ਼ ਇੱਥੋਂ ਛੁੱਟੀ ਲੈ ਲਓ। ਤੁਸੀਂ ਤਾਂ ਹਸਪਤਾਲ ਨੂੰ ਮਜ਼ਾਕ ਬਣਾ ਰੱਖਿਆ, ਤੁਸੀਂ ਗੱਲ ਨੂੰ ਸਮਝ ਹੀ ਨਹੀਂ ਰਹੇ। ਅਸੀਂ ਜਿੰਨਾ ਧਿਆਨ ਤੁਹਾਡੇ ਤੇ ਲਗਾ ਰਹੇ ਹਾਂ, ਉਹੀ ਮਿਹਨਤ ਅਸੀਂ ਕਿਸੇ ਹੋਰ ਮਰੀਜ਼ ਤੇ ਕਰਾਂਗੇ ਤਾਂ ਸ਼ਾਇਦ ਉਹਦੀ ਜਾਨ ਬਚ ਜਾਏ। ਤੇ ਜੇ ਤੁਸੀਂ ਆਪਣਾ ਨਹੀਂ ਸੋਚ ਸਕਦੇ ਤਾਂ ਘੱਟੋ ਘੱਟ ਹੋਰ ਮਰੀਜ਼ਾਂ ਦਾ ਤਾਂ ਭਲਾ ਹੋਣ ਦਿਓ। ਕੋਲ ਖੜਾ ਉਹਦਾ ਪਤੀ ਹੌਲੀ ਜਿਹੀ ਬੋਲਿਆ, ਡਾਕਟਰ ਜੀ, ਅਸੀਂ ਤਾਂ ਸਮਝਾ ਕੇ ਥੱਕ ਗਏ ਹਾਂ, ਪਰ ਕੀ ਕਰੀਏ, ਮੰਨਦੀ ਨਹੀਂ ਕਿਸੇ ਦੀ ਗੱਲ। ਡਾਕਟਰ ਨਵਦੀਪ ਨੇ ਕਿਹਾ, ਇਹਨਾਂ ਤੇ ਸਖਤੀ ਰੱਖੋ, ਨਹੀਂ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਡਾਕਟਰ ਰਾਜੇਸ਼ ਨੂੰ ਕਿਹਾ ਕਿ ਇਹਨਾਂ ਦੀ ਕਾਉਂਸਲਿੰਗ ਕਰਾਓ, ਡਾਕਟਰ ਹਰਮਨਦੀਪ ਨਾਲ 2 ਵਾਰੀ ਦਿਨ ਵਿੱਚ, ਠੀਕ ਹੈ? ਡਾਕਟਰ ਰਾਜੇਸ਼ ਨੇ ਕਿਹਾ, ਮੈਡਮ, ਉਹਨਾਂ ਨਾਲ ਤਾਂ 1 ਵਾਰੀ ਵੀ ਬਹੁਤ ਹੈ ਹਫ਼ਤੇ 'ਚ, ਤੁਸੀਂ 1 ਦਿਨ ਵਿੱਚ 2-2 ਵਾਰੀ ਕਹਿ ਰਹੇ ਹੋ। ਥੋੜ੍ਹਾ ਜਿਹਾ ਅੱਗੇ ਹੋ ਕੇ ਉਹਨੇ ਫਿਰ ਕਿਹਾ, ਕਿਤੇ ਰੋਟੀ ਪਾਣੀ ਬੰਦ ਹੀ ਨਾ ਕਰਵਾ ਦੇਣਾ ਇਹਦਾ। ਡਾਕਟਰ ਨਵਦੀਪ ਹੱਸੀ ਤੇ ਹੌਲੀ ਜਿਹੀ ਅੱਖ ਮਾਰ ਕੇ ਕਹਿੰਦੀ, ਕੋਈ ਨਾ, ਇਹਦੇ ਬਹਾਨੇ ਸਾਡੀ ਵੀ ਕਲਾਸ ਲੱਗ ਜਾਊ, ਅਸੀਂ ਵੀ ਰਿਫਰੈਸ਼ ਹੋ ਜਾਵਾਂਗੇ। ਬੜੇ ਦਿਨ ਹੋ ਗਏ ਉਹਨਾਂ ਨੂੰ ਮਿਲੇ।
ਬੁਲਾ ਲਓ, ਉਹਨਾਂ ਨੂੰ ਮਿਲ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਏਗਾ। ਉਹ ਦੋਵੇਂ ਜਣੇ ਹੋਰ ਅੱਗੇ ਤੁਰ ਪਏ। 2 ਹੋਰ ਬੈੱਡਾਂ 'ਤੇ ਪੇਸ਼ੈਂਟ ਵੇਖੇ ਤੇ ਗੀਤਾ ਕੋਲ ਆ ਗਏ। ਡਾਕਟਰ ਨੇ ਗੀਤਾ ਨੂੰ ਕਿਹਾ ਕਿ ਹਾਂਜੀ ਗੀਤਾ ਜੀ, ਕੀ ਹਾਲ ਹੈ? ਡਾਕਟਰ ਰਾਜੇਸ਼ ਕਹਿ ਰਹੇ ਹਨ ਕਿ ਤੁਹਾਡੀ ਸਿਹਤ ਵਿੱਚ ਬਹੁਤ ਤੇਜ਼ੀ ਤੇ ਕ੍ਰਿਸ਼ਮੇ ਵਾਂਗ ਸੁਧਾਰ ਹੋ ਰਿਹਾ ਹੈ। ਮੈਂ ਰਿਪੋਰਟਸ ਵੇਖ ਲਈਆਂ ਹਨ, ਪਰਸੋਂ ਸ਼ਾਇਦ ਆਪਰੇਸ਼ਨ ਪਲਾਨ ਕਰ ਲਈਏ। ਫਿਰ ਉਹ ਦੂਜੇ ਪਾਸੇ ਪਈ ਪੇਸ਼ੈਂਟ ਗੁਰਮੀਤ ਕੌਰ ਨੂੰ ਵੇਖਣ ਲੱਗ ਪਏ। ਉਹਦਾ ਹਾਲ ਡਾਕਟਰ ਨਵਦੀਪ ਨੇ ਪੁੱਛਦਿਆਂ ਕਿਹਾ ਕਿ ਹਾਂਜੀ ਮਾਤਾ ਜੀ, ਕੀ ਹਾਲ ਹੈ? ਕੋਲ ਬੈਠੇ ਬਜ਼ੁਰਗ ਨੇ ਜਵਾਬ ਦਿੱਤਾ, ਠੀਕ ਹੈ ਅੱਗੇ ਤੋਂ। ਡਾਕਟਰ ਸਾਹਿਬ ਦੀ ਆਵਾਜ਼ ਸੁਣ ਕੇ ਗੁਰਮੀਤ ਕੌਰ ਨੇ ਪੁੱਛਿਆ, ਡਾਕਟਰ ਜੀ ਜੀਤਾ ਨਹੀਂ ਆਇਆ? ਡਾਕਟਰ ਰਾਜੇਸ਼ ਨੇ ਅੱਗੋਂ ਜਵਾਬ ਦਿੱਤਾ, ਸੁਨੇਹਾ ਭੇਜਿਆ, ਆ ਜਾਊਗਾ। ਤੁਸੀਂ ਖਾਣਾ ਪੀਣਾ ਠੀਕ ਤਰ੍ਹਾਂ ਰੱਖੋ, ਉਹ ਵੀ ਆ ਜਾਊਗਾ। ਦੋਵੇਂ ਡਾਕਟਰ ਅਗਲੀ ਪੇਸ਼ੈਂਟ ਜਮੀਲਾ ਤੇ ਕਮਲਾ ਨੂੰ ਵੇਖ ਕੇ ਬਾਹਰ ਨਿਕਲ ਗਏ। ਥੋੜੀ ਦੇਰ ਬਾਅਦ ਦੀਪਕ ਵੀ ਆ ਗਿਆ। ਉਹਨੇ ਆ ਕੇ ਦੱਸਿਆ ਕਿ ਉਹਨੇ ਕਿਸੇ ਦੋਸਤ ਨਾਲ ਪੈਸਿਆਂ ਦੀ ਗੱਲ ਕੀਤੀ ਸੀ, ਪੈਸਿਆਂ ਦਾ ਇੰਤਜ਼ਾਮ ਹੋ ਗਿਆ ਹੈ। ਗੀਤਾ ਨੇ ਕਿਹਾ, ਤਾਂ ਠੀਕ ਹੈ, ਪੈਸਿਆਂ ਦਾ ਇੰਤਜ਼ਾਮ ਹੋ ਗਿਆ, ਪਰ ਇਹ ਹੋਇਆ ਕਿੱਦਾਂ? ਦੀਪਕ ਨੇ ਦੱਸਿਆ ਕਿ ਉਹਨੇ ਘਰ ਦੀ ਰਜਿਸਟਰੀ ਰੱਖ ਕੇ 2 ਲੱਖ ਰੁਪਏ ਦੀ ਗੱਲ ਕੀਤੀ ਸੀ। ਉਸ ਬੰਦੇ ਨੇ ਕਿਹਾ, ਕੋਈ ਗੱਲ ਨਹੀਂ, ਪੈਸੇ ਜੇ ਹੋਰ ਚਾਹੀਦੇ ਹੁਣ ਤਾਂ ਵੀ ਹੋਰ ਲੈ ਲਓ। ਦੀਪਕ ਨੇ ਗੀਤਾ ਨੂੰ ਕਿਹਾ, ਪੈਸਿਆਂ ਦੀ ਕੋਈ ਗੱਲ ਨਹੀਂ, ਮੈਂ ਇਹ ਆਪੇ ਲਾ ਲਵਾਂਗਾ। ਬਸ ਰੱਬ ਤੈਨੂੰ ਇੱਕ ਵਾਰੀ ਠੀਕ ਕਰ ਦੇ, ਪੈਸਿਆਂ ਦਾ ਕੀ ਹੈ, ਤੇਰੀ ਜ਼ਿੰਦਗੀ ਤੋਂ ਵੱਡੇ ਤਾਂ ਹੈ ਨਹੀਂ। ਗੀਤਾ ਦੀਆਂ ਅੱਖਾਂ ਭਰ ਆਈਆਂ। ਉਹ ਕਹਿੰਦੀ, ਮੈਂ ਘਰ ਨਹੀਂ ਵੇਚਣ ਦੇਣਾ, ਮੈਂ ਬੜੀ ਮੁਸ਼ਕਿਲ ਨਾਲ ਕੱਲੀ ਇੱਟ ਜੋੜ ਕੇ ਬਣਾਇਆ। ਮੈਨੂੰ ਨਹੀਂ ਪਤਾ ਤੁਸੀਂ ਘਰ ਨਹੀਂ ਵੇਚੋਗੇ। ਮੇਰੀ ਇੱਕ ਇੱਕ ਯਾਦ ਉਸ ਨਾਲ ਜੁੜੀ ਹੈ। ਪਹਿਲੀ ਇੱਟ ਤੋਂ ਲੈ ਕੇ ਹੁਣ ਤੱਕ ਇੱਕ ਇੱਕ ਚੀਜ਼ ਯਾਦ ਹੈ ਮੈਨੂੰ। ਮੈਂ ਕਿਸ ਤਰ੍ਹਾਂ ਇਕੱਠੀ ਕੀਤੀ ਸੀ, ਚਿੜੀਆਂ ਦੇ ਆਲਣੇ ਵਾਂਗ ਇੱਕ ਇੱਕ ਤੀਲਾ ਇਕੱਠਾ ਕੀਤਾ ਆਪਾਂ। ਜੇ ਮੈਂ ਮਰ ਗਈ ਤਾਂ ਤੁਸੀਂ ਯਾਦ ਕਿਸ ਤਰ੍ਹਾਂ ਕਰੋਗੇ ਮੈਨੂੰ? ਤੁਸੀਂ ਉਸ ਘਰ ਵਿੱਚ ਘੁੰਮਦੇ ਘੁੰਮਦੇ ਯਾਦ ਤਾਂ ਕਰਿਆ ਕਰੋਗੇ ਮੈਨੂੰ ਕਿ ਗੀਤੂ ਇੱਥੇ ਖਿਲਾਉਂਦੀ ਸੀ, ਇੱਥੇ ਬਹਿੰਦੀ ਹੁੰਦੀ ਸੀ, ਇੱਥੇ ਹੱਸਦੀ ਖੇਡਦੀ ਹੁੰਦੀ ਸੀ ਤੇ ਇੱਥੇ ਲੜਦੀ ਵੀ ਹੁੰਦੀ ਸੀ। ਮੈਨੂੰ ਨਹੀਂ ਪਤਾ, ਤੁਸੀਂ ਮੇਰੀਆਂ ਯਾਦਾਂ ਦਾ ਘਰ, ਮੇਰੇ ਸੁਪਨਿਆਂ ਦਾ ਘਰ ਨਹੀਂ ਵੇਚੋਗੇ। ਦੀਪਕ ਨੇ ਉਹਨੂੰ ਚੁੱਪ ਕਰਾਉਂਦਿਆਂ ਕਿਹਾ, ਭਲੀਏ ਲੋਕੇ, ਮੈਂ ਕਿਹਾ ਰਜਿਸਟਰੀ ਰੱਖਣੀ ਹੈ, ਪੈਸੇ ਵਿਆਜ ਤੇ ਲੈ ਰਿਹਾ, ਨਾ ਕਿ ਘਰ ਵੇਚ ਰਿਹਾ। ਤੂੰ ਠੀਕ ਠਾਕ ਘਰ ਆ ਜਾਏ, ਰਜਿਸਟਰੀ ਤਾਂ ਮੈਂ 2-3 ਸਾਲਾਂ 'ਚ ਹੀ ਛੁਡਾ ਲੈਣੀ ਹੈ। ਮੈਨੂੰ ਪਤਾ ਹੈ ਤੂੰ ਕਮੇਟੀਆਂ ਵਗੈਰਾ ਪਾ ਕੇ ਆਪੇ ਹੀ ਲਾ ਦੇਣੇ ਪੈਸੇ, ਜਿਵੇਂ ਤੂੰ ਪਹਿਲਾਂ ਵੀ ਮੇਰੀ ਥੋੜ੍ਹੀ ਬਹੁਤ ਖਿਚਾਈ ਕਰਕੇ ਹੀ ਘਰ ਬਣਾਇਆ। ਇੱਕ ਵਾਰੀ ਥੋੜ੍ਹੀ ਖਿਚਾਈ ਹੋਰ ਕਰਦੀ। ਪਹਿਲਾਂ ਤਾਂ ਮੈਂ ਲੜਦਾ ਸੀ, ਐਤਕੀ ਨਹੀਂ ਲੜੂੰਗਾ। ਹੋਰ ਕੀ, ਮੈਨੂੰ ਪੂਰੀ ਤਰ੍ਹਾਂ ਯਾਦ ਹੈ, ਪਹਿਲਾਂ ਘਰ ਵੀ ਤੇਰੇ ਕਰਕੇ ਹੀ ਬਣਿਆ। ਤੂੰ ਉਦੋਂ ਵੀ 3-4 ਕਮੇਟੀਆਂ ਪਾਈਆਂ ਸੀ। ਮੈਂ ਜਦੋਂ ਵੀ ਘਰ ਵੜਨਾ, ਹਾਲੇ ਪੈਰ ਵੀ ਨਾ ਧਰਨਾ, ਤੂੰ ਪੁੱਛਣਾ, ਲਿਆਓ ਪੈਸੇ, ਕਮੇਟੀ ਦੇਣੀ ਹੈ। ਮੈਂ ਹਮੇਸ਼ਾ ਲੜਦਾ ਹੁੰਦਾ ਸੀ ਕਿ ਤੇਰੀਆਂ ਕਮੇਟੀਆਂ ਨਹੀਂ ਮੁੱਕਣੀਆਂ, ਪਰ ਉਹ ਵੀ ਤੂੰ ਲਾ ਹੀ ਦਿੱਤੀਆਂ। ਇਸ ਵਾਰੀ ਥੋੜ੍ਹਾ ਜ਼ਿਆਦਾ ਲੜ ਲਿਆ ਕਰਾਂਗੇ, ਛੇਤੀ ਲੱਥ ਜਾਣਗੇ ਪੈਸੇ। ਗੀਤਾ ਨੇ ਹੱਸਦੇ ਕਿਹਾ ਕਿ ਮੈਂ ਲੜਦੀ ਹੁੰਦੀ ਸੀ ਕੋਈ? ਉਹ ਤਾਂ ਤੁਸੀਂ ਥੋੜ੍ਹਾ ਲਾਪਰਵਾਹ ਜਿਹੇ ਹੋ ਜਾਂਦੇ ਸੀ, ਤਾਂ ਹੀ ਤਾਂ ਮੈਂ ਬੋਲਦੀ ਸੀ। ਉਹ ਲੜਾਈ ਥੋੜ੍ਹੀ ਸੀ, ਉਹ ਵੀ ਘਰ ਦਾ ਪਿਆਰ ਸੀ। ਨਾਲੇ ਕਿਹਦਾ ਜੀਅ ਨਹੀਂ ਕਰਦਾ ਕਿ ਉਹ ਆਪਣੇ ਘਰ ਹੋਏ। ਮੈਂ ਵੀ ਕਦੇ ਕੋਈ ਫਾਲਤੂ ਖਰਚਾ ਨਹੀਂ ਕੀਤਾ। ਦੱਸੋ, ਕਦੀ ਲੋਕਾਂ ਦੀਆਂ ਜਨਾਨੀਆਂ ਵਾਂਗ ਸੂਟਾਂ ਦੇ ਸੂਟ ਮੰਗੇ? ਮੈਂ ਤਾਂ ਕਦੀ ਜ਼ਿੱਦ ਵੀ ਨਹੀਂ ਕੀਤੀ ਕਿਸੇ ਗੱਲੋਂ। ਦੀਪਕ ਨੇ ਕਿਹਾ, ਨਹੀਂ ਨਹੀਂ, ਇਹ ਤਾਂ ਸਿਫਤ ਆ ਤੇਰੀ। ਇਹ ਗੱਲ ਮੈਂ ਮਨੋਂ ਮੰਨਦਾ ਕਿ ਜੇ ਤੂੰ ਹਿੰਮਤ ਨਾ ਕਰਦੀ ਤਾਂ ਇਹ ਛੋਟਾ ਜਿਹਾ ਘਰ ਵੀ ਕਦੀ ਨਾ ਬਣਦਾ। ਗੀਤਾ ਨੇ ਦੀਪਕ ਦਾ ਹੱਥ ਫੜ ਕੇ ਕਿਹਾ, ਮੈਂ ਨਹੀਂ, ਹਿੰਮਤ ਆਪਾਂ ਦੋਵਾਂ ਨੇ ਕੀਤੀ। ਦੀਪਕ ਨੇ ਝਟ ਕਿਹਾ, ਮੈਂ ਵੀ ਤਾਂ ਇਹੋ ਕਹਿਣਾ ਕਿ ਆਪਾਂ ਦੋਵਾਂ ਨੇ ਫਿਰ ਤੋਂ ਹਿੰਮਤ ਕਰਕੇ ਹੋਰ ਵੱਡਾ ਘਰ ਬਣਾ ਲੈਣਾ। ਗੀਤਾ ਤੇ ਦੀਪਕ ਬੈਠੇ ਗੱਲਾਂ ਕਰ ਰਹੇ ਸਨ ਤਾਂ ਸਟਾਫ ਜਸਬੀਰ ਆਈ ਤੇ ਕਹਿਣ ਲੱਗੀ, ਤੁਸੀਂ ਹੁਣ ਮੀਆਂ ਬੀਵੀ ਸੌਂ ਜਾਓ, ਅਸੀਂ ਵੀ ਸਵੇਰੇ ਉੱਠਣਾ। ਜਸਬੀਰ ਨੇ ਗੀਤਾ ਨੂੰ ਤੇ ਹੋਰ ਪੇਸ਼ੈਂਟ ਨੂੰ ਦਵਾਈ ਦਿੱਤੀ ਤੇ ਰਿਸੈਪਸ਼ਨ ਤੇ ਚਲੀ ਗਈ। ਦੀਪਕ ਨੇ ਗੀਤਾ ਦੇ ਮੱਥੇ ਤੇ ਪਿਆਰ ਕੀਤਾ ਤੇ ਬਾਹਰ ਜਾ ਕੇ ਮਾਤਾ ਜੀ ਕੋਲ ਨੀਚੇ ਬਿਸਤਰ ਲਗਾ ਕੇ ਲੇਟ ਗਿਆ। ਅਗਲੇ ਦਿਨ ਰਵੀ ਸਵੇਰੇ ਆ ਗਿਆ। ਇੱਕ ਹੱਥ ਵਿੱਚ ਉਹਦੇ 2 ਕੱਪ ਚਾਹ ਗੱਤੇ ਦੀ ਟਰੇ ਉੱਤੇ ਰੱਖੇ ਸਨ, ਦੂਜੇ ਹੱਥ 'ਚ ਰੋਟੀ ਵਾਲਾ ਡੱਬਾ ਤੇ ਮੋਢੇ ਤੇ ਬੈਗ ਟੰਗੀ ਪੌੜੀਆਂ ਚੜ੍ਹ ਕੇ ਵਾਰਡ ਵੱਲ ਆ ਰਿਹਾ ਸੀ। ਉਧਰ ਦੀਪਕ ਵੀ ਮੂੰਹ ਹੱਥ ਧੋ ਕੇ ਵਾਰਡ ਦੇ ਦਰਵਾਜ਼ੇ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਿਹਾ ਸੀ। ਰਾਤੀ ਮਾਤਾ ਵੀ ਅੰਦਰ ਸੁੱਤੀ ਸੀ, ਉਹ ਵੀ ਸਵੇਰ ਦੀ ਉੱਠ ਕੇ ਬਾਹਰ ਨਹੀਂ ਸੀ ਆਈ। ਦੀਪਕ ਤੇ ਰਵੀ ਚਾਹ ਪੀਣ ਲੱਗ ਪਏ। ਥੋੜ੍ਹੀ ਦੇਰ ਬਾਅਦ ਫਾਤਮਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੀਪਕ ਉੱਠ ਕੇ ਅੰਦਰ ਜਾਣ ਹੀ ਲੱਗਾ ਸੀ ਤੇ ਫਾਤਮਾ ਨੇ ਰੋਕ ਦਿੱਤਾ ਤੇ ਕਿਹਾ ਕਿ ਭਾਈਜਾਨ ਥੋੜੀ ਦੇਰ ਰੁਕ ਜਾਓ, ਅਭੀ ਜਨਾਨਾ ਪਰਦੇ ਮੇਂ ਹੈ। ਦੀਪਕ ਨੇ ਉਤਾਵਲੇਪਨ 'ਚ ਉਹਨੂੰ ਪੁੱਛਿਆ, ਭੈਣ ਜਾਨ ਗੀਤਾ ਕਿਸ ਤਰ੍ਹਾਂ, ਠੀਕ ਹੈ ਨਾ? फातिमा ने भारी जी आवाज जवाब देता, भाईजान अल्लाह की रहमत है आप पे, कुछ नहीं हुआ बाजी को, सुबह की जाग रही है। ठीक है, कुछ देर में मैं आपको आवाज़ देती हूँ, अभी औरतें कपड़े बदल रही हैं। ਦੀਪਕ ਦੇ ਮਨ ਨੂੰ ਸ਼ਾਂਤੀ ਹੋਈ ਤੇ ਲੰਮਾ ਜਿਹਾ ਸਾਹ ਲੈ ਕੇ ਰਵੀ ਕੋਲ ਜਾ ਕੇ ਬਹਿ ਗਿਆ। ਥੋੜੀ ਦੇਰ ਬਾਅਦ ਦਰਵਾਜ਼ਾ ਖੁੱਲ੍ਹਾ ਤਾਂ ਹੋਰ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਨਾਲ ਹੀ ਅੰਦਰ ਚਲੇ ਗਏ। ਅੰਦਰ ਜਾ ਕੇ ਵੇਖਿਆ ਕਿ ਮਿੰਨੀ ਤਿਆਰ ਹੋਈ ਪਈ ਸੀ।
ਗੀਤਾ ਨੇ ਸਕੂਲ ਜਾਣ ਲਈ ਮਿੰਨੀ ਨੂੰ ਤਿਆਰ ਕਰ ਦਿੱਤਾ ਸੀ। ਦੀਪਕ ਨੇ ਕਿਹਾ, ਓਹੋ, ਅੱਜ ਤਾਂ ਐਤਵਾਰ ਹੈ, ਉਹਦੀ ਛੁੱਟੀ ਸੀ। ਮਿੰਨੀ, ਤੈਨੂੰ ਨਹੀਂ ਪਤਾ ਕਿ ਅੱਜ ਸਕੂਲੋਂ ਛੁੱਟੀ ਹੈ? ਮਿੰਨੀ ਨੇ ਮੋਢੇ ਉੱਪਰ ਕਰਦੇ ਹੋਏ ਅਣਜਾਣ ਜਿਹਾ ਇਸ਼ਾਰਾ ਕੀਤਾ। ਗੀਤਾ ਨੇ ਕਿਹਾ, ਮੈਨੂੰ ਹੀ ਨਹੀਂ ਯਾਦ ਸੀ ਕਿ ਅੱਜ ਛੁੱਟੀ ਹੈ। ਮੈਂ ਹੀ ਕਾਹਲੀ ਕਾਹਲੀ ਨਾਲ ਨਾਨੀ ਨੂੰ ਕਹਿ ਕੇ ਤਿਆਰ ਕਰਵਾ ਦਿੱਤਾ। ਚਲੋ ਕੋਈ ਗੱਲ ਨਹੀਂ, ਪਰ ਤੁਸੀਂ ਵੀ ਤਾਂ ਇਹਦਾ ਸਕੂਲ ਬੈਗ ਤੇ ਡਰੈਸ ਨਾਲ ਚੁੱਕੀ ਫਿਰਦੇ ਹੋ। ਦੀਪਕ ਨੇ ਕਿਹਾ, ਇਹ ਤਾਂ ਮਾਤਾ ਜੀ ਭੁਲੇਖੇ ਨਾਲ ਕੱਲ ਨਾਲ ਲੈ ਆਏ ਸੀ। ਦੀਪਕ ਨੇ ਮਾਤਾ ਨੂੰ ਕਿਹਾ, ਤੁਸੀਂ ਵੀ ਹੌਲੀ ਹੌਲੀ ਤਿਆਰ ਹੋ, ਮੈਂ ਤੁਹਾਨੂੰ ਘਰ ਛੱਡ ਕੇ ਦਫ਼ਤਰ ਦੇ ਇੱਕ ਬੰਦੇ ਦੇ ਘਰ ਜਾਣਾ, ਕਿਤੇ ਉਹ ਘਰੋਂ ਚਲਿਆ ਨਾ ਜਾਏ। ਦੀਪਕ ਨੇ ਕਿਹਾ ਕਿ ਰਵੀ, ਅੱਜ ਇੱਥੇ ਰਹਿ ਲਓ ਤੇ ਮੈਂ ਸ਼ਾਮ ਤੱਕ ਆ ਜਾਵਾਂਗਾ। ਰਵੀ ਨੇ ਵੇਖਿਆ ਕਿ ਪਹਿਲੇ ਬੈੱਡ ਵਾਲੀ ਮੋਟੀ ਰਸੀਲੀ ਆਂਟੀ ਦੇ ਸਿਰਹਾਣੇ ਹੇਠਾਂ ਲਿਫਾਫੇ 'ਚੋਂ ਸਮੋਸਾ ਕੱਢਿਆ ਤੇ ਛੇਤੀ ਛੇਤੀ ਖਾ ਲਿਆ। ਉਹਦੇ ਬੈੱਡ ਕੋਲ ਕੋਈ ਨਹੀਂ ਸੀ। ਰਵੀ ਨੇ ਗੀਤਾ ਨੂੰ ਕਿਹਾ, ਭੈਣੇ, ਆਹ ਮੋਟੀ ਤਾਂ ਇਸ ਵਕਤ ਹੀ ਸਮੋਸਿਆਂ ਦਾ ਗੇੜਾ ਦੇਣ ਲੱਗ ਪਈ। ਗੀਤਾ ਨੇ ਦੱਸਿਆ ਕਿ ਰਾਤੀ ਨਰਸ ਨੇ ਸੌਣ ਲੱਗੇ ਕਿਹਾ ਸੀ ਕਿ ਸਵੇਰੇ ਖਾਲੀ ਪੇਟ ਤੁਹਾਡੇ ਟੈਸਟ ਹੋਣੇ ਹਨ, ਪਰ ਇਹਨੇ ਰਾਤੀ ਵਾਰਡ ਬੁਆਏ ਨੂੰ 100 ਰੁਪਏ ਦੇ ਕੇ ਸਮੋਸੇ ਮੰਗਵਾਏ ਸੀ। ਉਹੀ ਤਾਂ ਰਾਤ ਦਾ ਸੰਭਿਆ ਹੋਣਾ, ਸਵੇਰੇ ਛੱਕ ਲਿਆ। ਇਹ ਰਿਪੋਰਟਾਂ ਦੀ ਪਰਵਾਹ ਨਹੀਂ ਕਰਦੀ। ਘੰਟੇ ਕੁ ਤੱਕ ਦੀਪਕ ਮਾਤਾ ਤੇ ਮਿੰਨੀ ਨੂੰ ਲੈ ਕੇ ਘਰ ਚਲਾ ਗਿਆ। ਪਹਿਲਾਂ ਮਿੰਨੀ ਨੂੰ ਟੋਆਏ ਤੇ ਚਾਕਲੇਟ ਲੈ ਕੇ ਦਿੱਤੇ ਤਾਂ ਜੋ ਘਰ ਜਾਣ ਤੋਂ ਨਾ ਕਰੇ। ਮਿੰਨੀ ਨੇ ਰਸਤੇ 'ਚ ਦੱਸਿਆ ਕਿ ਮੰਮੀ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ 4-5 ਦਿਨਾਂ 'ਚ ਉਹ ਘਰ ਆ ਜਾਏਗੀ। ਦੀਪਕ ਉਹਨਾਂ ਨੂੰ ਗਲੀ ਦੇ ਬਾਹਰ ਹੀ ਛੱਡ ਕੇ ਉਸ ਬੰਦੇ ਦੇ ਘਰ ਚਲਾ ਗਿਆ। ਹਸਪਤਾਲ 'ਚ ਸਵੇਰ ਦੇ ਡਾਕਟਰਾਂ ਦੇ ਰਾਊਂਡ ਤੋਂ ਬਾਅਦ ਰਵੀ ਨੇ ਗੀਤਾ ਨੂੰ ਕਿਹਾ, ਭੈਣ, ਮੈਂ ਜ਼ਰਾ ਬਾਹਰ ਘੁੰਮ ਫਿਰ ਆਵਾਂ, ਬੈਠਾ ਬੈਠਾ ਥੱਕ ਗਿਆ। ਗੀਤਾ ਨੇ ਕਿਹਾ ਕਿ ਹਾਂ, ਮੈਂ ਵੀ ਜ਼ਰਾ ਸੌਂ ਲੈਂਦੀ ਹਾਂ। ਰਵੀ ਹਸਪਤਾਲ ਦੇ ਕਦੀ ਅੰਦਰ ਕਦੀ ਬਾਹਰ ਘੁੰਮ ਰਿਹਾ ਸੀ। ਅੱਗੇ ਵੀ ਕਈ ਵਾਰ ਉਹ ਹਸਪਤਾਲ ਆਇਆ ਸੀ, ਪਰ ਕਦੀ ਘੁੰਮ ਕੇ ਨਹੀਂ ਵੇਖਿਆ ਸੀ। ਤੇ ਹੋਰ ਕੀ ਹੈ ਇੱਥੇ। ਉਹ ਘੁੰਮ ਫਿਰ ਕੇ ਵਾਪਸ ਆਪਣੇ ਵਾਰਡ ਦੇ ਬਾਹਰ ਵਰਾਂਡੇ 'ਚ ਆ ਕੇ ਬਹਿ ਗਿਆ। ਉਹ ਬੈਠਾ ਉੱਥੇ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਰਿਹਾ ਸੀ, ਪਰ ਉੱਥੋਂ ਲੰਘਦੇ ਡਾਕਟਰਾਂ ਤੇ ਨਰਸਾਂ ਨੂੰ ਵੇਖ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ। ਉਹਨੇ ਵੇਖਿਆ ਇੱਕ ਬਜ਼ੁਰਗ ਥੜੀ ਤੇ ਬੈਠਾ ਰੋਟੀ ਖਾ ਰਿਹਾ ਸੀ। ਇਹ ਉਹੀ ਬਾਬਾ ਸੀ ਜਿਹਦੇ ਨਾਲ ਦੀ ਮਾਤਾ ਉਹਨਾਂ ਦੇ ਵਾਰਡ 'ਚ ਭਰਤੀ ਸੀ। ਰਵੀ ਦਾ ਧਿਆਨ ਬਦੋ-ਬਦੀ ਉਸ ਵੱਲ ਖਿੱਚਿਆ ਗਿਆ। ਉਸ ਬਜ਼ੁਰਗ ਦੀ ਉਮਰ ਕੋਈ 90-95 ਸਾਲ ਦੀ ਲੱਗਦੀ ਸੀ। ਸਿਰ ਤੇ ਪਰਨਾ ਬੰਨਿਆ ਸੀ, ਚਿੱਟੀ ਦਾੜੀ, ਕੱਦ ਕੋਈ 6 ਫੁੱਟ ਲੱਗਦਾ ਸੀ, ਘਸਮਾਲਾ ਜਿਹਾ ਕੁੜਤਾ ਪਜਾਮਾ ਤੇ ਪੈਰੀ ਜਲਸਾ ਪਾਇਆ ਸੀ। ਰਵੀ ਵੇਖ ਰਿਹਾ ਸੀ ਕਿ ਬਜ਼ੁਰਗ ਬੜੀ ਉਦਾਸ ਜਿਹੇ ਮਨ ਨਾਲ ਰੋਟੀ ਦੀ ਇੱਕ ਬੁਰਕੀ ਤੋੜਦਾ, ਕਿੰਨੇ ਚਿਰ ਉਸ ਵੱਲ ਤੱਕਦਾ ਰਹਿੰਦਾ, ਫਿਰ ਕੁਝ ਨਾ ਕੁਝ ਬੋਲਦਾ, ਬੁਰਕੀ ਮੂੰਹ 'ਚ ਪਾਉਂਦਾ, ਨਾਲ ਚਾਹ ਦੀ ਘੁੱਟ ਭਰਦਾ ਤੇ ਮਸਾਂ ਹੀ ਚੱਬ ਕੇ ਅੰਦਰ ਲੰਘਾਉਂਦਾ, ਫਿਰ ਦੂਜੀ ਬੁਰਕੀ ਤੋੜਦਾ ਤੇ ਉਸੇ ਤਰ੍ਹਾਂ ਕਰਦਾ। ਰਵੀ ਥੋੜ੍ਹੀ ਦੇਰ ਤਾਂ ਉਸ ਵੱਲ ਵੇਖਦਾ ਰਿਹਾ। ਉਸ ਕੋਲੋਂ ਰਿਹਾ ਨਾ ਗਿਆ ਤੇ ਉਹ ਬਾਬੇ ਦੇ ਕੋਲ ਜਾ ਕੇ ਬਹਿ ਗਿਆ। ਉਹਨੇ ਵੇਖਿਆ ਕਿ ਬਾਬਾ ਹੌਲੀ ਹੌਲੀ ਗੱਲਾਂ ਵੀ ਕਰੀ ਜਾ ਰਿਹਾ ਸੀ ਤੇ ਰੋਟੀ ਵੀ ਖਾਈ ਜਾ ਰਿਹਾ ਸੀ। ਰਵੀ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਕਿ ਬਾਬਾ ਕੀ ਬੋਲ ਰਿਹਾ। ਉਹ ਹੋਰ ਕੋਲ ਹੋ ਕੇ ਬਹਿ ਗਿਆ। ਰਵੀ ਨੇ ਉਹਨੂੰ ਕਿਹਾ, ਬਾਬਾ, ਜੇ ਰੋਟੀ ਨਹੀਂ ਖਾ ਹੁੰਦੀ ਤਾਂ ਰਹਿਣ ਦਿਓ, ਨਾ ਖਾਓ। ਉਂਝ ਵੀ ਰੋਟੀ ਸੁੱਕੀ ਪਈ ਜੇ ਤੇ ਸਬਜ਼ੀ ਵੀ ਕੋਈ ਨਹੀਂ ਹੈਗੀ ਤੁਹਾਡੇ ਕੋਲ। ਜੇ ਕਹੋ ਤਾਂ ਮੈਂ ਦਾਲ ਲਿਆ ਦੇਵਾਂ। ਸੁੱਕੀ ਰੋਟੀ ਖਾ ਕੋਈ ਨਹੀਂ ਹੋਣੀ ਇਸ ਉਮਰੇ। ਉਸ ਬਜ਼ੁਰਗ ਨੇ ਹੱਥ ਨਾਲ ਬੈਠੇ ਰਹਿਣ ਦਾ ਇਸ਼ਾਰਾ ਕਰਦੇ ਕਿਹਾ, ਪੁੱਤਰ, ਮੈਂ ਤਾਂ ਰੋਟੀ ਖਾ ਲਈ, ਇਹ ਤਾਂ ਮੀਤੋ ਦੀ ਹੈ। ਉਹਦੀ ਰੋਟੀ ਖਾਣ ਦੀ ਆਦਤ ਪੁੱਠੀ ਜਿਹੀ ਸੀ। ਜੇ ਸਬਜ਼ੀ ਮੁੱਕ ਵੀ ਜਾਏ ਤਾਂ ਰੋਟੀ ਸੁੱਕੀ ਖਾ ਲੈਂਦੀ ਸੀ। ਮੇਰਾ ਢਿੱਡ ਤਾਂ ਭਰ ਗਿਆ ਹੈ, ਇਹ ਤਾਂ ਮੈਂ ਮੀਤੋ ਦੇ ਹਿੱਸੇ ਦੀ ਖਾ ਰਿਹਾ। ਰਵੀ ਨੇ ਬੜੀ ਹੈਰਾਨੀ ਨਾਲ ਬਾਬੇ ਵੱਲ ਵੇਖਿਆ, ਪਰ ਉਹਦੀ ਗੱਲ ਸਮਝ ਨਾ ਪਈ। ਰਵੀ ਕੁਝ ਦੇਰ ਹੋਰ ਬੈਠਾ ਰਿਹਾ, ਕਦੀ ਆਉਂਦੇ ਜਾਂਦੇ ਲੋਕਾਂ ਵੱਲ ਵੇਖਦਾ, ਕਦੀ ਬਾਬੇ ਵੱਲ। ਬਾਬੇ ਨੇ ਰੋਟੀ ਖਤਮ ਕੀਤੀ ਤੇ ਫਿਰ ਇਕੱਲਾ ਹੀ ਗੱਲਾਂ ਕਰਦਾ ਰਿਹਾ। ਉਹ ਕਦੀ ਮਿੰਨਾ ਹੱਸਦਾ, ਕਦੀ ਹੌਕੇ ਜਿਹੇ ਭਰਨ ਲੱਗਦਾ। ਇੱਕ ਡਾਕਟਰ ਵਾਰਡ 'ਚੋਂ ਬਾਹਰ ਆਇਆ ਤਾਂ ਨਾਲ ਹੀ ਆ ਰਹੀ ਸਟਾਫ ਨੇ ਆਵਾਜ਼ ਦਿੱਤੀ, ਮਰੀਜ਼ ਗੁਰਮੀਤ ਦੇ ਨਾਲ ਕੋਈ। ਗੁਰਮੀਤ ਨਾਮ ਦੀ ਆਵਾਜ਼ ਸੁਣ ਕੇ ਬਾਬੇ ਨੇ ਉੱਬੜ-ਵਾਏ ਉੱਠ ਕੇ ਜਵਾਬ ਦਿੱਤਾ, ਮੈਂ ਹਾਂ ਮੀਤੋ ਨਾਲ। ਡਾਕਟਰ ਰਾਜੇਸ਼ ਨੇ ਪੁੱਛਿਆ, ਹੋਰ ਕੋਈ ਨਹੀਂ ਹੈ ਜੋ ਸਮਝ ਸਕੇ ਗੁਰਮੀਤ ਕੌਰ ਦੀ ਗੱਲ? ਬਾਬੇ ਨੇ ਜਵਾਬ ਦਿੱਤਾ ਤੇ ਕਿਹਾ, ਮੈਂ ਹੀ ਹਾਂ ਮੀਤੋ ਦੇ ਨਾਲ ਪਿਛਲੇ 17-75 ਸਾਲਾਂ ਤੋਂ। ਮੈਂ ਹੀ ਸਮਝ ਸਕਿਆ ਮੀਤੋ ਨੂੰ, ਹੋਰ ਕੋਈ ਨਹੀਂ ਸਮਝ ਸਕਦਾ। ਜਸਵੀਰ ਕੌਰ ਨੇ ਕਿਹਾ, ਮਾਤਾ ਜੀ ਨੂੰ ਸ਼ਾਇਦ ਹੋਰ ਘੰਟੇ ਕੁ ਤੱਕ ਨਾਲ ਦੇ ਬੈੱਡ 'ਤੇ ਸ਼ਿਫਟ ਕਰ ਦੇਵਾਂਗੇ। ਤੁਸੀਂ ਸਮਾਨ ਸੰਭਾਲ ਲਓ, ਆਹ ਪਰਚੀ ਸਾਂਭ ਲਓ, ਦਵਾਈਆਂ ਲਿਖੀਆਂ ਹਨ, ਮੰਗਵਾ ਲਓ। ਜਸਬੀਰ ਨੇ ਬਾਬੇ ਨੂੰ ਕਿਹਾ, ਬਾਬਾ ਜੀ, ਕੋਈ ਹੋਰ ਹੈ ਨਹੀਂ ਤੁਹਾਡੇ ਨਾਲ ਜਿਸ ਨੂੰ ਸਮਝਾਇਆ ਜਾਏ? ਜਸਬੀਰ ਨੇ ਡਾਕਟਰ ਨੂੰ ਕਿਹਾ, ਮੈਂ ਪਿਛਲੇ 5-6 ਦਿਨਾਂ ਤੋਂ ਵੇਖ ਰਹੀ ਹਾਂ, ਇਹਨਾਂ ਨੂੰ ਨਾ ਤਾਂ ਕੋਈ ਮਿਲਣ ਆਉਂਦਾ, ਨਾ ਕੋਈ ਬਾਲ ਬੱਚਾ, ਨਾ ਕੋਈ ਰਿਸ਼ਤੇਦਾਰ। ਇਹ ਵਿਚਾਰਾ ਬਾਬਾ ਹੀ ਤੁਰਿਆ ਫਿਰਦਾ ਹੈ, ਮਾਤਾ ਨੂੰ ਸਾਂਭ ਕੇ। ਬਾਬਾ ਧਿਆਨ ਬਹੁਤ ਰੱਖਦਾ ਮਾਤਾ ਦਾ। ਜਸਬੀਰ ਨੇ ਬਾਬੇ ਨੂੰ ਪਰਚੀ ਫੜਾਉਂਦੇ ਕਿਹਾ ਕਿ ਪਹਿਲਾਂ ਵੀ ਪਰਚੀ ਗਵਾ ਦਿੱਤੀ ਸੀ, ਹੁਣ ਸਾਂਭ ਲਓ। ਬਾਬਾ ਹੌਲੀ ਜਿਹੀ ਬੋਲਿਆ,
ਪੁੱਤ ਉਹਦੀ ਪਰਚੀ ਦਾ ਕੀ, ਉਹਦੀ ਤਾਂ ਸਾਰੀ ਹਯਾਤੀ ਗਵਾਚੀ ਪਈ ਹੈ। ਜਿਹਦੇ ਬੱਚੇ ਗਵਾਚ ਗਏ ਉਹਦਾ ਕੀ ਸਾਂਭਣਾ ਰਹਿ ਗਿਆ। ਉਹਦਾ ਇੱਕ ਹੀ ਗਵਾਚਾ ਲਾਲ ਲੱਭ ਜਾਏ, ਉਹਨੂੰ ਕਿਸੇ ਦਵਾਈ ਦੀ ਪਰਚੀ ਦੀ ਲੋੜ ਨਹੀਂ। ਰਵੀ ਨੇ ਕਿਹਾ, ਸਟਾਫ ਜੀ ਮੈਂ ਮਦਦ ਕਰ ਦੇਣਾ, ਬਾਬਾ ਜੀ ਦੀ ਇਸ ਉਮਰੇ ਕਿੱਥੇ ਸਮਾਨ ਚੁੱਕੀ ਫਿਰਨਗੇ। ਰਵੀ ਨੇ ਬਾਬੇ ਦੇ ਮੋਢੇ ਤੇ ਹੱਥ ਮਾਰਦਿਆਂ ਕਿਹਾ, ਬਾਬਾ ਜੀ ਮੈਂ ਵੀ ਤੁਹਾਡੇ ਲਾਲ ਵਰਗਾ ਹੀ ਹਾਂ, ਜੇ ਮੈਂ ਸਮਾਨ ਚੁਕਵਾਤਾ ਕੀ ਫਰਕ ਹੋ ਜਾਊ। ਬਾਬੇ ਨੇ ਰਵੀ ਨੂੰ ਅਸੀਸ ਦਿੰਦੇ ਕਿਹਾ ਕਿ ਪੁੱਤ ਤੂੰ ਆਪਣੇ ਮਾਂ ਪਿਓ ਦਾ ਹੀ ਲਾਲ ਬਣ ਕੇ ਰਹਿ, ਤਾਂ ਵੀ ਮੈਨੂੰ ਬਹੁਤ ਸ਼ਾਂਤੀ ਮਿਲੂ। ਮੇਰੇ ਤਾਂ ਲਾਲ ਤਾਂ ਗੁਆਚ ਹੀ ਗਏ, ਪਤਾ ਨਹੀਂ ਕਿੱਧਰ ਉੱਡ ਪੁੱਟ ਗਏ। ਰਵੀ ਨੇ ਬਾਬੇ ਨੂੰ ਸਹਾਰਾ ਦਿੱਤਾ ਤਾਂ ਵਾਰਡ ਦੇ ਅੰਦਰ ਲੈ ਗਿਆ। ਰਵੀ ਨੇ ਚੁੱਪ ਕਰਕੇ ਆਪਣੀ ਭੈਣ ਦੇ ਸਾਹਮਣੇ ਵਾਲੇ ਬੈੱਡ ਤੇ ਸਮਾਨ ਰੱਖ ਦਿੱਤਾ। ਥੋੜੀ ਦੇਰ ਬਾਅਦ ਵਾਰਡ ਬੁਆਏ ਨੇ ਸ਼ਿਫਟ ਕਰਨ ਲੱਗੇ ਕਿਹਾ ਕਿ ਸਿਸਟਰ ਤਾਂ 8 ਨੰਬਰ ਬੈੱਡ ਤੇ ਮਾਤਾ ਜੀ ਨੂੰ ਪਾਉਣ ਨੂੰ ਕਿਹਾ ਸੀ। ਰਵੀ ਨੇ ਕਿਹਾ, ਮੇਰੀ ਹੁਣੇ ਜੈਸਮੀਨ ਨਾਲ ਗੱਲ ਹੋਈ ਹੈ, ਉਹ ਕਹਿੰਦੀ ਹੈ ਕਿ 5 ਨੰਬਰ ਬੈੱਡ ਤੇ ਪਾ ਦਿਓ। ਰਵੀ ਨੇ ਝੂਠੀ ਕਹਿ ਕੇ ਆਪਣੇ ਕੋਲ ਕੰਧ ਨਾਲ ਦੇ ਬੈੱਡ ਤੇ ਸੈਟਿੰਗ ਕਰਾ ਦਿੱਤੀ। ਮਨ 'ਚ ਸੋਚਿਆ, ਜੇ ਕੋਈ ਕੁਝ ਕਹੂ ਤਾਂ ਮੁੱਕਰ ਜਾਵਾਂਗੀ, ਕਹਿ ਦੇਵਾਂਗਾ ਕਿ ਮੈਨੂੰ ਤਾਂ 5 ਹੀ ਸੁਣਿਆ ਸੀ। ਰਵੀ ਨੂੰ ਇਹ ਸੀ ਕਿ ਬਜ਼ੁਰਗ ਹੈ, ਜੇ ਕਿਸੇ ਚੀਜ਼ ਦੀ ਲੋੜ ਪਈ ਤਾਂ ਕੋਲੋਂ ਹੀ ਮਦਦ ਹੋ ਜਾਂਦੀ ਹੈ। ਹੋਰ ਨਾਲੇ ਕੰਧ ਨਾਲ ਢੋਅ ਚੰਗੀ ਤਰ੍ਹਾਂ ਲੱਗ ਜਾਂਦੀ ਹੈ। ਉਸ ਬਜ਼ੁਰਗ ਮਾਤਾ ਦੀ ਉਮਰ ਵੀ 80-85 ਤੋਂ ਉੱਪਰ ਹੀ ਲੱਗਦੀ ਸੀ। ਉਹ ਸਾਈਕੈਟਰੀ ਵਾਰਡ 'ਚੋਂ ਸ਼ਿਫਟ ਹੋ ਕੇ ਇੱਧਰ ਆਈ ਸੀ। ਮਾਤਾ ਜੀ ਨੂੰ ਤਾਂ ਚੰਗੀ ਤਰ੍ਹਾਂ ਦਿਖਾਈ ਦਿੰਦਾ ਸੀ ਤੇ ਨਾ ਹੀ ਚੰਗੀ ਤਰ੍ਹਾਂ ਸਮਝ ਆਉਂਦਾ ਸੀ। ਉਹਨੇ ਕਈ ਸਾਲਾਂ ਤੋਂ ਇੱਕ ਹੀ ਰੱਟ ਲਗਾਈ ਸੀ ਕਿ ਮੇਰਾ ਜੀਤਾ ਇੱਕ ਵਾਰੀ ਮਿਲਾ ਦਿਓ, ਮੇਰਾ ਰਾਜਾ ਪੁੱਤ ਮਿਲਾ ਦਿਓ। ਉਹ ਕਹਿੰਦੀ ਸੀ ਉਹਦਾ ਸਾਹ ਸੌਖਾ ਨਿਕਲ ਜਾਊ। ਉਸ ਨਾਲ ਦੇ ਬਾਬਾ ਜੀ ਦਾ ਨਾਮ ਜੋਗਿੰਦਰ ਸਿੰਘ ਸੀ। ਉਹ ਸਰਕਾਰੀ ਸਕੂਲ 'ਚੋਂ ਹੈਡਮਾਸਟਰ ਰਿਟਾਇਰ ਹੋਇਆ ਸੀ। ਸ਼ਾਮ ਹੋਣ ਲੱਗੀ ਸੀ ਤੇ ਰਵੀ ਚਾਹ ਲੈਣ ਚੱਲਾ ਸੀ। ਉਹਨੇ ਵੇਖਿਆ ਬਾਬਾ ਜੋਗਿੰਦਰ ਸਿੰਘ ਨੇ ਮਾਤਾ ਦਾ ਹੱਥ ਫੜਿਆ ਤੇ ਹੌਲੀ ਹੌਲੀ ਪਲੋਸੀ ਜਾ ਰਿਹਾ। ਰਵੀ ਨੇ ਸੋਚਿਆ, ਬਹੁਤ ਪਿਆਰ ਹੈ ਬਾਬੇ ਤੇ ਮਾਤਾ 'ਚ, ਇਸ ਉਮਰੇ ਵੀ ਹੱਥ ਫੜ ਕੇ ਪਿਆਰ ਕਰ ਰਿਹਾ। ਉਹਨੇ ਬਾਬੇ ਨੂੰ ਪੁੱਛਿਆ, ਬਾਬਾ ਜੀ ਚਾਹ ਪੀਓਗੇ, ਮੈਂ ਲੈਣ ਚੱਲਿਆ। ਬਾਬੇ ਨੇ ਨਾਂ 'ਚ ਸਿਰ ਹਿਲਾ ਦਿੱਤਾ। ਰਵੀ ਨੇ ਫਿਰ ਕਿਹਾ, ਬਾਬਾ ਜੀ ਪੀ ਲਓ, ਮੈਂ ਲੈ ਕੇ ਆਉਣਾ, ਬਸ ਆਹ ਦੱਸ ਦਿਓ ਮਿੱਠੇ ਵਾਲੀ ਜਾਂ ਬਿਨਾਂ ਮਿੱਠੇ ਵਾਲੀ, ਤੁਹਾਨੂੰ ਕੋਈ ਸ਼ੂਗਰ ਸ਼ਾਗਰ ਤਾਂ ਹੈ ਨਹੀਂ ਕੋਈ। ਬਾਬੇ ਨੇ ਬੜੀ ਹਲੀਮੀ ਨਾਲ ਕਿਹਾ, ਪੁੱਤ ਚਾਹ ਨਹੀਂ ਪੀਣੀ ਮੈਂ, ਤੂੰ ਆਪਣੀ ਪੀ ਲੈ ਪੁੱਤ। ਰਵੀ ਨੇ ਕਿਹਾ, ਬਾਬਾ ਜੀ ਪੁੱਤ ਵੀ ਕਹੀ ਜਾਂਦੇ ਹੋ ਤੇ ਪੁੱਤ ਦੀ ਗੱਲ ਵੀ ਨਹੀਂ ਮੰਨਦੇ। ਪੁੱਤ ਪੁੱਤ ਕਰਦੇ ਬਾਬੇ ਦੀਆਂ ਅੱਖਾਂ 'ਚ ਪਾਣੀ ਆ ਗਿਆ। ਰਵੀ ਨੇ ਕਿਹਾ, ਬਾਬਾ ਜੀ ਇੱਥੇ ਹਸਪਤਾਲ 'ਚ ਤਾਂ ਚਾਹ ਦਾ ਕਾਰੋਬਾਰ ਸਭ ਤੋਂ ਉੱਪਰ ਹੈ। ਸਾਰਾ ਦਿਨ ਰਿਸ਼ਤੇਦਾਰ ਆਉਂਦੇ ਰਹਿੰਦੇ ਨੇ ਮਰੀਜ਼ਾਂ ਦਾ ਹਾਲ ਪੁੱਛਣ ਨੂੰ। ਲੋਕ ਤਾਂ 20-20 ਕੱਪ ਰੋਜ਼ ਦਾ ਬਿੱਲ ਬਣਾ ਜਾਂਦੇ ਮਰੀਜ਼ਾਂ ਵਾਲਿਆਂ ਦਾ। ਹਸਪਤਾਲ ਦਾ ਅੱਧਾ ਬਿੱਲ ਤਾਂ ਚਾਹ ਦਾ ਹੀ ਬਣ ਜਾਂਦਾ। ਚਾਹ ਵਾਲਿਆਂ ਨੂੰ ਤਾਂ ਸਿਰ ਖੁਰਕਣ ਦਾ ਸਮਾਂ ਨਹੀਂ ਮਿਲਦਾ। ਤੁਸੀਂ ਚਾਹ ਨੂੰ ਨਾ ਕਰੀ ਜਾਂਦੇ ਹੋ, ਮੈਂ ਲੈ ਕੇ ਆਉਣਾ, ਪੀ ਲਿਓ। ਬਾਬਾ ਪਿੱਛੋਂ ਨਾ ਕਰਦਾ ਰਿਹਾ। ਰਵੀ ਵਾਰਡ 'ਚੋਂ ਬਾਹਰ ਨਿਕਲ ਆਇਆ। ਵਾਰਡ ਅੰਦਰ ਕੋਲੋਂ ਲੰਘਦੀ ਜੈਸਮੀਨ ਕਹਿਣ ਲੱਗੀ, ਬਾਬਾ ਜੀ ਮਾਤਾ ਦਾ ਹੱਥ ਛੱਡ ਦਿਓ, ਘੁੱਟ ਕੇ ਨਾ ਫੜੋ, ਡਰਿਪ ਹਿੱਲ ਜਾਣੀ ਜੀ। ਮੈਂ ਪਹਿਲਾਂ ਹੀ ਪੱਟੀ ਨਾਲ ਮਾਤਾ ਜੀ ਦੀ ਬਾਂਹ ਬੰਨੀ ਹੋਈ ਹੈ, ਨਹੀਂ ਹਿਲਦੀ ਬਾਂਹ, ਛੱਡ ਦਿਓ ਬਾਬਾ ਜੀ, ਮਾਤਾ ਨੂੰ ਸੁੱਤੀ ਰਹਿਣ ਦਿਓ। ਬਾਬੇ ਨੇ ਜਵਾਬ ਦਿੱਤਾ, ਪੁੱਤ ਇਹ ਰੱਸੀ ਨੂੰ ਖਿੱਚਦੀ ਆ, ਮੈਂ ਤਾਂ ਹੀ ਫੜ ਕੇ ਰੱਖਿਆ ਹੱਥ, ਕਿਤੇ ਫੇਰ ਨਾ ਹਿਲਾ ਦੇਵੇ ਸੂਈ ਨੂੰ। ਰਾਤੀ ਵੀ ਸੂਈ ਨਿਕਲ ਗਈ ਸੀ, ਸਾਰਾ ਹੱਥ ਸੁੱਜ ਗਿਆ ਸੀ। ਨਰਸ ਆਪਣਾ ਕਹਿ ਕੇ ਬਾਹਰ ਚਲੀ ਗਈ। ਬਾਬਾ ਵਿਚਾਰਾ ਇਕੱਲਾ ਹੀ ਬੋਲੀ ਜਾ ਰਿਹਾ ਸੀ। ਥੋੜੀ ਦੇਰ ਵਿੱਚ ਰਵੀ ਉਹ ਪਹਿਲਾਂ ਵਾਂਗ ਗੱਤੇ ਦੀ ਟਰੇ ਤੇ 2 ਕੱਪ ਲੈ ਕੇ ਤੁਰਿਆ ਆ ਰਿਹਾ ਸੀ। ਨਾਲ ਉਹ 2 ਕੁ ਮੱਠੀਆਂ ਵੀ ਲੈ ਆਇਆ। ਉਹਨੇ ਵੇਖਿਆ ਸਵੇਰ ਦਾ ਬਾਬੇ ਨੂੰ ਕੋਈ ਵੀ ਮਿਲਣ ਨਹੀਂ ਆਇਆ ਸੀ। ਉਹਨੂੰ ਲੱਗਾ ਜਿਵੇਂ ਬਾਬੇ ਨੇ ਸਵੇਰ ਦੀ ਰੋਟੀ ਤੋਂ ਬਾਅਦ ਕੁਝ ਵੀ ਨਹੀਂ ਖਾਧਾ ਸੀ। ਉੱਪਰੋਂ ਵਾਰਡ ਬੁਆਏ ਨੇ ਆਵਾਜ਼ ਦਿੱਤੀ ਕਿ ਡਸਟਿੰਗ ਕਰਨੀ ਆ ਜੀ, ਸਾਰੇ ਜਣੇ ਬਾਹਰ ਚਲੇ ਜਾਓ। ਰਵੀ ਤੇ ਬਾਬਾ ਜੀ ਚਾਹ ਦਾ ਗਲਾਸ ਫੜ ਕੇ ਬਾਹਰ ਆ ਗਏ। ਦੋਵੇਂ ਜਣੇ ਵਰਾਂਡੇ 'ਚ ਬੈਠੇ ਰਹੇ। ਬਾਬਾ ਬੜੇ ਦੁਖੀ ਜਿਹਾ ਲੱਗ ਰਿਹਾ ਸੀ। ਨਾ ਤਾਂ ਉਹਨਾਂ ਨੂੰ ਕੋਈ ਮਿਲਣ ਆਇਆ ਤੇ ਨਾ ਹੀ ਬਾਬੇ ਨੂੰ ਕਿਸੇ ਦਾ ਇੰਤਜ਼ਾਰ ਲੱਗ ਰਿਹਾ ਸੀ। ਪਰ ਮਾਤਾ ਜੀ ਹਰ ਘੰਟੇ ਕੁ ਬਾਅਦ ਜਿਵੇਂ ਅਲਾਰਮ ਲੱਗਾ ਹੋਵੇ ਪੁੱਛ ਲੈਂਦੀ ਸੀ, ਜੀਤਾ ਨਹੀਂ ਆਇਆ। ਰਵੀ ਉੱਥੇ ਬਾਬੇ ਕੋਲ ਹੀ ਬੈਠਾ ਸੀ ਤੇ ਦੀਪਕ ਆ ਗਿਆ। ਦੀਪਕ ਨੇ ਆ ਕੇ ਕਿਹਾ, 50,000 ਦਾ ਇੰਤਜ਼ਾਮ ਹੋ ਗਿਆ, ਤੂੰ ਜਾ ਕੇ ਪੈਸੇ ਜਮ੍ਹਾਂ ਕਰਵਾ ਦੇ, ਮੈਂ ਗੀਤਾ ਨੂੰ ਮਿਲ ਲਵਾਂ। ਰਵੀ ਪੈਸੇ ਫੜ ਕੇ ਬਿਲਿੰਗ ਬ੍ਰਾਂਚ 'ਚ ਪੈਸੇ ਜਮ੍ਹਾਂ ਕਰਾਉਣ ਚਲਾ ਗਿਆ। ਦੀਪਕ ਗੀਤਾ ਕੋਲ ਜਾ ਕੇ ਬਹਿ ਗਿਆ। ਉਹਦਾ ਹਾਲ ਚਾਲ ਪੁੱਛਿਆ ਤੇ ਕਿਹਾ ਕਿ ਮੈਂ ਪੈਸੇ ਦੇ ਕੇ ਰਵੀ ਨੂੰ ਜਮ੍ਹਾਂ ਕਰਾਉਣ ਭੇਜ ਦਿੱਤਾ ਹੈ। ਗੀਤਾ ਨੇ ਕਿਹਾ ਕਿ ਮੈਂ ਇੱਕ ਗੱਲ ਕਰਾਂ, ਗੁੱਸਾ ਤਾਂ ਨਹੀਂ ਕਰੋਗੇ। ਦੀਪਕ ਨੇ ਜਵਾਬ 'ਚ ਪੁੱਛਿਆ, ਕੀ ਗੱਲ। ਗੀਤਾ ਕਹਿੰਦੀ ਕਿ ਮੇਰਾ ਸਵੇਰ ਦਾ ਮਨ ਹੋਰ ਹੀ ਤਰ੍ਹਾਂ ਦਾ ਹੋਇਆ ਪਿਆ, ਮੈਂ ਹਸਪਤਾਲ 'ਚ ਨਹੀਂ ਰਹਿਣਾ ਚਾਹੁੰਦੀ। ਮੈਨੂੰ ਪਤਾ ਹੈ ਕਿ ਕੈਂਸਰ ਦੇ ਮਰੀਜ਼ ਬਚਦੇ ਤਾਂ ਹੈ ਨਹੀਂ। ਹੁਣ ਮੈਂ ਜਿਹੜੇ 5-7 ਦਿਨ ਜਿੰਦਾ ਰਹਿਣਾ ਹੈ,
ਆਪਣੇ ਘਰ ਜਾ ਕੇ ਰਹਿਣਾ ਚਾਹੁੰਦੀ ਹਾਂ। ਮੈਂ ਹਸਪਤਾਲ ਦੇ ਬੈੱਡ 'ਤੇ ਨਹੀਂ ਮਰਨਾ ਚਾਹੁੰਦੀ। ਮੇਰਾ ਮਨ ਕਰਦਾ ਹੈ ਕਿ ਜੇ ਮੈਨੂੰ ਮੌਤ ਆਵੇ ਤਾਂ ਤੁਹਾਡੀਆਂ ਬਾਹਾਂ 'ਚ ਆਵੇ। ਤੁਸੀਂ ਬਿੱਲ ਦੇ ਦਿੱਤਾ, ਆਪਾਂ ਛੁੱਟੀ ਲਈਏ ਤੇ ਘਰ ਚੱਲੀਏ। ਗੀਤਾ ਦਾ ਮਨ ਭਰ ਆਇਆ, ਰੋਣ ਲੱਗ ਪਈ। ਦੀਪਕ ਨੇ ਉਹਨੂੰ ਹੌਸਲਾ ਦਿੰਦੇ ਕਿਹਾ ਕਿ ਤੂੰ ਕਿਉਂ ਦਿਲ ਛੱਡੀ ਜਾਂਦੀ ਹੈ, ਤੂੰ ਠੀਕ ਹੋ ਜਾਣਾ ਹੈ। ਡਾਕਟਰ ਜੀ ਨੇ ਕਿਹਾ ਕਿ ਕੱਲ ਤੇਰਾ ਆਪਰੇਸ਼ਨ ਹੈ, 4-5 ਦਿਨਾਂ ਨੂੰ ਆਪਾਂ ਠੀਕ ਹੋ ਕੇ ਘਰ ਚਲੇ ਜਾਵਾਂਗੇ। ਗੀਤਾ ਦਾ ਮਨ ਪਤਾ ਨਹੀਂ ਕਿਉਂ ਘਬਰਾ ਰਿਹਾ ਸੀ। ਕਹਿਣ ਲੱਗੀ ਕਿ ਅੱਜ ਦੁਪਹਿਰ ਦਾ ਮਨ ਨਹੀਂ ਲੱਗ ਰਿਹਾ। ਮੈਨੂੰ ਪਤਾ ਨਹੀਂ ਕਿਉਂ ਲੱਗੀ ਜਾ ਰਿਹਾ ਕਿ ਮੈਂ ਨਹੀਂ ਬਚਾਂਗੀ। ਤੁਸੀਂ ਮੈਨੂੰ ਘਰ ਲੈ ਚਲੋ। ਮੇਰੀ ਬਸ ਹੁਣ ਆਖਰੀ ਇੱਛਾ ਹੈ ਕਿ ਮਿੰਨੀ ਮੇਰੀ ਗੋਦੀ 'ਚ ਹੋਏ ਤੇ ਮੇਰਾ ਸਿਰ ਤੁਹਾਡੇ ਮੋਢੇ ਤੇ ਮੈਂ ਤੁਹਾਡੀਆਂ ਬਾਹਾਂ 'ਚ ਪਈ ਹੋਵਾਂ। ਮੌਤ ਦਾ ਫਰਿਸ਼ਤਾ ਆਏ ਤੇ ਕਹੇ ਕਿ ਚੱਲ ਗੀਤਾ, ਤੇਰਾ ਸਮਾਂ ਪੂਰਾ ਹੋ ਗਿਆ। ਮੈਂ ਹੱਸ ਕੇ ਉਸ ਨਾਲ ਚਲੀ ਜਾਵਾਂ। ਗੀਤਾ ਬੋਲੀ ਜਾ ਰਹੀ ਸੀ ਤੇ ਰੋਈ ਜਾ ਰਹੀ ਸੀ। ਦੀਪਕ ਨੂੰ ਗੁੱਸਾ ਜਿਹਾ ਆ ਗਿਆ। ਕਹਿਣ ਲੱਗਾ, ਤੈਨੂੰ ਕੀ ਦੂਜੇ ਕੁ ਦਿਨ ਦੌਰਾ ਪੈ ਜਾਂਦਾ, ਐਵੇਂ ਘਰ ਜਾਣਾ ਕਰਨ ਲੱਗੀ ਪਈ ਹੈ। ਡਾਕਟਰ ਤੈਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੂੰ ਐਵੇਂ ਮਰੀ ਜਾ। ਉਹ ਵੇਖ ਮਾਤਾ ਤੇ ਬਜ਼ੁਰਗ, ਕੋਈ ਬਾਲ ਬੱਚਾ ਨਹੀਂ ਵੇਖਣ ਆਉਂਦਾ, ਉਹ ਵੀ ਤਾਂ ਠੀਕ ਹੋਣ ਨੂੰ ਬੈਠੇ ਆ। ਮੰਨਿਆ ਤੇਰੀ ਆਖਰੀ ਇੱਛਾ ਮੇਰੇ ਮੋਢੇ ਤੇ ਸਿਰ ਰੱਖ ਕੇ ਮਰਨਾ। ਉਹ ਬੁੱਢੀ ਵਾਂਗ ਮਰੀ ਤਾਂ ਜਦੋਂ ਨਾ ਕੁਝ ਸੁਣਦਾ ਹੋਏ ਨਾ ਦਿਖਦਾ ਹੋਏ। ਮੈਂ ਵੀ ਉਸ ਬੁੱਢੇ ਵਾਂਗੂ ਖੁੰਡੀ ਫੜੀ ਤੁਰਿਆ ਜਾਵਾਂ। ਉਦੋਂ ਮਰ ਲਈ ਮੋਢੇ ਮੇਰੇ ਨਾਲ ਲੱਗ ਕੇ। ਗੁੱਸੇ 'ਚ ਬੋਲਦੇ ਦਾ ਹਾਸਾ ਨਿਕਲ ਗਿਆ। ਕਮਲੀ ਨਾ ਹੋਏ ਤਾਂ। ਦੀਪਕ ਨੇ ਗੀਤਾ ਦਾ ਹੱਥ ਫੜਿਆ ਤੇ ਕਹਿਣ ਲੱਗਾ, ਜੇ ਤੂੰ ਹੀ ਇਸ ਤਰ੍ਹਾਂ ਕਹੇਂਗੀ ਤੇ ਮੇਰਾ ਹੌਸਲਾ ਕੌਣ ਵਧਾਏਗਾ। ਤੂੰ ਹੁਣ ਠੀਕ ਹੋ ਰਹੀ ਹੈ, ਤਾਂ ਹੀ ਤਾਂ ਮੇਰੇ ਵਿੱਚ ਭੋਰਾ ਜਾਨ ਆਈ ਹੈ। ਤੂੰ ਬੁੱਢੇ ਹੋਣ ਤੱਕ ਮੇਰੇ ਤੇ ਮਿੰਨੀ ਦੇ ਨਾਲ ਹੀ ਜਿਉਣਾ। ਤੂੰ ਠੀਕ ਹੋ ਰਹੀ ਹੈ। ਵੇਖ, ਇੱਕ ਗੱਲ ਮੇਰੀ ਧਿਆਨ ਨਾਲ ਸੁਣ। ਪਹਿਲਾਂ ਆਹ ਅੱਖਾਂ ਪੂੰਝ, ਨੱਕ ਵੀ ਸਾਫ਼ ਕਰ। ਵੇਖ, ਵੱਡੇ ਡਾਕਟਰ ਨੇ ਕਿਹਾ ਸੀ ਨਾ ਕਿ ਤੂੰ ਉਹ ਰਾਤ ਨਹੀਂ ਕੱਢਣੀ। ਤੈਨੂੰ ਪਤਾ ਦਰਦ ਵੀ ਬਹੁਤ ਹੋ ਰਿਹਾ ਸੀ। ਉਸ ਰਾਤ ਤੂੰ ਵੀ ਤਿਆਰ ਸੀ ਤੇ ਅਸੀਂ ਸਾਰੇ ਵੀ ਤਿਆਰ ਸੀ ਕਿ ਤੂੰ ਨਹੀਂ ਬਚ ਸਕਦੀ, ਪਰ ਤੂੰ ਉਹ ਰਾਤ ਕੱਢ ਲਈ। ਤੂੰ ਹੌਸਲਾ ਰੱਖਿਆ, ਮੌਤ ਨੂੰ ਆਉਣ ਦਿੱਤਾ, ਪਰ ਕ੍ਰਿਸ਼ਮਾ ਹੋਇਆ। ਮੌਤ ਤੈਨੂੰ ਛੂਹ ਕੇ ਨਿਕਲ ਗਈ। ਉਹ ਤੇਰੀ ਮੌਤ ਦੀ ਰਾਤ ਸੀ, ਉਹ ਟਲ ਗਈ। ਤੂੰ ਯਮਰਾਜ ਦੇ ਦਰਵਾਜ਼ੇ ਤੇ ਖੜੀ ਸੀ, ਤੂੰ ਅੰਦਰ ਜਾਣ ਨੂੰ ਤਿਆਰ ਸੀ, ਪਰ ਹੋ ਸਕਦਾ ਹੈ ਮਿੰਨੀ ਦੇ ਪਿਆਰ ਨੇ ਤੈਨੂੰ ਉੱਥੋਂ ਮੋੜ ਲਿਆਂਦਾ ਹੋਵੇ। ਹੁਣ ਦੁਬਾਰਾ ਯਮਰਾਜ ਕਦੋਂ ਬੁਲਾਉਂਦਾ ਹੈ, ਕਦੋਂ ਫਿਰ ਤੋਂ ਤੂੰ ਉਹਦੇ ਦਰਵਾਜ਼ੇ ਜਾਂਦੀ, ਤੇਰੀ ਅਗਲੀ ਫੇਰੀ ਕਦੋਂ ਪੈਂਦੀ ਹੈ, ਉਹ ਹੁਣ ਅੱਗੇ ਵੇਖੀ ਜਾਊ। ਇਹ ਤਾਂ ਤੇਰਾ ਹੌਸਲਾ ਤੇ ਡਾਕਟਰਾਂ ਦੀ ਮਿਹਨਤ ਹੈ ਕਿ ਤੂੰ ਬਚ ਗਈ। 1-2 ਦਿਨਾਂ 'ਚ ਡਾਕਟਰਾਂ ਨੇ ਤੇਰਾ ਆਪਰੇਸ਼ਨ ਕਰ ਦੇਣਾ, ਤੂੰ ਠੀਕ ਹੋ ਜਾਣਾ। ਤੂੰ ਹੌਸਲਾ ਨਾ ਛੱਡ। ਦੀਪਕ ਦੀਆਂ ਅੱਖਾਂ ਵੀ ਭਰ ਆਈਆਂ। ਦੋਵੇਂ ਜਣੇ ਹੌਲੀ ਹੌਲੀ ਰੋ ਰਹੇ ਸਨ। ਬਾਹਰੋਂ ਰਵੀ ਆ ਗਿਆ। ਦੋਹਾਂ ਨੇ ਅੱਖਾਂ ਪੂੰਝੀਆਂ ਤੇ ਸਿੱਧੇ ਹੋ ਕੇ ਬਹਿ ਗਏ। ਰਾਤੀ ਰਵੀ ਨੇ ਹਸਪਤਾਲ 'ਚ ਰਹਿਣਾ ਸੀ। ਉਹਨੇ ਵੇਖਿਆ ਕਿ ਬਾਬਾ ਜੀ ਨੇ ਵਰਾਂਡੇ 'ਚ ਬੈਠੇ ਫਿਰ ਉਹੀ ਸਵੇਰ ਵਾਲੀਆਂ ਰੋਟੀਆਂ ਕੱਢ ਲਈਆਂ ਤੇ ਦਾਲ ਨਾਲ ਖਾਣ ਲੱਗਾ ਤਾਂ ਰੋਟੀਆਂ ਬਹੁਤ ਸਖਤ ਹੋਈਆਂ ਪਈਆਂ ਸਨ, ਪਰ ਬਾਬੇ ਨੇ ਹੌਲੀ ਹੌਲੀ ਖਾਣੀਆਂ ਸ਼ੁਰੂ ਕਰਤੀਆਂ। ਰਵੀ ਨੇ ਬੜੇ ਧਿਆਨ ਨਾਲ ਵੇਖਿਆ ਕਿ ਬਾਬਾ ਸੁੱਕੀਆਂ ਰੋਟੀਆਂ ਬੜੇ ਮਜ਼ੇ ਨਾਲ ਖਾ ਰਿਹਾ ਸੀ, ਨਾਲੇ ਕਿਸੇ ਅਦ੍ਰਿਸ਼ ਜਿਹੀ ਸ਼ੈ ਨਾਲ ਗੱਲਾਂ ਵੀ ਕਰ ਰਿਹਾ ਸੀ। ਰਵੀ ਨੂੰ ਬੜਾ ਅਫਸੋਸ ਹੋ ਰਿਹਾ ਸੀ ਕਿ ਨਾ ਤਾਂ ਇਹਨਾਂ ਨੂੰ ਕੋਈ ਮਿਲਣ ਆਇਆ ਤੇ ਨਾ ਹੀ ਕਿਸੇ ਨੇ ਹਾਲ ਚਾਲ ਪੁੱਛਿਆ। ਰਵੀ ਕੁਛ ਦੇਰ ਸੋਚਦਾ ਰਿਹਾ ਤੇ ਫਿਰ ਬਾਬੇ ਦੇ ਕੋਲ ਜਾ ਕੇ ਬਹਿ ਗਿਆ। ਬਾਬਾ ਪਤਾ ਨਹੀਂ ਕਿਹੜੀ ਗੈਬੀ ਦੁਨੀਆ 'ਚ ਮਗਨ ਸੀ। ਰਵੀ ਨੇ ਨੇੜੇ ਜਿਹੇ ਹੋ ਕੇ ਕੁਝ ਸੁਣਨ ਦੀ ਕੋਸ਼ਿਸ਼ ਕੀਤੀ। ਬਾਬਾ ਰੋਟੀ ਦੀ ਬੁਰਕੀ ਤੋੜਦਾ ਤੇ ਕਹਿੰਦਾ, ਖਾ ਲੈ ਜੋਗਿਆ, ਖਾ ਲੈ। ਇੱਕ ਹੋਰ ਬੁਰਕੀ ਬੜੇ ਚਾਅ ਨਾਲ ਬਣਾਈ ਸੂ ਤੇਰੇ ਲਈ। ਤਰਕਾਲਾਂ ਦੀ ਉਡੀਕਦੀ ਪਈ ਹੈ। ਅੱਗੇ ਪਹਿਲਾਂ ਹੀ ਕੁਵੇਲੇ ਆਏ ਜੇ। ਅੱਖਾਂ ਥੱਕ ਗਈਆਂ, ਗਲੀ ਤੇ ਲਗਾਈ ਬੈਠੀ ਦੀਆਂ। ਖਾ ਲਓ, ਸਵੇਰ ਦੇ ਭੁੱਖੇ ਤਿਹਾਈ ਕੰਮ ਕਰੀ ਜਾਂਦੇ ਹੋ। ਫਿਰ ਬਾਬੇ ਨੇ ਆਪ ਹੀ ਜਵਾਬ ਦਿੱਤਾ, ਬਸ ਕਰ ਮੀਤੋ, ਮੈਨੂੰ ਭੁੱਖ ਹੋਰ ਹੈ ਨਹੀਂ, ਢਿੱਡ ਭਰਿਆ ਪਿਆ, ਹੋਰ ਨਹੀਂ ਖਾ ਹੁੰਦੀ। ਰਵੀ ਨੇ ਵੇਖਿਆ ਬਾਬਾ ਇਸੇ ਤਰ੍ਹਾਂ ਕਰਦਾ ਕਰਦਾ 2-3 ਰੋਟੀਆਂ ਖਾ ਗਿਆ। ਰਵੀ ਨੇ ਵੇਖਿਆ ਕਿ ਬਾਬੇ ਦੀ ਦਾਲ ਨਾਲ ਬੁਰਕੀ ਲਾਈ ਤੇ ਕਹਿੰਦਾ, ਦਾਲ ਤਾਂ ਹੋਰ ਲਾ ਲੈ ਮਾਸਾ, ਸੁੱਕੀ ਖਾਈ ਦੀ ਆ, ਕੋਈ ਤੇਜ਼ਾਬ ਬਣ ਜਾਂਦਾ। ਫਿਰ ਢਿੱਡ ਪੀੜ ਪਈ ਤਾਂ ਮੈਨੂੰ ਨਾ ਕਹੀਂ। ਖਾਓ ਸੂ ਹੋਰ ਦਾਲ ਨਾਲ, ਮੈਂ ਅਦਰਕ ਦਾ ਤੜਕਾ ਲਾ ਕੇ ਬਣਾਈ ਸੂ। ਰਵੀ ਦਾ ਕੋਲ ਬੈਠੇ ਦਾ ਦਿਮਾਗ ਖਰਾਬ ਹੋ ਰਿਹਾ ਸੀ। ਸਮਝ ਕੁਝ ਨਹੀਂ ਆ ਰਹੀ ਸੀ। ਫਿਰ ਬਾਬੇ ਨੇ ਅਖੀਰਲੀ ਰੋਟੀ ਵੀ ਹੌਲੀ ਹੌਲੀ ਚਬਾ ਚਬੂ ਕੇ ਕਿਸੇ ਗੈਬੀ ਦੁਨੀਆ 'ਚ ਬੈਠੀ ਖਤਮ ਕੀਤੀ। ਪਾਣੀ ਪੀਤਾ ਤੇ ਕਹਿਣ ਲੱਗਾ, ਚੱਲ ਮੀਤੋ, ਇੱਕ ਕੱਪ ਚਾਹ ਦਾ ਪਿਲਾਸੂ। ਹੁਣ ਜ਼ਰਾ ਮਿਰਚਾਂ ਲੱਗ ਰਹੀਆਂ, ਵਾਹ ਹੀ ਪਾਈ ਲੱਗਦਾ। ਮੂੰਹ ਵੀ ਮਿੱਠਾ ਕਰਾਉਣਾ ਪਊ ਤੈਨੂੰ। ਬਾਬਾ ਹਲਕਾ ਜਿਹਾ ਮੁਸਕਰਾਇਆ ਤੇ ਕੰਟੀਨ ਵੱਲ ਤੁਰ ਪਿਆ। ਉਹਨੇ ਸੋਚਿਆ, ਮਾਤਾ ਤਾਂ ਪਹਿਲਾਂ ਹੀ ਸਾਈਕੈਟਰੀ ਵਾਰਡ 'ਚੋਂ ਆਈ। ਬਾਬਾ ਵੀ ਜ਼ਰਾ ਕੁ ਹਿੱਲਿਆ ਲੱਗਦਾ। ਰਵੀ ਨੇ ਵੇਖਿਆ ਕਿ ਬਾਬਾ ਚਾਹ ਦਾ ਕੱਪ ਫੜ ਕੇ ਮਾਤਾ ਦੇ ਕੋਲ ਬੈਠਾ ਰਿਹਾ। ਬਾਅਦ 'ਚ ਲੰਮੇ ਬੈਂਚ 'ਤੇ ਹੀ ਲੇਟ ਗਿਆ। ਰਾਤੀ ਬਾਬਾ ਰਵੀ ਦੇ ਕੋਲ ਹੀ ਚਾਦਰ ਵਿਛਾ ਕੇ ਪਿਆ ਸੀ। ਰਾਤ ਨੂੰ 1 ਵਜੇ ਬਾਬਾ ਜੀ ਉੱਠੇ ਤੇ ਸਟਾਫ ਜੀ ਕੋਲ ਜਾ ਕੇ ਕਿਹਾ ਕਿ ਬੋਤਲ ਖਤਮ ਹੋ ਗਈ ਆ, ਦੂਜੀ ਲਗਾ ਦਿਓ। ਸਟਾਫ ਨੇ ਅੱਗੋਂ ਜਵਾਬ ਦਿੱਤਾ ਕਿ ਬਾਬਾ ਜੀ ਹੋਰ ਬੋਤਲ ਸਵੇਰੇ ਲੱਗੇਗੀ। ਬਾਬੇ ਨੇ ਆਪ ਹੀ ਡ੍ਰਿਪ ਬੰਦ ਕਰ ਦਿੱਤੀ ਤੇ ਬਾਹਰ
ਖੜੇ ਦੇ ਆ ਕੇ ਬਹਿ ਗਿਆ। ਰਵੀ ਵੀ ਜਾਗ ਹੀ ਰਿਹਾ ਸੀ। ਉਹ ਵੀ ਉੱਠ ਕੇ ਬਾਬੇ ਕੋਲ ਚਲਾ ਗਿਆ ਤੇ ਕਹਿਣ ਲੱਗਾ, ਕੀ ਬਿਮਾਰੀ ਹੈ ਮਾਤਾ ਜੀ ਨੂੰ? ਤੁਸੀਂ ਇਕੱਲੇ ਹੀ ਤੁਰੇ ਫਿਰਦੇ ਹੋ। ਮੈਂ ਵੇਖਿਆ ਘਰ 'ਚ ਸੁੱਖ ਸ਼ਾਂਤ ਹੈ, ਤੁਹਾਡੇ ਤਾਂ ਘਰੋਂ ਵੀ ਕੋਈ ਮਿਲਣ ਨਹੀਂ ਆਇਆ। ਬਾਬਾ ਕੁਝ ਦੇਰ ਰਵੀ ਵੱਲ ਚੁੱਪਚਾਪ ਵੇਖਦਾ ਰਿਹਾ। ਫਿਰ ਕੀ ਸੀ, ਬਾਬੇ ਦੀਆਂ ਅੱਖਾਂ 'ਚੋਂ ਹੌਲੀ ਹੌਲੀ ਹੰਝੂ ਵਗਣੇ ਸ਼ੁਰੂ ਹੋ ਗਏ। ਬਾਬੇ ਨੇ ਦਾੜੀ ਵੀ ਸਾਰੀ ਹੰਝੂਆਂ ਨਾਲ ਭਿਉਂ ਲਈ। ਰੋ ਰੋ ਕੇ ਰਵੀ ਨੇ ਹੌਸਲਾ ਦਿੱਤਾ, ਚਿੰਤਾ ਨਾ ਕਰੋ ਮਾਤਾ ਜੀ ਠੀਕ ਹੋ ਜਾਣਗੇ, ਤੁਸੀਂ ਰੋਵੋ ਨਾ। ਬਾਬਾ ਜੀ ਥੋੜੀ ਦੇਰ ਬਾਅਦ ਚੁੱਪ ਹੋ ਕੇ ਕਹਿਣ ਲੱਗੇ, ਪੁੱਤ ਕੋਈ ਨਾ, ਮੈਂ ਠੀਕ ਹਾਂ, ਮੈਨੂੰ ਕੁਝ ਨਹੀਂ ਹੁੰਦਾ, ਮੇਰਾ ਤਾਂ ਬਸ ਐਵੇਂ ਮਨ ਜਿਹਾ ਭਰ ਗਿਆ। ਰਵੀ ਨੇ ਫਿਰ ਪੁੱਛਿਆ, ਬਾਬਾ ਜੀ ਤੁਹਾਡੇ ਘਰ ਵਾਲੇ ਬਾਕੀ ਮੈਂਬਰ ਕਿੱਥੇ ਗਏ? ਕੀ ਉਹਨਾਂ ਨੂੰ ਮਾਤਾ ਜੀ ਦੀ ਬਿਮਾਰੀ ਦਾ ਨਹੀਂ ਪਤਾ? ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਘਰ ਦੱਸ ਦੇਵਾਂ, ਤੁਹਾਡੇ ਮੁੰਡੇ ਕੁੜੀਆਂ ਕਿੱਥੇ ਰਹਿੰਦੇ ਨੇ? ਬਾਬਾ ਕੁਝ ਦੇਰ ਸੋਚਦਾ ਰਿਹਾ, ਫਿਰ ਥੜੀ ਤੇ ਬੈਠੇ ਨੇ ਢੋਲ ਲਾ ਲਈ ਪਿੱਛੇ ਕੰਧ ਨਾਲ। ਰਵੀ ਨੂੰ ਕਹਿਣ ਲੱਗਾ, ਪੁੱਤ 2 ਮੁੰਡੇ ਤੇ 1 ਕੁੜੀ ਹੈ ਸੀ। ਛੋਟਾ ਮੁੰਡਾ ਤਾਂ ਜਵਾਨੀ 'ਚ ਹੀ ਐਕਸੀਡੈਂਟ 'ਚ ਪੂਰਾ ਹੋ ਗਿਆ। ਕੁੜੀ ਮੇਰੀ ਬਾਹਰ ਜਰਮਨੀ 'ਚ ਵਿਆਹੀ ਹੋਈ ਆ। ਵੱਡਾ ਮੁੰਡਾ ਪਤਾ ਨਹੀਂ ਕਿੱਥੇ ਗੁਆਚ ਗਿਆ। ਪਹਿਲਾਂ ਬਠਿੰਡੇ ਹੁੰਦਾ ਸੀ, ਹੁਣ ਕਈ ਸਾਲਾਂ ਤੋਂ ਪਤਾ ਨਹੀਂ ਕਿੱਥੇ ਹੈ। ਉਂਝ ਤਾਂ ਬਾਬੇ ਨੂੰ ਸਾਰਾ ਸ਼ਹਿਰ ਜਾਣਦਾ ਸੀ, ਪਰ ਮੀਤੋ ਨੂੰ ਤਾਂ ਜੀਤੇ ਦੀ ਤਾਂਘ ਸੀ, ਇਸ ਲਈ ਬਾਬੇ ਨੇ ਹੋਰ ਕਿਸੇ ਨੂੰ ਵੀ ਨਹੀਂ ਸੀ ਦੱਸਿਆ, ਭਾਵੇਂ ਬਾਬਾ ਸ਼ਹਿਰ ਦਾ ਮੋਢੀ ਬੰਦਾ ਸੀ। ਰਵੀ ਨੇ ਕਿਹਾ, ਪਤਾ ਨਹੀਂ ਦਾ ਮਤਲਬ ਜਿੰਦਾ ਤਾਂ ਹੈ ਕਿ ਨਹੀਂ? ਬਾਬੇ ਨੇ ਕਾਫੀ ਵੱਡਾ ਜਿਹਾ ਹੌਕਾ ਲਿਆ ਤੇ ਕਿਹਾ, ਪੁੱਤ ਜਿੰਦਾ ਵਾ, ਉਹਦਾ ਆਪਣਾ ਘਰ ਵਾ, ਬੀਵੀ ਬੱਚੇ ਵੀ ਆ। ਸ਼ੁਰੂ 'ਚ ਤਾਂ ਮਿਲਣ ਆ ਜਾਂਦਾ ਸੀ, ਪਰ ਕਈ ਵਰਿਆਂ ਤੋਂ ਉਹ ਵੀ ਨਹੀਂ ਆਇਆ। ਪੋਤਾ ਮੇਰਾ ਵਿਦੇਸ਼ 'ਚ ਪੜ੍ਹਦਾ ਹੈ। ਪੋਤੀ ਦੇ ਵਿਆਹ ਹੋਏ ਨੂੰ 6 ਸਾਲ 8 ਮਹੀਨੇ ਤੇ 17ਵਾਂ ਦਿਨ ਜਾਂਦਾ ਹੈ। ਰਵੀ ਨੇ ਵਿਚਾਲਿਓਂ ਹੀ ਗੱਲ ਕੱਟਦੇ ਹੋਏ ਕਿਹਾ, ਕੀ ਬਾਬਾ ਜੀ ਤੁਸੀਂ ਉਹਨਾਂ ਨੂੰ ਖਬਰ ਨਹੀਂ ਘੱਲੀ ਕਿ ਮਾਤਾ ਜੀ ਬਿਮਾਰ ਹਨ? ਖਬਰ ਤਾਂ ਬਾਬਾ ਜੀ ਤੁਸੀਂ ਘੱਲੀ ਹੋਣੀ ਹੈ, ਪਰ ਉੱਪੜੀ ਨਹੀਂ ਹੋਣੀ ਉਹਨਾਂ ਤੱਕ। ਜੇ ਤੁਸੀਂ ਫੇਰ ਤੋਂ ਸੁਨੇਹਾ ਭੇਜੋਗੇ ਤਾਂ ਉਹ ਜ਼ਰੂਰ ਆ ਜਾਣਗੇ। ਮੈਂ ਹਿਸਾਬ ਲਾਇਆ, ਤੁਹਾਡੀ ਸਿਹਤ ਦੇ ਹਿਸਾਬ ਨਾਲ ਤੁਹਾਡੇ ਤੋਂ ਮਾਤਾ ਜੀ ਦੀ ਦੇਖਭਾਲ ਨਹੀਂ ਕਰ ਹੋਣੀ। ਤੁਸੀਂ ਤਾਂ ਆਪ ਖੁਦ ਬਿਮਾਰ ਹੋਏ ਪਏ ਲੱਗਦੇ ਹੋ। ਤੁਸੀਂ ਮੈਨੂੰ ਫ਼ੋਨ ਨੰਬਰ ਦੱਸੋ, ਮੈਂ ਸਵੇਰੇ ਹੀ ਫ਼ੋਨ ਕਰਦਾ, ਉਹ ਜ਼ਰੂਰ ਆ ਜਾਣਗੇ। ਬਾਬੇ ਨੇ ਲਟਕਦੇ ਜੇ ਮੂੰਹ ਨਾਲ ਕਿਹਾ, ਪਤਾ ਤਾਂ ਉਹਨਾਂ ਨੂੰ 10-12 ਸਾਲਾਂ ਤੋਂ ਹੀ ਹੈ ਕਿ ਮਾਤਾ ਬਿਮਾਰ ਹੈ, ਮੰਜੇ ਤੇ ਪਈ ਉਹਨਾਂ ਨੂੰ ਉਡੀਕਦੀ ਪਈ ਆ, ਪਰ ਉਹ ਮਿਲਣਾ ਹੀ ਨਹੀਂ ਚਾਹੁੰਦੇ। ਤਾਂ ਅਸੀਂ ਕੀ ਕਰ ਸਕਦੇ ਹਾਂ? ਮੀਤੂ ਨੇ ਤਾਂ ਜਿੱਦ ਫੜੀ ਹੋਈ ਆ ਕਿ ਇਹਦਾ ਪੁੱਤ ਆ ਕੇ ਮਿਲ ਜਾਏ, ਬਸ ਇਹਦਾ ਜੀਤਾ ਆ ਕੇ ਮਿਲ ਜਾਏ ਇੱਕ ਵਾਰੀ। ਮੈਂ ਕਈ ਵਾਰ ਉਹਨਾਂ ਦੇ ਘਰ ਗਿਆ, ਪਰ ਉਹ ਜਿਹੜੀ ਜੀਤੇ ਦੀ ਘਰ ਵਾਲੀ ਹੈ, ਉਹ ਨਹੀਂ ਚਾਹੁੰਦੀ ਕਿ ਗੁਰਜੀਤ ਸਾਡੇ ਕੋਲ ਆ ਕੇ ਮਿਲੇ। ਬਾਬੇ ਨੇ ਹੋਰ ਮਾਯੂਸ ਜਿਹਾ ਮੂੰਹ ਕਰਕੇ ਕਿਹਾ, ਪੁੱਤ ਇੱਕ ਵਾਰੀ ਮੇਰੀ ਪੋਤੀ ਰਤਨਜੀਤ ਤੇ ਮੇਰੀ ਨੂੰਹ ਮਨਜੀਤ ਆਈਆਂ ਮਿਲਣ, ਬੜੇ ਹੀ ਪਿਆਰ ਨਾਲ ਮਿਲੀਆਂ ਵੀ ਸਨ। ਨੂੰਹ ਮਨਰੀਤ ਕਹਿੰਦੀ, ਵਧਾਈਆਂ ਪਾਪਾ ਜੀ, ਰਤਨ ਦਾ ਵਿਆਹ ਪੱਕਾ ਹੋ ਗਿਆ। ਤੁਹਾਡੇ ਜੀਤੇ ਨੇ ਸੁਨੇਹਾ ਘੱਲਿਆ ਕਿ ਮਾਤਾ ਜੀ ਨੂੰ ਕਹੋ ਕਿ ਤਿਆਰੀਆਂ ਕਰੋ ਵਿਆਹ ਦੀਆਂ, ਮੈਂ ਆਪ ਜਾਊਂਗਾ ਬੇਬੇ ਤੇ ਬਾਪੂ ਜੀ ਨੂੰ ਲੈਣ। ਉਦੋਂ ਮੀਤੋ ਨੇ ਕਿਹਾ ਕਿ ਉਹ ਕਿਉਂ ਨਹੀਂ ਆਇਆ? ਫਿਰ ਮੈਂ ਤਾਂ ਉਡੀਕਦੀ ਸੀ ਜੀਤੇ ਨੂੰ। ਅੱਗੋਂ ਨੂੰ ਮਨਰੀਤ ਕਹਿੰਦੀ, ਮਾਤਾ ਜੀ ਉਹਨਾਂ ਨੂੰ ਤੁਰਨ ਲੱਗੇ ਦਫ਼ਤਰ ਤੋਂ ਜ਼ਰੂਰੀ ਕੰਮ ਲਈ 10-12 ਦਿਨਾਂ ਲਈ ਦੂਜੇ ਸ਼ਹਿਰ ਜਾਣਾ ਪੈ ਗਿਆ। ਤੁਹਾਡੇ ਗੁਰਜੀਤੇ ਨੇ ਉਚੇਚੇ ਤੌਰ ਤੇ ਕਿਹਾ ਕਿ ਮਾਤਾ ਜੀ ਨੂੰ ਪੈਰੀ ਪਾਣਾ ਕਹੀਂ ਮੇਰਾ। ਫਿਰ ਕਹਿੰਦੀ, ਮਾਤਾ ਜੀ ਮੁੰਡੇ ਵਾਲੇ ਦਿੱਲੀ ਦੇ ਨੇ, ਸਾਨੂੰ ਵਿਆਹ ਵੀ ਦਿੱਲੀ ਜਾ ਕੇ ਕਰਨਾ ਪੈਣਾ। ਗੁਰਜੀਤ ਜੀ ਨੇ ਸੁਨੇਹਾ ਘੱਲਿਆ ਕਿ ਮਾਤਾ ਜੀ ਨੂੰ ਕਿਹੋ ਕਿ ਸੂਟ ਸਾਟ ਤਿਆਰ ਕਰਾ ਲੈਣ ਵਿਆਹ ਲਈ। ਹੋਰ ਉਹ ਕਹਿੰਦੇ ਸੀ ਵੱਡਾ ਪੈਲੇਸ ਬੁੱਕ ਕਰਨਾ ਪੈਣਾ, ਪੈਸਾ ਧੇਲਾ ਤਾਂ ਭਾਵੇਂ ਚੰਗਾ ਚੋਖਾ ਲੱਗ ਜਾਊ। ਬਾਬੇ ਨੇ ਫੇਰ ਕਿਹਾ, ਮੀਤੂ ਉੱਤੋਂ ਭਾਵੇਂ ਬਿਮਾਰ ਪਈ ਸੀ ਮੰਜੇ ਤੇ, ਪਰ ਇੰਨੀ ਗੱਲ ਸੁਣ ਕੇ ਜੀਤੇ ਨੇ ਸੁਨੇਹਾ ਘੱਲਿਆ ਕਿ ਵਿਆਹ ਲਈ ਆਪਾਂ ਕਹਿਣ ਆਉਣਾ ਚਾਹੁੰਦੇ ਹਾਂ। ਉੱਠ ਕੇ ਮੰਜੇ ਤੇ ਬੈਠ ਗਈ, ਬਿਮਾਰੀ ਸਭ ਭੁੱਲ ਗਈ ਜੀਤੇ ਦਾ ਨਾਮ ਸੁਣ ਕੇ। ਫਿਰ ਨੂੰਹ ਰਾਣੀ ਕਹਿੰਦੀ ਕਿ ਮਾਤਾ ਜੀ ਪੈਸੇ ਧੇਲੇ ਦੀ ਤਾਂ ਲੋੜ ਪਊਗੀ। ਬਾਬੇ ਨੇ ਕਿਹਾ, ਮੈਂ ਉਦੋਂ ਹੀ ਸਮਝ ਗਿਆ ਸੀ ਕਿ ਦੋਵੇਂ ਮਾਵਾਂ ਧੀਆਂ ਸਿਰਫ ਪੈਸੇ ਹੀ ਲੈਣ ਆਈਆਂ, ਹੋਰ ਕੁਝ ਨਹੀਂ, ਸਭ ਡਰਾਮਾ ਹੀ ਆ। ਬਾਕੀ ਮੇਰੇ ਲਈ ਤਾਂ ਮੀਤੂ ਮੰਜੇ ਤੋਂ ਉੱਠ ਕੇ ਬੈਠ ਗਈ, ਇੰਨਾ ਹੀ ਬਹੁਤ ਸੀ। ਮੀਤੂ ਕਹਿੰਦੀ, ਪੁੱਤ ਤੂੰ ਫਿਕਰ ਨਾ ਕਰ, ਪੈਸੇ ਦੀ ਜੋ ਵੀ ਆ ਤੇਰੇ ਤੋਂ ਜੀਤੇ ਦਾ ਹੀ ਆ, 10 ਲੱਖ ਨਾਲ ਸਰ ਜਾਊ ਕਿ ਹੋਰ ਕਹਾਂ ਤੇਰੇ ਬਾਪੂ ਜੀ ਨੂੰ। ਨੂੰਹ ਬੜੀ ਚਲਾਕ ਸੀ, ਬੇਬੇ ਜੀ ਮੁੰਡੇ ਵਾਲਿਆਂ ਨੇ ਕਾਰ ਦੀ ਮੰਗ ਕੀਤੀ ਹੈ, ਇਸ ਲਈ 20 ਕੁ ਹੋ ਜਾਏ ਤਾਂ ਸਰ। ਇਹ ਸ਼ਬਦ ਹਾਲੇ ਮਨਰੀਤ ਦੇ ਮੂੰਹ ਵਿੱਚ ਹੀ ਸਨ ਤੇ ਮੀਤੂ ਨੇ ਕਿਹਾ, ਪੁੱਤ 30 ਲੱਖ ਨਾਲ ਸਰ ਜਾਊ, ਜੀਤੇ ਮੇਰੇ ਦਾ ਕੰਮ। ਉਹਨਾਂ ਮਾਵਾਂ ਧੀਆਂ ਨੂੰ ਅੱਗੋਂ ਜਵਾਬ ਹੀ ਨਹੀਂ ਆਇਆ। ਮੀਤੂ ਨੇ ਉਹਨਾਂ ਦਾ ਸਿਰ ਪਲੋਸਿਆ ਤੇ ਮੈਨੂੰ ਕਹਿੰਦੀ ਕਿ ਐਵੇਂ ਬੁੜਬੁੜ ਨਾ ਕਰੀ ਜਾ ਤੇ ਕੱਲ ਹੀ ਪੈਸੇ ਕਢਵਾ ਕੇ ਇਹਨਾਂ ਦੇ ਹੱਥ 'ਚ ਧਰ। ਮੈਂ ਕੀ ਕਹਿਣਾ ਸੀ, ਜੀਤੇ ਦੇ ਪੁੱਤਰ ਮੋਹ ਅੱਗੇ ਤਾਂ ਕੁਝ ਵੀ ਨਹੀਂ ਸੀ ਚੱਲ ਸਕਦਾ। ਜਿੱਥੇ ਕੋਈ ਜੀਤੇ ਦਾ ਨਾਮ ਲੈ ਦੇਵੇ, ਮਾਂ ਦੀ ਮਮਤਾ ਡੁੱਲ ਪੈਂਦੀ ਸੀ। ਮੀਤੂ ਕਹਿੰਦੀ, ਨੂੰਹ ਰਾਣੀਏ, ਮੈਂ ਸਵੇਰੇ ਹੀ ਤੇਰੇ ਬਾਪੂ ਜੀ ਨੂੰ ਬੈਂਕ 'ਚੋਂ ਪੈਸੇ ਕਢਵਾਉਣ ਨੂੰ ਕਹਿੰਦੀ ਹਾਂ, ਤੂੰ ਫਿਕਰ ਨਾ ਕਰ।
ਬਸ ਜੀਤੇ ਨੂੰ ਵੇਖਣ ਨੂੰ ਜੀ ਕਰਦਾ, ਉਹਨੂੰ ਵੇਖ ਲਵਾਂ, ਫਿਰ ਭਾਵੇਂ ਰੱਬ ਚੁੱਕ ਲਏ। ਅੱਗੋਂ ਨੂੰ ਕਹਿੰਦੀ ਕਿ ਜੀਤਾ ਤਾਂ ਤੁਹਾਡਾ ਹੀ ਪੁੱਤ ਹੈ ਬੇਬੇ ਜੀ। ਜਦੋਂ ਹੀ ਉਹ ਦਫ਼ਤਰ ਦੇ ਕੰਮ ਤੋਂ ਵਿਹਲੇ ਹੁੰਦੇ ਆ, ਤੁਸੀਂ ਪੈਸਿਆਂ ਦਾ ਸੁਨੇਹਾ ਘੱਲ ਦਿਓ, ਗੁਰਜੀਤ ਜੀ ਆ ਜਾਣਗੇ, ਨਾਲੇ 2-4 ਦਿਨ ਤੁਹਾਡੇ ਕੋਲ ਰਹਿ ਵੀ ਜਾਣਗੇ, ਰੱਜ ਕੇ ਮਿਲ ਲਿਓ ਆਪਣੇ ਜੀਤੇ ਨੂੰ। ਰਵੀ ਨੇ ਬੜੇ ਉਤਸ਼ਾਹ ਨਾਲ ਪੁੱਛਿਆ, ਬਾਬਾ ਜੀ ਆਇਆ ਫਿਰ ਤੁਹਾਡਾ ਜੀਤਾ? ਆਇਆ ਤਾਂ ਹੋਣਾ ਹੀ ਆ, 30 ਲੱਖ ਜੋ ਲੈਣੇ ਸਨ। ਪੈਸਾ ਬੜੀ ਚੀਜ਼ ਆ ਬਾਬਾ ਜੀ। ਪਰ ਬਾਬੇ ਨੇ ਮਿੰਨਾ ਜਿਹਾ ਹੱਸ ਕੇ ਕਿਹਾ, ਕਾਹਦਾ ਆਇਆ? ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨੇ ਨਹੀਂ ਆਉਣਾ। ਉਹ ਤਾਂ ਨੂੰਹ ਪੋਤੀ ਮੀਤੋ ਨੂੰ ਫੁੱਲੀਆਂ ਪਾ ਗਈਆਂ ਸਨ, ਪਰ ਮੇਰੇ ਲਈ ਤਾਂ ਇੰਨਾ ਹੀ ਬਹੁਤ ਸੀ ਕਿ ਮੀਤੋ ਜੀਤੇ ਨੂੰ ਮਿਲਣ ਦੀ ਖੁਸ਼ੀ 'ਚ ਮੰਜੇ ਤੋਂ ਉੱਠ ਕੇ ਤੁਰਨ ਫਿਰਨ ਲੱਗ ਪਈ ਸੀ। ਪਰ ਹਰ ਰੋਜ਼ ਉੱਠ ਕੇ ਕਦੀ ਉਹ ਗਲੀ 'ਚ ਜਾ ਖੜਦੀ, ਕਦੀ ਸ਼ਾਮਾਂ ਤੱਕ ਦਰਵਾਜ਼ੇ 'ਤੇ ਬੈਠੀ ਜੀਤੇ ਨੂੰ ਉਡੀਕਦੀ ਰਹਿੰਦੀ। ਪਰ ਮੈਨੂੰ ਪਤਾ ਸੀ ਕਿ ਕਹਾਣੀ ਅੰਦਰੋਂ 10 ਕੁ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਆਇਆ ਕਿ ਜੀਤਾ ਵਿਦੇਸ਼ ਗਿਆ ਹੋਇਆ, ਕਿਸੇ ਜ਼ਰੂਰੀ ਕੰਮ, ਤੁਸੀਂ ਪੈਸੇ ਜੀਤੇ ਦੇ ਅਕਾਊਂਟ 'ਚ ਪਾ ਦਿਓ, ਬਾਹਰੋਂ ਜਦੋਂ ਵਾਪਸ ਆਊਗਾ ਤੁਹਾਨੂੰ ਆ ਕੇ ਮਿਲ ਜਾਊਗਾ। ਰਵੀ ਨੇ ਬੜੇ ਹੀ ਭਾਰੇ ਜਿਹੇ ਮਨ ਨਾਲ ਕਿਹਾ, ਬਾਬਾ ਜੀ ਕੀ ਜੀਤਾ ਆਇਆ ਕਿ ਨਹੀਂ? ਨਹੀਂ ਪੁੱਤ, ਕਿੱਥੇ ਆਇਆ? ਮੈਂ ਤਾਂ ਮੀਤੋ ਦੀ ਜ਼ਿੱਦ ਕਰਕੇ ਪੈਸੇ ਉਹਨਾਂ ਦੇ ਅਕਾਊਂਟ 'ਚ ਪਾ ਦਿੱਤੇ। ਪੈਸੇ ਤਾਂ ਮੈਂ ਅਗਲੇ ਦਿਨ ਹੀ ਕਢਵਾ ਲਏ ਸਨ, ਘਰ ਰੱਖ ਕੇ ਸਾਂਭਣੇ ਵੀ ਔਖੇ ਸਨ। ਰਵੀ ਕਹਿੰਦਾ, ਬਾਬਾ ਜੀ ਤੁਸੀਂ ਪੈਸੇ ਨਹੀਂ ਸੀ ਭੇਜਣੇ, ਵਾਪਸ ਆਪਣੇ ਬੈਂਕ ਵਿੱਚ ਹੀ ਜਮ੍ਹਾਂ ਕਰਾ ਲੈਂਦੇ। ਬਾਬੇ ਨੇ ਕਿਹਾ, ਨਹੀਂ ਪੁੱਤ, 15 ਕੁ ਦਿਨਾਂ 'ਚ ਮੀਤੋ ਕਾਫੀ ਠੀਕ ਹੋ ਗਈ ਸੀ, ਰੋਟੀ ਪਾਣੀ ਵਧੀਆ ਖਾਣ ਪੀਣ ਲੱਗ ਗਈ ਸੀ। ਮੈਂ ਸੋਚਿਆ ਸ਼ਾਇਦ ਪੈਸੇ ਮਿਲਣ ਤੋਂ ਬਾਅਦ ਸ਼ਰਮ ਕਰਕੇ ਹੀ ਸਾਡੇ ਕੋਲ ਆ ਜਾਣ। ਮੇਰੇ ਲਈ ਪੈਸਿਆਂ ਦਾ ਕੋਈ ਮੁੱਲ ਨਹੀਂ ਸੀ ਮੀਤੋ ਦੀ ਜਾਨ ਅੱਗੇ। ਪਰ ਉਹਨਾਂ ਦੇ ਘਰ 'ਚ ਨਿਜ਼ਾਮ ਹੀ ਕੋਈ ਹੋਰ ਚੱਲਦਾ ਸੀ ਪੁੱਤ। ਜੀਤਾ ਕਿੱਥੋਂ ਆ ਜਾਂਦਾ ਬਿਨਾਂ ਇਜਾਜ਼ਤ ਤੋਂ? ਉਹਦੀ ਘਰ ਵਾਲੀ ਅੱਗੇ ਤਾਂ ਆਵਾਜ਼ ਵੀ ਨਹੀਂ ਨਿਕਲਦੀ ਸੀ। ਨਾ ਜੀਤਾ ਆਇਆ ਤੇ ਨਾ ਕੋਈ ਵਿਆਹ ਦਾ ਸੁਨੇਹਾ ਆਇਆ। ਉਹ ਤਾਂ ਜਰਮਨੀ ਵਾਲੀ ਧੀ ਦਾ ਫੋਨ ਆਇਆ ਸੀ ਕੁਝ ਮਹੀਨੇ ਬਾਅਦ। ਉਸੇ ਨੇ ਦੱਸਿਆ ਕਿ ਵਿਆਹ ਕੋਈ ਨਹੀਂ ਸੀ ਰੱਖਿਆ, ਉਹ ਪੈਸੇ ਤਾਂ ਏਜੰਟ ਨੂੰ ਦੇਣੇ ਸਨ ਤੇ ਪੋਤੇ ਨੂੰ ਬਾਹਰ ਵਿਦੇਸ਼ ਭੇਜਣ ਲਈ। ਪਰ ਮੈਂ ਮੀਤੋ ਨੂੰ ਵੈਸੇ ਹੀ ਕਹਿ ਦਿੱਤਾ ਕਿ ਵਿਆਹ ਤਾਂ ਰੱਖਿਆ ਸੀ, ਪਰ ਪੋਤੇ ਰਾਜਵੀਰ ਨੂੰ ਬਾਹਰ ਭੇਜਣ ਕਰਕੇ ਵਿਆਹ ਹਾਲੇ ਟਾਲ ਦਿੱਤਾ ਸੀ। ਕਹਾਣੀ ਤਾਂ ਮੈਂ ਸਾਰੀ ਸਮਝ ਗਿਆ ਸੀ, ਪਰ ਮੀਤੋ ਲੰਮੀ ਬਿਮਾਰੀ ਤੋਂ ਬਾਹਰ ਨਿਕਲ ਗਈ ਸੀ, ਉੱਠ ਕੇ ਤੁਰੀ ਫਿਰਦੀ ਸੀ। ਮੈਨੂੰ ਹੋਰ ਕੀ ਚਾਹੀਦਾ ਸੀ? ਮੀਤੋ ਦੀ ਤਾਂ ਜੀਤੇ ਨਾਲ ਉਹਦੀ ਭਾਵੇਂ ਜਾਨ ਮੰਗ ਲੈਂਦਾ ਕੋਈ, ਉਹ ਵੀ ਨਾ ਕਰਦੀ, ਹੱਸ ਕੇ ਦੇ ਦਿੰਦੀ। ਮੈਂ ਤਾਂ ਬਸ ਇਹੀ ਸੋਚਿਆ ਕਿ ਜੀਤਾ ਸ਼ਾਇਦ ਮਿਲ ਜਾਏ ਪੈਸੇ ਮਿਲਣ ਤੋਂ ਬਾਅਦ। ਰਵੀ ਨੇ ਕਿਹਾ, ਤੁਸੀਂ ਆਪ ਚਲੇ ਜਾਂਦੇ ਬਠਿੰਡੇ ਇੱਕ ਵਾਰੀ। ਬਾਬਾ ਜੀ ਕਹਿਣ ਲੱਗੇ, ਪੁੱਤ ਗਿਆ ਸੀ ਇੱਕ ਵਾਰੀ, ਪੱਗ ਤੇ ਦਾਗ ਲਵਾ ਕੇ ਪੁੱਠੇ ਪੈਰੀਂ ਮੁੜ ਆਇਆ। ਨੂੰਹ ਨੇ ਜੀਤੇ ਨੂੰ ਮਿਲਣ ਤੱਕ ਨਾ ਦਿੱਤਾ, ਮੈਨੂੰ ਗੇਟ ਤੋਂ ਹੀ ਮੋੜ ਦਿੱਤਾ, ਕਹਿੰਦੀ ਘਰ ਹੈ ਨਹੀਂ ਕੋਈ, ਮੈਂ ਬਾਜ਼ਾਰ ਚੱਲੀ ਹਾਂ, ਫਿਰ ਕਿਸੇ ਦਿਨ ਆ ਜਾਇਓ। ਮੈਂ ਉੱਥੋਂ ਮੁੜ ਪਿਆ ਤੇ ਪਰ ਮੈਨੂੰ ਪੱਕਾ ਪਤਾ ਸੀ ਕਿ ਜੀਤਾ ਘਰ ਹੀ ਜਾਇਓ। ਮੈਨੂੰ ਪੂਰਾ ਪਤਾ ਸੀ ਕਿ ਜੀਤਾ ਘਰ ਹੀ ਹੈਗਾ ਸੀ। ਨੂੰਹ ਨੇ ਦਰਵਾਜ਼ੇ ਤੋਂ ਅੰਦਰ ਵੀ ਨਹੀਂ ਸੀ ਜਾਣ ਦਿੱਤਾ। ਜਦੋਂ ਮੈਂ ਉਹਨਾਂ ਦੇ ਘਰੋਂ ਵਾਪਸ ਮੁੜਿਆ ਸੀ ਤਾਂ ਮੈਨੂੰ ਇੰਜ ਲੱਗਾ ਕਿ ਕੋਈ ਕੋਠੇ ਤੋਂ ਚੋਰੀ ਮੈਨੂੰ ਵੇਖ ਰਿਹਾ ਸੀ। ਮੈਨੂੰ ਪੱਕਾ ਯਕੀਨ ਸੀ ਕਿ ਉਹ ਜੀਤਾ ਹੀ ਸੀ। ਰਵੀ ਨੇ ਵਿਚਾਲੇ ਟੋਕਦੇ ਕਿਹਾ, ਬਾਬਾ ਜੀ ਤੁਸੀਂ ਉਹਨੂੰ ਉੱਪਰੋਂ ਆਵਾਜ਼ ਦੇ ਦੇਣੀ ਸੀ, ਉਹਨੂੰ ਵੀ ਪਤਾ ਚੱਲ ਜਾਂਦਾ ਕਿ ਤੁਸੀਂ ਵੇਖ ਲਿਆ ਸੀ। ਬਾਬੇ ਨੇ ਕੰਬਦੇ ਹੋਏ ਬੁੱਲਾਂ ਨਾਲ ਔਖੇ ਜਿਹੇ ਹੋ ਕੇ ਸ਼ਬਦ ਇਕੱਠੇ ਕੀਤੇ ਤੇ ਕਿਹਾ, ਨਹੀਂ ਪੁੱਤ, ਮੈਨੂੰ ਪਤਾ ਹੈ। ਉਹ ਤੋਂ ਜਰਨੀ ਹੋਣਾ ਸੀ ਕਿ ਮੈਂ ਉਹਨੂੰ ਵੇਖੇ ਬਿਨਾਂ ਮੁੜ ਗਿਆ। ਉਹ ਬਹੁਤ ਡਰਾਕਲ ਜਿਹੇ ਦਿਲ ਦਾ ਬੰਦਾ ਸੀ। ਉਸ 'ਚ ਇੰਨੀ ਹਿੰਮਤ ਨਹੀਂ ਕਿ ਮੇਰਾ ਸਾਹਮਣਾ ਕਰ ਸਕਦਾ। ਮੈਂ ਉਹਦਾ ਪਿਓ ਹਾਂ, ਮੈਨੂੰ ਪਤਾ ਸੀ ਕਿ ਮੈਂ ਤਾਂ ਦੁਖੀ ਸੀ। ਉਹਨੂੰ ਕਿਉਂ ਦੁਖੀ ਕਰਦਾ? ਮੈਨੂੰ ਪਤਾ ਉਹਨੇ ਕਈ ਵਾਰ ਡੁਸਕੀਆਂ ਭਰਦੇ ਰਹਿਣਾ। ਮੈਂ ਮੁੜ ਆਇਆ, ਘਰ ਆ ਕੇ ਮੀਤੋ ਨੂੰ ਕਹਿ ਦਿੱਤਾ ਕਿ ਘਰ ਕੋਈ ਨਹੀਂ ਸੀ। ਉਹ ਰਾਤ ਮੈਂ ਬਸ ਅੱਡੇ ਦੀ ਲੰਘਾਈ ਸੀ ਤਾਂ ਜੋ ਮੀਤੋ ਨੂੰ ਲੱਗੇ ਕਿ ਮੈਂ ਘਰ ਰਾਤ ਠਹਿਰ ਕੇ ਆਇਆ। ਮੈਂ ਕਿਹਾ ਘਰ 'ਚ ਨੌਕਰ ਹੀ ਸੀ, ਉਹਨੇ ਵਾਹਵਾ ਸੇਵਾ ਕੀਤੀ। ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਪੋਤੀ ਦਾ ਵੀ ਵਿਆਹ ਹੋ ਗਿਆ। ਰਵੀ ਨੇ ਕਿਹਾ, ਕਿਹੋ ਜਿਹੇ ਬੱਚੇ ਹੁੰਦੇ ਹਨ ਜਿਹੜੇ ਮਾਂ-ਬਾਪ ਨੂੰ ਬਜ਼ੁਰਗ ਹੋਇਆਂ ਨੂੰ ਪੁੱਛਦੇ ਨਹੀਂ? ਨਾਲੇ ਤੁਸੀਂ ਕਿਹੜਾ ਬੋਝ ਬਣਨਾ ਸੀ? ਜਿਹੜਾ ਬੰਦਾ 30 ਲੱਖ ਰੁਪਈਆ ਦੇ ਸਕਦਾ, ਉਹ ਕਿੱਦਾਂ ਬੋਝ ਬਣ ਸਕਦਾ? ਇੱਕ ਮਾਂ ਦੇ ਢਿੱਡੋਂ ਬੱਚੇ ਜੰਮੇ, ਆਪਣੀ ਮਾਂ ਨਾਲ ਇਹੋ ਜਿਹਾ ਸਲੂਕ ਕਰਨ, ਇਹੋ ਜਿਹੇ ਬੱਚੇ ਤਾਂ ਜੰਮਣੇ ਹੀ ਨਹੀਂ ਚਾਹੀਦੇ, ਮਾਂ-ਬਾਪ ਦੀ ਸੇਵਾ ਨਾ ਕਰ ਸਕਣ। ਲੱਖ ਲਾਹਨਤ ਹੈ ਇਹੋ ਜਿਹੀ ਔਲਾਦ 'ਤੇ। ਜਿਸ ਮਾਂ ਨੇ 9 ਮਹੀਨੇ ਪੇਟ 'ਚ ਰੱਖਿਆ ਹੋਏ, ਦੁੱਖ ਇੰਨੇ ਸਹੀ ਹੋਣ, ਸੱਚੀ ਅੱਗੋਂ ਔਲਾਦ ਇਸ ਤਰ੍ਹਾਂ ਕਰੇ, ਦੁਰ ਫਿੱਟੇ ਮੂੰਹ। ਬਾਬਾ ਜੀ ਨੇ ਫਿਰ ਕਿਹਾ, ਪੁੱਤ ਮੈਂ ਤਾਂ ਇਹੀ ਰੱਬ ਤੋਂ ਮੰਗਦਾ, ਇੱਕ ਵਾਰੀ ਜੀਤਾ ਆਪਣੀ ਮਾਂ ਨੂੰ ਆ ਕੇ ਮਿਲ ਜਾਏ। ਮੀਤੋ ਰੱਬ ਦੇ ਘਰ ਸੁਖੀ ਸੰਦੀ ਚਲੀ ਜਾਏ, ਬਾਅਦ 'ਚ ਭਾਵੇਂ ਮੇਰੀ ਸਾਰੀ ਜ਼ਮੀਨ ਆਪਣੇ ਕੋਲ ਰੱਖੇ, ਆਪਣੇ ਘਰ ਸੁਖੀ ਰਹੇ, ਮੇਰਾ ਕੋਈ ਨਹੀਂ, ਜੀ ਲਊਂ ਕਿਸੇ ਨਾ ਕਿਸੇ ਤਰ੍ਹਾਂ। ਪਰ ਮੀਤੇ ਨੇ ਵੀ ਜ਼ਿੱਦ ਫੜੀ ਹੈ ਕਿ ਉਨੀ ਦੇਰ ਰੱਬ ਦਾ ਮੂੰਹ ਨਹੀਂ ਵੇਖਣਾ ਜਿੰਨੀ ਦੇਰ ਆਪਣੇ ਪੁੱਤ ਜੀਤੇ ਦਾ ਮੁਖੜਾ ਨਹੀਂ ਵੇਖ ਲੈਂਦੀ।
ਇਹਦਾ ਤਾਂ ਮੈਨੂੰ ਪਤਾ ਹੈ ਕਿ ਜੀਤਾ ਇੱਕ ਵਾਰੀ ਇਹਦਾ ਹੱਥ ਫੜ ਕੇ ਕਹਿ ਦੇਵੇ ਕਿ ਮੈਂ ਆ ਗਿਆ, ਤੇਰਾ ਜੀਤਾ, ਇਹਦੀ ਜਾਨ ਆਰਾਮ ਨਾਲ ਨਿਕਲ ਜਾਣੀ ਹੈ। ਇਹਦੇ ਵੀ ਕੰਨ ਤਰਸ ਗਏ ਆ ਉਹਦੀ ਆਵਾਜ਼ ਸੁਣਨ ਨੂੰ। ਇੱਕ ਵਾਰੀ ਮਿਲ ਜਾਏ, ਮੈਂ ਹੋਰ ਕੁਝ ਨਹੀਂ ਮੰਗਦਾ। ਹੁਣ ਤਾਂ 2 ਮਹੀਨੇ ਹੋ ਗਏ ਜਿੱਦ ਕਰੀ ਬੈਠੀ ਆ, ਕਹਿੰਦੀ ਜਿੰਨੀ ਦੇਰ ਜੀਤਾ ਨਹੀਂ ਆਉਂਦਾ ਮੈਂ ਕੁਝ ਖਾਣਾ ਨਹੀਂ, ਬਸ ਆਹ ਬੋਤਲਾਂ ਦੇ ਸਹਾਰੇ ਜਿਉਂਦੀ ਹੈ। ਕਈ ਵਾਰੀ ਡਾਕਟਰਾਂ ਨੇ ਕਿਹਾ ਕਿ ਮਾਤਾ ਜੀ ਕੁਝ ਖਾ ਲਓ, ਆ ਜਾਏਗਾ ਤੁਹਾਡਾ ਪੁੱਤ, ਪਰ ਇਹ ਨਹੀਂ ਮੰਨਦੀ। ਬਾਬਾ ਹੱਸਦਾ ਹੱਸਦਾ ਕਹਿੰਦਾ, ਕਈ ਵਾਰੀ ਤਾਂ ਰੱਬ ਦੇ ਵੀ ਪੇਸ਼ ਪੈ ਜਾਂਦੀ ਹੈ। ਤੂੰ ਕਿਵੇਂ ਕੱਢ ਲਏਗਾ ਸਾਹ ਮੇਰੇ, ਜਿੰਨੀ ਦੇਰ ਮੇਰਾ ਪੁੱਤ ਨਹੀਂ ਆ ਜਾਂਦਾ। ਮੈਂ ਨਹੀਂ ਜਾਣਾ ਤੇਰੇ ਨਾਲ। ਹੁਣ ਤਾਂ ਬੋਲ ਵੀ ਨਹੀਂ ਹੁੰਦਾ। ਮੈਂ ਵੀ ਬੇਵੱਸ ਹੋਇਆ ਪਿਆ। ਡਾਕਟਰ ਸਾਹਿਬ ਨੇ ਸਕੀਮ ਲਾਈ ਸੀ, ਇਹਦੇ ਨਾਲ ਇੱਕ ਵਾਰੀ ਕਿਸੇ ਬੰਦੇ ਨੂੰ ਜੀਤਾ ਬਣਾ ਕੇ ਲਿਆਂਦਾ ਸੀ। ਉਹਨਾਂ ਸੋਚਿਆ ਮਾਤਾ ਨੂੰ ਕਿਹੜਾ ਦਿਖਾਈ ਦਿੰਦਾ ਹੈ, ਇਸ ਤੋਂ ਪਛਾਣ ਤਾਂ ਹੋਣੀ ਨਹੀਂ। ਡਾਕਟਰ ਨੇ ਕਿਹਾ, ਆ ਗਿਆ ਜੀਤਾ ਮਾਤਾ ਜੀ, ਮਿਲ ਲਓ। ਜਦੋਂ ਮੀਤੋ ਨੇ ਉਸ ਬੰਦੇ ਦਾ ਹੱਥ ਫੜਿਆ ਤਾਂ ਪਰੇ ਕਰਤਾ। ਕਹਿੰਦੀ, ਇਹ ਤਾਂ ਜੀਤੇ ਦਾ ਹੱਥ ਨਹੀਂ, ਇਹਨਾਂ ਹੱਥਾਂ 'ਚ ਤਾਂ ਖੁਸ਼ਬੂ ਨਹੀਂ ਹੈ ਮੇਰੇ ਜੀਤੇ ਦੀ। ਇਹ ਹੱਥ ਤਾਂ ਉਹਦੇ ਛੋਟੇ ਛੋਟੇ ਨਰੋਏ ਹੱਥਾਂ ਵਰਗੇ ਨਹੀਂ ਹੈ। ਮੈਂ ਆਪਣੇ ਜੀਤੇ ਦਾ ਹੱਥ ਪਛਾਣ ਸਕਦੀ ਹਾਂ, ਭਾਵੇਂ ਵਿਖਾਈ ਨਹੀਂ ਦਿੰਦਾ, ਪਰ ਮੇਰਾ ਮਨ ਪਛਾਣ ਲੈਂਦਾ। ਇਸ ਬੰਦੇ ਦੇ ਹੱਥ ਤਾਂ ਅੰਦਰੋਂ ਅੰਦਰੀ ਕੰਬੀ ਜਾਂਦੇ ਆ। ਫਿਰ ਕਹਿੰਦੀ, ਡਾਕਟਰ ਜੀ, ਜਦੋਂ ਮੇਰੇ ਜੀਤੇ ਨੇ ਕਮਰੇ ਵਿੱਚ ਆਉਣਾ ਹੈ ਨਾ, ਤਾਂ ਕਮਰੇ ਦੀ ਆਬੋ ਹਵਾ ਹੀ ਹੋਰ ਹੋ ਜਾਣੀ ਹੈ। ਮਹਿਕ ਉੱਠਣਾ ਹੈ। ਆਹ ਦਵਾਈਆਂ ਵਾਲਾ ਕਮਰਾ, ਦਵਾਈਆਂ ਦੀ ਬੋ ਨਹੀਂ ਰਹਿਣੀ, ਮਹਿਕ ਜਾਣਾ ਹੈ। ਇਹਨੇ ਜੀਤੇ ਦੀ ਖੁਸ਼ਬੂ ਨਾਲ ਉਸ ਬੰਦੇ ਨੂੰ ਕਹਿੰਦੀ, ਪੁੱਤ ਤੂੰ ਜਾ, ਤੂੰ ਕੋਈ ਹੋਰ ਹੀ ਹੈ, ਮੇਰਾ ਜੀਤਾ ਨਹੀਂ। ਮੈਨੂੰ ਕਹਿੰਦੀ, ਜੋਗਾ ਸਿੰਘ ਜੀ, ਤੁਸੀਂ ਇੰਨੇ ਜੋਗੇ ਵੀ ਨਹੀਂ ਹੋਏ ਕਿ ਮਾਂ ਦੀ ਮਮਤਾ ਨੂੰ ਧੋਖਾ ਦੇ ਸਕੋ। ਡਾਕਟਰ ਸਾਹਿਬ ਵੀ ਹੱਸ ਪਏ ਤੇ ਕਹਿੰਦੇ, ਮਾਤਾ ਬਹੁਤ ਪੱਕੀ ਹੈ। ਡਾਕਟਰਾਂ ਨੇ ਮੈਨੂੰ ਵੀ ਕਈ ਵਾਰੀ ਕਿਹਾ ਕਿ ਮਾਤਾ ਦੀ ਇੱਛਾ ਸ਼ਕਤੀ ਬਹੁਤ ਪਰਪੱਕ ਹੈ, ਬਿਲਕੁਲ ਅਡੋਲ, ਬੇਝਿਜਕ ਤੇ ਸਪਸ਼ਟ ਹੈ। ਇਹਦੀ ਆਤਮਾ ਨੂੰ ਸ਼ਾਂਤੀ ਰੱਬ ਵੀ ਨਹੀਂ, ਇਹਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ। ਉਹ ਕਹਿੰਦੇ ਕਿ ਅਸੀਂ ਤਾਂ ਇਲਾਜ ਕਰ ਹੀ ਰਹੇ ਹਾਂ, ਬਾਕੀ ਮਾਤਾ ਦੀ ਖੁਦ ਦੀ ਤੇ ਇਹਦੇ ਖੁਦਾ ਦੀ ਮਰਜ਼ੀ ਤੋਂ ਉੱਪਰ ਕੁਝ ਨਹੀਂ। ਬਾਬਾ ਕਹਿੰਦਾ, ਪਿਛਲੇ ਦਿਨੀ ਮੈਂ ਅਖੀਰਲਾ ਉਪਰਾਲਾ ਕਰਨ ਗਿਆ ਸੀ ਉਹਨਾਂ ਕੋਲ। ਮੈਂ ਬਹੁਤ ਮਿੰਨਤਾਂ ਤਰਲੇ ਪਾਏ ਕਿ ਇੱਕ ਵਾਰੀ ਜੀਤੇ ਨੂੰ ਭੇਜ ਦਿਓ ਮਿਲਣ ਲਈ, ਪਰ ਨੂੰ ਕਹਿੰਦੀ, ਇਹ ਤਾਂ ਹੀ ਜਾਊ ਜਦੋਂ ਕੋਠੀ ਤੇ ਸਾਰੀ ਜ਼ਮੀਨ ਉਹਨਾਂ ਦੇ ਨਾਮ ਕਰੋਗੇ। ਮੈਂ ਕਿਹਾ, ਹਾਂ, ਮੈਂ ਸਭ ਕੁਝ ਤੁਹਾਡੇ ਨਾਮ ਕਰਨ ਲਈ ਤਿਆਰ ਹਾਂ। ਕਹਿੰਦੀ, ਜਿਹੜੀ ਛੋਟੀ ਭੈਣ ਵੀਰਾਂ ਦੇ ਨਾਮ ਕੀਤੀ ਹੈ, ਉਹ ਵੀ ਵਾਪਸ ਇਹਨਾਂ ਦੇ ਨਾਮ ਕਰੋ। ਮੈਂ ਕਿਹਾ, ਉਹ ਤਾਂ ਉਹਨਾਂ ਨੂੰ ਦੇ ਦਿੱਤੀ ਹੈ, ਤੁਸੀਂ ਬਾਕੀ ਸਾਰੀ ਲੈ ਲਓ। ਪਰ ਉਹ ਨਾ ਮੰਨੀ। ਉਹੀ ਕਹੀ ਗਈ ਕਿ ਪਹਿਲਾਂ ਸਾਡੀ ਜ਼ਮੀਨ ਸਾਡੇ ਨਾਮ ਹੋਊ, ਫੇਰ ਆਊ ਜੀ ਤੁਹਾਡਾ ਗੁਰਜੀਤ ਸਿੰਘ। ਮੈਂ ਪੱਗ ਲਾ ਕੇ ਉਹਨਾਂ ਦੇ ਪੈਰੀਂ ਵੀ ਰੱਖੀ, ਪਰ ਜੀਤਾ ਪਤਾ ਨਹੀਂ ਕਿਸ ਚੀਜ਼ ਤੋਂ ਡਰਿਆ ਬੈਠਾ ਹੈ। ਡੂਡ ਵੱਟਾ ਜਿਹਾ ਬਣ ਕੇ ਬੈਠਾ ਰਿਹਾ, ਕੁਛ ਨਾ ਬੋਲਿਆ। ਮੈਂ ਕਿਹਾ, ਜਿੱਥੇ ਮਰਜ਼ੀ ਦਸਤਖਤ ਕਰਾ ਲਓ, ਪਰ ਆ ਜਾਓ ਇੱਕ ਵਾਰੀ ਮਿਲਣ। ਮੈਂ ਮੁੜ ਆਇਆ, ਪੁੱਤ ਮੁੜ ਆਇਆ। ਰਾਤ ਕਾਫੀ ਹੋ ਗਈ ਸੀ। ਰਵੀ ਨੇ ਕਿਹਾ, ਬਾਬਾ ਜੀ ਸੌਂ ਜਾਈਏ, ਸਵੇਰੇ ਉੱਠਣਾ ਵੀ ਹੈ। ਫਿਰ ਦੋਵੇਂ ਜਣੇ ਆਪਣੇ ਵਿਛਾਏ ਹੋਏ ਬਿਸਤਰਿਆਂ 'ਤੇ ਲੇਟ ਗਏ। ਅਗਲੇ ਦਿਨ ਗੀਤਾ ਦਾ ਆਪਰੇਸ਼ਨ ਹੋਣਾ ਸੀ। ਰਵੀ ਤੇ ਦੀਪਕ ਨੂੰ ਇਹੀ ਚਿੰਤਾ ਸੀ ਕਿ ਅੱਜ ਕੀ ਹੋਏਗਾ। ਸਵੇਰ ਦੇ ਡਾਕਟਰਾਂ ਦੇ ਰਾਊਂਡ ਹੋ ਗਏ ਸਨ, ਪਰ ਕਿਸੇ ਵੀ ਡਾਕਟਰ ਨੇ ਆਪਰੇਸ਼ਨ ਦੀ ਕੋਈ ਗੱਲ ਨਹੀਂ ਕੀਤੀ। ਦੀਪਕ ਨੇ ਡਾਕਟਰ ਰਾਜੇਸ਼ ਤੋਂ ਪੁੱਛਿਆ ਕਿ ਉਹਨਾਂ ਕਿਹਾ ਕਿ ਵੱਡੇ ਡਾਕਟਰ ਜੀ ਹੀ ਆ ਕੇ ਦੱਸਣਗੇ ਕਿ ਕਿੰਨੇ ਵਜੇ ਆਪਰੇਸ਼ਨ ਹੈ। ਮੈਡਮ ਸ਼ਹਿਰ ਤੋਂ ਬਾਹਰ ਗਏ ਹੋਏ ਸੀ, ਅੱਜ ਸਵੇਰੇ ਪਹੁੰਚੇ ਹਨ, ਉਹ ਹੀ ਆ ਕੇ ਦੱਸਣਗੇ, ਦੀਪਕ ਨੇ ਕਿਹਾ। ਪਰ ਤਿਆਰੀ ਵੀ ਤਾਂ ਕਰਨੀ ਪਊ। ਉਹ ਤਾਂ ਦੱਸ ਦਿਓ, ਡਾਕਟਰ ਰਾਜੇਸ਼ ਨੇ ਕਿਹਾ। ਕੁਝ ਨਹੀਂ, ਬਸ ਮਰੀਜ਼ ਨੂੰ ਖਾਲੀ ਪੇਟ ਰੱਖਿਓ, ਬਾਕੀ ਠਹਿਰ ਕੇ ਦੱਸਦਾ। ਥੋੜੀ ਦੇਰ ਬਾਅਦ ਰਵੀ ਬਾਬਾ ਜੀ ਕੋਲ ਚਲਾ ਗਿਆ। ਜਾ ਕੇ ਕਹਿੰਦਾ ਕਿ ਹੋਰ ਬਾਬਾ, ਕੀ ਹਾਲ ਹੈ ਮਾਤਾ ਜੀ ਦਾ, ਠੀਕ ਹਨ? ਬਾਬੇ ਨੇ ਜਵਾਬ ਦਿੱਤਾ, ਠੀਕ ਹੈ ਪੁੱਤ, ਤੂੰ ਸੁਣਾ। 2 ਮਿੰਟ ਬੈਠਾ ਰਿਹਾ, ਫਿਰ ਪੁੱਛਣ ਲੱਗਾ, ਬਾਬਾ ਜੀ ਮੈਂ ਚਾਹ ਲੈਣ ਚੱਲਿਆ, ਤੁਹਾਡੀ ਵੀ ਲੈ ਆਵਾਂ? ਬਾਬੇ ਨੇ ਕਿਹਾ, ਮੈਂ ਵੀ ਜਾਣਾ, ਆਹ ਸੈਂਪਲ ਦੇਣ ਚੱਲਦਾ, ਮੈਂ ਵੀ ਤੇਰੇ ਨਾਲ। ਦੋਵੇਂ ਜਣੇ ਵਾਰਡ ਚੋਂ ਬਾਹਰ ਨਿਕਲ ਗਏ। ਰਸਤੇ 'ਚ ਰਵੀ ਨੇ ਪੁੱਛਿਆ ਕਿ ਬਾਬਾ ਜੀ ਇੱਕ ਗੱਲ ਦੱਸੋ, ਕੱਲ ਰੋਟੀ ਖਾਂਦੇ ਤੁਸੀਂ ਗੱਲਾਂ ਕਿਸ ਨਾਲ ਕਰ ਰਹੇ ਸੀ? ਤੁਰਿਆ ਜਾਂਦਾ ਜੋਗਾ ਸਿੰਘ ਹੱਸਣ ਲੱਗ ਪਿਆ ਤੇ ਕਹਿੰਦਾ, ਪੁੱਤ ਉਹ ਤੂੰ ਨਹੀਂ ਸਮਝ ਸਕਦਾ, ਉਹ ਤਾਂ ਮੇਰੀ ਤੇ ਮੀਤੋ ਦੀ ਗੱਲਬਾਤ ਸੀ, ਤੈਨੂੰ ਪਤਾ ਨਹੀਂ ਲੱਗਣਾ। ਰਵੀ ਨੇ ਬਾਰ-ਬਾਰ ਫਿਰ ਤੋਂ ਪੁੱਛਿਆ। ਜੋਗਾ ਸਿੰਘ ਨੇ ਕਿਹਾ ਕਿ ਉਹ ਪੁੱਤ, ਮੈਂ ਤੇ ਮੀਤੋ ਨੇ ਹਮੇਸ਼ਾ ਹੀ ਰੋਟੀ ਇਕੱਠੇ ਖਾਧੀ ਹੈ। ਕਦੀ ਉਹ ਬੁਰਕੀਆਂ ਖਵਾਉਂਦੀ ਸੀ ਤੇ ਕਦੀ ਮੈਂ ਉਹਨੂੰ ਖਵਾਉਂਦਾ ਸੀ। ਹੁਣ ਉਹ ਬਿਮਾਰ ਪਈ ਹੈ, ਉਹ ਖਾਂਦੀ ਨਹੀਂ, ਮੇਰਾ ਵੀ ਇਕੱਲਿਆਂ ਖਾਣ ਨੂੰ ਜੀ ਨਹੀਂ ਕਰਦਾ, ਪਰ ਬਿਨਾਂ ਖਾਧਿਆਂ ਸਰਦਾ ਵੀ ਨਹੀਂ। ਜੇ ਸਰੀਰ 'ਚ ਜਾਨ ਹੀ ਨਹੀਂ ਹੋਏਗੀ ਤਾਂ ਜਾਨ ਨਾਲ ਜਾਨ ਲੜਾਊ ਕਿੱਦਾਂ? ਬਸ ਮਨ ਨੂੰ ਤਸੱਲੀ ਦੇਣ ਲਈ ਮੀਤੋ ਨਾਲ ਗੱਲਾਂ ਮਾਰ-ਮਾਰ ਕੇ 1-2 ਰੋਟੀਆਂ ਖਾ ਲੈਂਦਾ।
ਨਹੀਂ ਤਾਂ ਇਸ ਦੁੱਖ ਭਰੀ ਜ਼ਿੰਦਗੀ 'ਚ ਕਿੱਥੇ ਬੁਰਕੀ ਵੀ ਸੰਗ ਤੋਂ ਹੇਠਾਂ ਉਤਰਦੀ ਹੈ। ਉਧਰ ਆਫਿਸ ਵਿੱਚ ਡਾਕਟਰ ਸੰਜੀਵ ਤੇ ਡਾਕਟਰ ਹਰਮਨ ਦੋਵੇਂ ਡਾਕਟਰ ਬਲਦੇਵ ਦੇ ਕਮਰੇ 'ਚ ਬੈਠੇ ਸਨ। ਡਾਕਟਰ ਸੰਜੀਵ ਨੇ ਡਾਕਟਰ ਬਲਦੇਵ ਨੂੰ ਪੁੱਛਿਆ, ਸਰ ਮੈਂ ਉਸੇ 17 ਨੰਬਰ ਵਾਲੀ ਵਾਰਡ ਵਾਲੀ 5 ਨੰਬਰ ਬੈੱਡ ਵਾਲੀ ਪੇਸ਼ੈਂਟ ਬਾਰੇ ਪੁੱਛਣਾ ਚਾਹੁੰਦਾ ਸੀ। ਡਾਕਟਰ ਬਲਦੇਵ ਨੇ ਕਿਹਾ, ਹਾਂ ਹਾਂ ਜ਼ਰੂਰ ਪੁੱਛੋ, ਕੀ ਪੁੱਛਣਾ ਸੀ।